ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਾਨ ਕੇ ਨਾਸ਼ਕ ਜੀ ਬਿਗਨਾਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਮਨਾਏ ਬਹੂਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ 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 ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੁਸ਼ਮਨ ਗਹੋ ਆਜ ਹੀ ਆਏ ਕਰਿਓ ਜੀ ਚਹਿ ਦੇਹ ਮਰਵਾਏ। ਅੰਤਵੰਤ ਤਨ ਕਹਾਂ ਸਨੇਹੂ ਨਿਸ਼ਚੈ ਬਿਨਸਨ ਗਤ ਕਬ ਲੇਹੂ। ਦੁਸ਼ਮਨ ਗਹੋ ਆਜ ਹੀ ਆਏ ਕਰਿਓ ਜੀ ਚਹਿ ਦੇਹ ਮਰਵਾਏ। ਅੰਤਵੰਤ ਤਨ ਕਹਾਂ ਸਨੇਹੂ ਨਿਸ਼ਚੈ ਬਿਨਸਨ ਗਤ ਕਬ ਲੇਹੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਦਇਆ ਨਿਧ ਕਿਰਪਾ ਦੇ ਖਜ਼ਾਨੇ ਹਾਜ਼ਰ ਹਜੂਰ ਜਹਰਾ ਜਹੂਰ ਲੋਕ ਹਰ ਪਰਲੋਕ ਦੇ ਰੱਖਿਅਕ ਪਤਿਤ ਪਾਵਨ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਵਰਸਾਈ ਵਡਿਆਈ ਸਾਜੀ ਅਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਮਹਾਨ ਕਿਰਪਾ ਮਿਹਰਾਮਤ ਦਇਆ ਸਦਕਾ
ਨਿਤਾ ਪ੍ਰਤੀ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਆਪ ਜੀ ਮਾਣਦੇ ਹੋ। ਸਤਿਗੁਰਾਂ ਮੇਰਾਮਤ ਤਰਸ ਕੀਤਾ, ਜੋ ਸੰਧਿਆ ਦੇ ਸਮੇਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀਨ ਦਿਆਲ ਸਤਿਗੁਰਾਂ ਦੇ ਦਰ ਘਰ ਦੀ ਮਹਾਨ ਮਹਿਮਾ ਵਡਿਆਈ ਸਿਫਤ ਸਲਾਘਾ ਸ਼ਰਵਣ ਕਰਨ ਦੇ ਸੁਭਾਗ ਆਪਾਂ ਨੂੰ ਪ੍ਰਾਪਤ ਹੁੰਦੇ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਨੇ ਬਹੁਤ ਤਰਸ ਮਿਹਰ ਕੀਤੀ। ਸ਼ਹੀਦ ਸਿੰਘ ਸਾਹਿਬਾਨਾਂ ਦੇ ਯਾਦਗਾਰ ਪਾਵਨ ਪਵਿੱਤਰ ਸਥਾਨਾਂ 'ਤੇ ਆਪਾਂ ਰਲ ਮਿਲ ਕਰਕੇ ਗੁਰੂ ਕੀਆਂ ਵਡਿਆਈਆਂ, ਗੁਰੂ ਕਾ ਯਸ਼ ਸ਼ਰਵਨ ਕਰਕੇ ਲੋਕ ਪਰਲੋਕ ਨੂੰ ਸਫਲ ਬਣਾ ਰਹੇ ਹਾਂ। ਪਿਛਲੇ ਦੀਵਾਨ ਵਿੱਚ ਇਤਿਹਾਸ ਦੀ ਲੜੀ ਦਾ ਜਥਾ ਪ੍ਰਸੰਗ ਆਪ ਜੀਆਂ ਸ਼ਰਵਣ ਕੀਤਾ ਹੈ ਕਿ ਜੋ ਦਾਰਸ਼ਕੋ ਸ਼ਾਹਜਹਾਨ ਦਾ ਵੱਡਾ ਪੁੱਤਰ ਦਿੱਲੀ ਦੇ ਤਖਤ ਦਾ ਵਲੀ ਅਹਿਦ ਹੈ ਸੀ, ਸਭ ਪਾਸਿਓਂ ਜੰਗ ਯੁੱਧ ਹਾਰ ਕੇ ਔਰੰਗਜ਼ੇਬ ਦੀ ਫੌਜ ਦਾ ਭਗੌੜਾ ਬਣਿਆ ਅਤੇ ਥਾਂ ਪੁਰ ਥਾਂ ਇਹ ਸਾਧ ਸੰਗਤ ਜੀ ਬੜਾ ਭਾਰੀ ਭਟਕਦਾ ਰਿਹਾ। ਇਹਨੇ ਗੁਜਰਾਤ ਦੇ ਇਲਾਕੇ ਵਿੱਚ ਇੱਕ ਜੰਗ ਕੀਤਾ। 25,000 ਕੋਲ ਫੌਜ ਸੀ। ਇੱਥੋਂ ਦੇ ਸ਼ਾਹ ਨਵਾਜ਼ ਨਾਮ ਦੇ ਗੁਜਰਾਤ ਦੇ ਹਾਕਮ ਨੇ ਦੀ ਮਦਦ ਕੀਤੀ ਸੀ। ਉਹ ਵੀ ਮਾਰਿਆ ਗਿਆ, ਇਕੱਲਾ ਹੀ ਰਹਿ ਗਿਆ ਅਤੇ 5-7 ਹਜ਼ਾਰ ਫੌਜ ਲੈ ਕੇ ਫਿਰ ਗੁਜਰਾਤ ਦੀ ਜੰਗ ਹਾਰ ਕੇ ਇੱਥੋਂ ਵੀ ਭੱਜ ਪਿਆ। ਇੱਧਰ ਪੁਆਧ ਦੇ ਇਲਾਕੇ 'ਚ ਆ ਗਿਆ, ਫਤਿਹਗੜ੍ਹ ਸਰਹੰਦ, ਚੰਡੀਗੜ੍ਹ ਖਰੜ ਜਿਹੜਾ ਹੁਣ ਦਾ ਇਲਾਕਾ ਹੈ, ਇੱਥੇ ਆ ਕੇ ਟਿਕਿਆ, ਕੁਝ ਸਮਾਂ ਬਤੀਤ ਕੀਤਾ। ਇੱਥੋਂ ਫਿਰ ਸਾਧ ਸੰਗਤ ਜੀ ਫਿਰ ਇੱਥੇ ਕਿਸੇ ਇਲਾਕੇ ਦੇ ਵਿੱਚ ਕੋਈ ਸਥਾਨ ਸੀਗਾ, ਮੁਸਲਮਾਨਾਂ ਦਾ ਦਰਗਾਹ ਸੀ ਕਿਸੇ ਫਕੀਰ ਦੀ, ਉੱਥੇ ਪਹੁੰਚਿਆ। ਇਹਨੇ ਆਪਦੀ ਫੌਜ ਜਿਹੜੀ ਸੀ ਉਹ ਸਾਰੀ ਨੂੰ ਤੋਰ ਦਿੱਤਾ ਵੀ ਮਨ 'ਚ ਵਿਚਾਰਿਆ ਵੀ ਮਣਾ ਐਵੇਂ ਕਿਹੜੇ ਰਾਜ ਭਾਗ ਦੀ ਖਾਤਰ ਸੂਲੀ 'ਤੇ ਚੜ੍ਹਿਆ ਅਤੇ ਕੀ ਆ ਰਾਜ ਦਾ ਸੁੱਖ ਮਿਲਣਾ ਕਿ ਨਹੀਂ, ਅਤੇ ਤੂੰ ਹੁਣ ਵਾਲਾ ਸੁੱਖ ਕਿਉਂ ਗਵਾਇਆ, ਬਹੁਤਾ ਕਾਹਲਾ ਪੈ ਕੇ ਲਾਲਚ ਕਰਕੇ, ਅਤੇ ਤੂੰ ਬੰਦਗੀ ਸਿਮਰਨ ਕਰਨ ਵਾਲਾ ਪੁਰਖ ਹੈ, ਤੈਨੂੰ ਨਹੀਂ ਚਾਹੀਦਾ ਵੀ ਇੱਦਾਂ ਬਹੁਤਾ ਲੱਭ ਲੋਭ ਕਰੇ, ਤੂੰ ਲਾਲਚ ਕਰੇ। ਇਹ ਵਿਚਾਰ ਕੇ ਇਹਨੇ ਫਿਰ ਸਾਰੀ ਫੌਜ ਨੂੰ ਸਾਧ ਸੰਗਤ ਜੀ ਵਾਪਸ ਮੋੜ ਦਿੱਤਾ ਸੀਗਾ, ਮਾਇਆ 'ਤੇ ਖੁੱਲ੍ਹੇ ਗੱਫੇ ਦੇ ਕੇ। ਇੱਕ ਬਹੁਤ ਜ਼ਿੰਮੇਵਾਰ ਅਤੇ ਵਫਾਦਾਰ ਨਫੀਰ ਉਹ ਇਹਨੇ ਆਪਦੇ ਕੋਲ ਰੱਖ ਲਿਆ ਹੈ। ਅਤੇ ਉਹ ਦਰਗਾਹ ਵਿੱਚ ਫਿਰ ਭੁੱਖ ਲੱਗੀ, ਇਹਨੇ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਅੱਗ ਮੰਗਵਾਈ ਅਤੇ ਉਹ ਚੁੱਲ੍ਹੇ 'ਚ ਅੱਗ ਰੱਖ ਕੇ ਫੂਕਾਂ ਮਾਰੇ ਦਾਰਸ਼ਕੋ। ਇਹਦਾ ਨਫੀਰ ਬਾਲਣ ਲੈਣ ਚਲ ਗਿਆ। ਜਦੋਂ ਬਾਲਣ ਲੈ ਕੇ ਆਇਆ, ਉਹ ਵੇਖਦਾ ਵੀ ਦਾਰਸ਼ਕੋ ਜਦੋਂ ਫੂਕ ਮਾਰਦਾ ਅਤੇ ਰੇਤ ਸਵਾਹ ਚੁੱਲ੍ਹੇ ਦੀ ਉੱਡ ਕੇ ਇਹਦੇ ਮੂੰਹ 'ਤੇ ਦਾੜ੍ਹ 'ਚ ਪੈਂਦੀ ਹੈ। ਬੜਾ ਦੁਖੀ ਹੋਇਆ ਵਿਚਾਰਾ ਵੀ ਵੇਖੋ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ, ਰਾਜ ਭਾਗ ਦਾ ਮਾਲਕ ਸੀਗਾ, ਇਹੋ ਜਿਹਾ ਸਮਾਂ ਲਿਆ ਦਿੱਤਾ ਅੱਲਾ ਨੇ ਵੀ ਇਹ ਹੁਣ ਚੁੱਲ੍ਹੇ 'ਚ ਫੂਕ ਮਾਰਦਾ, ਅੱਗੇ ਨੂੰ ਬਾਲਣੀ ਨਹੀਂ ਆਉਂਦੀ ਅਤੇ ਦਾੜ੍ਹਾ ਸਾਰਾ ਖੇ ਨਾਲ ਭਰ ਰਿਹਾ ਇਹਦਾ। ਪਰ ਉਹ ਹੈਰਾਨ ਹੁੰਦਾ ਨਫੀਰ ਵੀ ਇਹ ਮੈਨੂੰ ਇੰਨਾ ਦੁੱਖ ਹੋ ਰਿਹਾ ਦਾਰਸ਼ਕੋ ਦੀ ਹਾਲਤ ਵੇਖ ਕੇ, ਪਰ ਇਹ ਦਾਰੇ ਦੇ ਮਨ 'ਚ ਰੱਤੀ ਮਾਤਰ ਵੀ ਨਹੀਂ ਹੈ। ਐਡਾ ਵੱਡਾ ਰਾਜ ਭਾਗ ਖੁੱਸ ਗਿਆ, ਬਿਲਕੁਲ ਕੰਗਾਲ ਹੋ ਗਿਆ ਹੈ। ਇਹਦੇ ਮਨ ਵਿੱਚ ਰੱਤੀ ਮਾਤਰ ਵੀ ਦੁੱਖ ਨਹੀਂ ਹੈ ਵੀ ਮੈਂ ਐਡਾ ਭਾਰੀ ਸਭ ਕੁਝ ਗਵਾ ਲਿਆ। ਫਿਰ ਇਹਨੇ ਸਾਧ ਸੰਗਤ ਜੀ ਦਾਰਸ਼ਕੋ ਨੂੰ ਤਾਨੇ ਮਾਰੇ, ਕਹਿੰਦਾ ਵਲੀ ਐਦ ਬਾਦਸ਼ਾਹ ਮਹਾਰਾਜ ਤੁਹਾਨੂੰ ਸਮਝਾਉਂਦੇ ਰਹੇ ਸਾਂ ਵੀ ਇਹਨਾਂ ਸਾਧਾਂ ਦੀ ਸੰਗਤ ਨਾ ਕਰੋ, ਤੁਸੀਂ ਸਾਧੂਆਂ ਦੇ ਵਿੱਚ ਰਹਿ ਕੇ ਅਤੇ ਸੁਭਾਅ ਨਿਰਛਲ ਕਰ ਲਿਆ ਆਪਦਾ, ਅਤੇ ਜਿਸ ਕਰਕੇ ਤੁਸੀਂ ਕਿਸੇ ਨਾਲ ਛਲ ਫਰੇਬ ਕਰਨੋਂ ਹਟ ਗਏ। ਤੁਹਾਨੂੰ ਸਮਝਾਇਆ ਸੀਗਾ ਵੀ
ਛਲ ਫਰੇਬ ਚੋਰੀ ਠੱਗੀ ਤੋਂ ਬਿਨਾਂ ਕਦੇ ਵੀ ਰਾਜ ਭਾਗ ਨਹੀਂ ਚੱਲਦੇ। ਪਰ ਤੁਸੀਂ ਸਾਡੀ ਇੱਕ ਗੱਲ ਨਾ ਮੰਨੀ, ਤੁਸੀਂ ਸਾਧੂਆਂ ਦੇ ਨਾਲ ਰਹਿ ਕੇ ਉਹਨਾਂ ਵਰਗੇ ਹੀ ਬਣ ਗਏ, ਜਿਸ ਕਰਕੇ ਤੁਹਾਡਾ ਜਿਹੜਾ ਉਹ ਸੁਭਾਅ ਹੈ ਨਿਰਛਲ ਹੋ ਗਿਆ ਅਤੇ ਸਾਧੂਆਂ ਦੀ ਸੰਗਤ ਦਾ ਨਤੀਜਾ ਤੁਸੀਂ ਵੇਖ ਹੀ ਲਿਆ ਹੈ। ਹੁਣ ਭੁਗਤੋ। ਚੁੱਲ੍ਹੇ 'ਚ ਅੱਗ ਬਾਲਦੇ ਸੁਆਹ ਤੁਹਾਡੇ ਮੂੰਹ 'ਤੇ ਪੈਂਦੀ, ਕੋਈ ਵੀ ਤੁਹਾਡੇ ਪਾਸ ਰਾਜ ਭਾਗ ਨਹੀਂ ਰਿਹਾ। ਸਭ ਕੁਝ ਤੁਸੀਂ ਉਜਾੜ ਲਿਆ ਸਾਧਾਂ ਮਗਰ ਲੱਗ ਕੇ। ਕੀ ਮਿਲਿਆ ਤੁਹਾਨੂੰ ਸੰਤਾਂ ਦੀ ਸੰਗਤ 'ਚੋਂ? ਤਾਂ ਦਾਰਸ਼ਕੋਂ ਨੇ ਝਿੜਕਦੇ ਆਖਿਆ, ਉਹ ਮੂਰਖਾ, ਤੈਨੂੰ ਨਹੀਂ ਪਤਾ ਸਾਧੂਆਂ ਦੀ ਸੰਗਤ ਤੇਰੇ ਵਰਗਾ ਬਾਣੀਆਂ ਕੀ ਜਾਣੇ ਸੋਨੇ ਦੇ ਹੀਰਿਆਂ ਦੇ ਵਪਾਰ ਨੂੰ। ਇਹ ਕਵਾੜ ਖਰੀਦਣ ਵਾਲੇ ਨਹੀਂ ਜਾਣਦੇ ਵੱਡੇ ਵਣਜ ਵਪਾਰਾਂ ਨੂੰ। ਤੂੰ ਕਹਿੰਦਾ ਮੈਨੂੰ ਮਿਲਿਆ ਕੀ ਹੈ? ਮੇਰੇ ਮੂੰਹ ਵੱਲ ਵੇਖ ਕੇ ਦੱਸ ਵੀ ਰਾਜ ਭਾਗ ਗਵਾਚੇ ਦਾ ਮੈਨੂੰ ਰੱਤੀ ਮਾਤਰ ਵੀ ਮੋਹ ਹੈ, ਦੁੱਖ ਹੈ? ਜੇ ਨਹੀਂ ਹੈ, ਇਦੋਂ ਵੱਡੀ ਪ੍ਰਾਪਤੀ ਹੋਰ ਕੋਈ ਹੋ ਸਕਦੀ ਹੈ ਵੀ ਕਿਸੇ ਦਾ ਰਾਜ ਭਾਗ ਖੁੱਸ ਜਾਵੇ ਅਤੇ ਉਹਨੂੰ ਦੁੱਖ ਨਾ ਲੱਗੇ, ਪਰਿਵਾਰ ਉੱਜੜ ਜਾਵੇ ਉਹਨੂੰ ਦੁੱਖ ਨਾ ਲੱਗੇ। ਇਹ ਸਾਰੀ ਦਾਤ ਮੈਨੂੰ ਸਾਧੂਆਂ ਦੀ ਸੰਗਤ 'ਚੋਂ ਮਿਲੀ ਹੈ। ਮਤਾ ਖਿਆਲ ਕਰ ਵੀ ਸਾਧੂਆਂ ਦੀ ਸੰਗਤ ਨੇ ਮੇਰਾ ਕੁਝ ਉਜਾੜਿਆ ਹੈ। ਸਾਧੂਆਂ ਦੀ ਸੰਗਤ ਨੇ ਮੈਨੂੰ ਉਹ ਤਖਤ ਦਿੱਤਾ ਹੈ ਜਿਹੜਾ ਸੰਸਾਰ 'ਤੇ ਅੱਜ ਤੱਕ ਕਿਸੇ ਰਾਜੇ ਨੂੰ ਪ੍ਰਾਪਤ ਨਹੀਂ ਹੋਇਆ। ਮੈਨੂੰ ਸਾਧੂਆਂ ਦੇ ਚਰਨਾਂ ਵਿੱਚ ਰਹਿ ਕੇ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ, ਭਰੋਸਾ, ਸ਼ਰਧਾ, ਪ੍ਰੇਮ ਪ੍ਰਾਪਤ ਹੋਇਆ ਹੈ, ਜਿਹੜਾ ਹੀਰੇ ਮੋਤੀ ਜਵਾਹਰਾਤ ਜਿਹਦੀ ਬਰਾਬਰੀ ਨਹੀਂ ਕਰ ਸਕਦੇ। ਇੱਦਾਂ ਨੇ ਦਾਰਸ਼ਕੋਂ ਨੇ ਫਿਰ ਸਮਝਾਇਆ। ਉਹ ਇੱਥੇ ਦਰਗਾਹ ਵਿੱਚ ਜਿਹੜਾ ਸੰਤ ਰਹਿੰਦਾ ਸੀ ਨਾ, ਮਹਾਤਮਾ, ਉਹਨੇ ਜਦੋਂ ਵੇਖਿਆ, ਇਹਨੂੰ ਪਤਾ ਲੱਗਿਆ ਗੱਲਾਂ ਤੋਂ ਵੀ ਇਹ ਤਾਂ ਦਿੱਲੀ ਦਾ ਬਾਦਸ਼ਾਹ ਦਾਰਸ਼ਕੋ, ਆ ਕੇ ਕੋਲ ਬਹਿ ਗਿਆ। ਉਹਨੇ ਆਖਿਆ, ਦਾਰਸ਼ਕੋ, ਮੈਂ ਸਿਆਣ ਲਿਆ ਤੈਨੂੰ, ਤੂੰ ਹੀ ਦਾਰਸ਼ਕੋ ਹੈ, ਸੰਤਾਂ ਦਾ ਪ੍ਰੇਮੀ ਅਤੇ ਜਿਹੜਾ ਬੜਾ ਧਰਮੀ ਰਾਜਾ ਹੋਇਆ, ਮਹਾਂਪੁਰਖ ਹੋਇਆ, ਤਖਤ 'ਤੇ ਬਹਿੰਦਾ ਬ੍ਰਹਮ ਗਿਆਨੀ ਹੋਇਆ। ਤੇਰੀ ਮਾਤਾ ਧਨ ਹੈ ਦਾਰਸ਼ਕੋ, ਤੂੰ ਮਾਂ ਦੀ ਕੁੱਖ ਨੂੰ ਭਾਗ ਲਾ ਦਿੱਤੇ। ਧੰਨ ਤੇਰੀ ਮਾਂ ਮਾਤਾ ਜਿਹਨੇ ਇਹੋ ਜਿਹਾ ਸਾਧੂ ਜੰਮਿਆ ਜਿਹੜਾ ਤਖਤ 'ਤੇ ਬਹਿ ਕੇ ਵੀ ਤੇ ਬੰਦਗੀ ਸਿਮਰਨ ਕਰਦਾ ਹੈ। ਰਾਜ ਭਾਗ ਖੁੱਸ ਜਾਣ 'ਤੇ ਰੱਤੀ ਮਾਤਰ ਵੀ ਜਿਹਦੇ ਮੱਥੇ ਵੱਟ ਨਹੀਂ ਪਿਆ ਦਿਸਦਾ। ਤਾਂ ਫਿਰ ਇਹਨੇ ਸਾਧੂ ਨੇ ਫਿਰ ਉਪਦੇਸ਼ ਦਿੱਤਾ ਸੀ, ਕੋਈ ਕਰਨੀ ਵਾਲਾ ਹੀ ਸੀ ਮਹਾਂਪੁਰਖੇ ਵੀ। ਇਹਨੇ ਆਖਿਆ ਵੀ ਜਾ ਹੁਣ ਬੇਫਿਕਰ ਹੋ ਜਾ, ਐਵੇਂ ਲੁਕ ਨਾ, ਤੂੰ ਹੁਣ ਰਾਜਿਆਂ ਵਾਲਾ ਭੇਸ ਲਾ ਕੇ ਤੇ ਖਫਣੀ ਪਾ ਲਈ ਸਾਧੂਆਂ ਵਾਲੀ। ਜੇ ਹੁਣ ਵੀ ਤੂੰ ਲੁਕੇਂਗਾ ਤੇ ਹੁਣ ਦਾਰਸ਼ਕੋ ਨਹੀਂ, ਹੁਣ ਸਾਧੂ ਲੁਕੇਗਾ ਅਤੇ ਸਾਧੂਆਂ ਦੇ ਬਾਣੇ ਨੂੰ ਜਿਹੜੀ ਹੈ ਉਹ ਲਾਜ ਲੱਗ ਜਾਵੇਗੀ, ਕਿਉਂਕਿ ਸਾਧ ਹੀ ਕਾਹਦਾ ਜਿਹੜਾ ਲੁਕਦਾ ਫਿਰੇ। ਇਹ ਬਚਨ ਕਹਿ ਦਿੱਤੇ ਅਤੇ ਤੂੰ ਹੁਣ ਲੁਕਣਾ ਨਹੀਂ, ਅਤੇ ਜੇ ਤੇਰੇ ਸਰੀਰ ਨੂੰ ਮਾਰ ਵੀ ਦੇਣਗੇ ਤਾਂ ਸਰੀਰ ਮਰ ਜਾਣਾ, ਕਦੇ ਆਤਮਾ ਮਰਨਹਾਰ ਇਹੋ ਜੀਰਾ ਨਾਹੀਂ। ਇਹ ਅੰਦਰਲੀ ਖੇਡ ਮਰਦੀ ਨਹੀਂ ਦਾਰਸ਼ਕੋ। ਆਤਮਾ ਅਟਲ ਹੈ, ਆਤਮਾ ਸਦੀਵ ਹੈ, ਆਤਮਾ ਅਬਿਨਾਸ਼ੀ ਹੈ, ਆਤਮਾ ਅਚਲ ਹੈ, ਇਹਨੂੰ ਕੋਈ ਕੱਟ ਨਹੀਂ ਸਕਦਾ। ਆਤਮਾ ਅਟੁੱਟ ਹੈ, ਆਤਮਾ ਨਿਰੰਤਰ ਹੈ, ਆਤਮਾ ਇੱਕ ਰਸ ਹੈ। ਸਰੀਰ ਆਉਂਦੇ ਹੈ, ਸੰਸਾਰ ਤੋਂ ਚਲੇ ਜਾਂਦੇ ਹੈ, ਪਰ ਆਤਮਾ ਸਦਾ ਥਿਰ ਰਹਿੰਦਾ। ਇਸ ਕਰਕੇ ਸਰੀਰ ਦੀ ਹੰਗਤਾ ਛੱਡ ਕੇ ਆਤਮਾ 'ਤੇ ਨਿਹਚਾ ਰੱਖ ਕੇ ਤੇ ਹੁਣ ਲੁਕਣਾ ਨਾ ਕਰ। ਜੋ ਕਰੇਗਾ ਅੱਲਾ ਤਾਲਾ ਚੰਗਾ ਹੀ ਕਰੇਗਾ। ਇਹ ਸਾਧੂ ਨੇ ਸਾਧ ਸੰਗਤ ਜੀ ਉਪਦੇਸ਼ ਦਿੱਤਾ। ਦਾਰਸ਼ਕੋ ਦੇ ਮਨ ਨੂੰ ਉਪਦੇਸ਼ ਪਾਇਆ, ਨੇਤਰ ਬੰਦ ਕਰ ਲਏ। ਕਿੰਨਾ ਸਮਾਂ ਅੱਲਾ ਤਾਲਾ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਰੱਖੀ, ਨੇਤਰ ਖੋਲ੍ਹ ਲਏ। ਇਹ ਪ੍ਰਸੰਗ ਫਿਰ ਆਪਾਂ ਪਿੱਛੇ ਸ਼ਰਵਣ ਕੀਤਾ ਹੈ। ਅੱਗੇ ਸਾਧ ਸੰਗਤ ਦੀ ਫਿਰ ਉਹ ਜਿਹੋ ਜਿਹਾ ਫਿਰ ਸਾਧੂਆਂ ਨੇ ਉਪਦੇਸ਼ ਦਿੱਤਾ ਹੋਣ ਕਰਕੇ ਵੀ ਤੂੰ ਹੁਣ ਲੋਕਣਾ ਸਾਧੂ ਬਣ ਕੇ ਅਤੇ ਸਾਧੂਆਂ ਦੇ ਬਾਣੇ ਨੂੰ ਲਾ ਜਾਏ। ਅਤੇ ਦਾਰਸ਼ਕੋਂ ਨੇ ਫਿਰ ਉੱਚੀ ਆਵਾਜ਼ ਵਿੱਚ ਕਹਿ ਦਿੱਤਾ ਸੀ ਵੀ ਆਹ ਬੈਠਾ ਦਿੱਲੀ ਦਾ ਬਾਦਸ਼ਾਹ, ਸਾਧੂਆਂ ਦਾ ਪ੍ਰੇਮੀ, ਗੁਰੂ ਹਰਿਰਾਏ ਸਾਹਿਬ ਦਾ ਅਨੰਨ ਸੇਵਕ ਦਾਰਸ਼ਕੋ, ਜਿਹਦੇ ਵਿੱਚ ਹਿੰਮਤ ਹੈ ਫੜ ਕੇ ਲੈ ਜਾਓ, ਮੈਂ ਭੱਜਾਂਗਾ ਨਹੀਂ। ਇਹ ਵਚਨ ਕਹਿ ਦਿੱਤੇ ਸੀ ਦਾਰਸ਼ਕੋ ਨੇ। ਫਿਰ ਪਿੰਡ ਵਿੱਚ ਰੌਲਾ ਪਿਆ, ਉੱਥੋਂ ਫਿਰ ਫੌਜਾਂ ਜਿਵੇਂ ਆਈਆਂ, ਦਾਰਸ਼ਕੋ ਨੂੰ ਸਾਧ ਸੰਗਤ ਜੀ ਹਾਥੀ 'ਤੇ ਚੜ੍ਹਾ ਕੇ ਅਤੇ ਲੈ ਕੇ ਗਏ ਦਿੱਲੀ। ਉੱਥੇ ਜਿਵੇਂ ਸਾਧ ਸੰਗਤ ਜੀ ਫਿਰ ਇਹਨੂੰ ਸਿਰ ਵੱਢ ਕੇ ਕਲਮ ਕੀਤਾ, ਇਹਦੇ ਭਰਾ ਔਰੰਗੇ ਨੇ ਬੜੇ ਬੇਰਹਿਮੀ ਨਾਲ ਕਤਲ ਕੀਤਾ, ਬੇਇੱਜ਼ਤ ਕਰਕੇ ਜਿਹੜਾ ਬੇਮਰਿਆਦ ਤਸੀਹੇ ਦਿੱਤੇ। ਉਹ ਸਾਰੀ ਆਪਾਂ ਵਿਥਿਆ ਕਥਾ ਅੱਜ ਦੇ ਦੀਵਾਨ ਵਿੱਚ ਸ਼ਰਵਣ ਕਰਦੇ ਹਾਂ।
ਚਿੱਤ ਬਿਰਤੀ ਇਕਾਗਰ ਕਰੋ ਸਾਧ ਸੰਗਤ ਜੀ। ਧੰਨ ਗੁਰੂ ਹਰਿ ਰਹਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਸਭ ਸੰਗਤ ਰਸਨਾ ਕਰੋ ਜੀ ਪਵਿੱਤਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਸ਼ਮਨ ਗਹੋ ਆਜ ਹੀ ਆਏ। ਤਾਂ ਦਰਸ਼ਕੋ ਨੇ ਜਦੋਂ ਸਾਧ ਸੰਗਤ ਜੀ ਸਾਧੂ ਦੇ ਬਚਨ ਮੰਨੇ ਸੁਣੇ ਤੇ ਨੇਤਰ ਬੰਦ ਕਰ ਲਏ, ਪਰਮੇਸ਼ਰ ਦਾ ਧਿਆਨ ਧਾਰਿਆ, ਫਿਰ ਨੇਤਰ ਗੇੜੇ, ਉੱਚੀ ਆਵਾਜ਼ ਵਿੱਚ ਬਚਨ ਕਹਿ ਦਿੱਤਾ ਵੀ ਆਓ ਹੈ ਕੋਈ ਤੇ ਮੈਨੂੰ ਫੜ ਕੇ ਲੈ ਜਾਵੇ, ਮੈਂ ਭੱਜਾਂਗਾ ਨਹੀਂ। ਆਹ ਵੇਖੋ ਦਰਸ਼ਕੋ, ਸਾਧੂ ਦੀ ਕੁੱਲੀ ਵਿੱਚ ਕਿਸੇ ਦੀ ਦਰਗਾਹ ਵਿੱਚ ਬੈਠਾ, ਅੱਲਾ ਦੀ ਦਰਗਾਹ ਵਿੱਚ ਬੈਠਾ ਹੈ। ਕਰਿਓ ਜੇ ਚਾਹੈ ਦਿਹੇ ਮਰਵਾਈ। ਵੀ ਜਿਹਨੂੰ ਜਿਵੇਂ ਚੰਗਾ ਲੱਗਦਾ, ਜਿਹਨੇ ਮੈਨੂੰ ਫੜਾਉਣਾ ਫੜਾ ਦੇਵੇ, ਜਿਹਨੇ ਮਰਵਾਉਣਾ ਆ ਕੇ ਮੈਨੂੰ ਮਰਵਾ ਸਕਦਾ ਹੈ। ਅੰਤਵੰਤ ਤਨ ਕਹਾਂ ਸਨੇਹੋ। ਜਿਹੜਾ ਸਰੀਰ ਅੱਜ ਹੈ ਕੱਲ ਨਹੀਂ ਹੈ, ਜਿਹੜੇ ਸਰੀਰ ਨੇ ਸਦਾ ਰਹਿਣਾ ਹੀ ਨਹੀਂ, ਨਾਸ਼ਵੰਤ ਹੈ। ਇਹ ਸਰੀਰ ਬਚਾਉਣ ਪਿੱਛੇ ਸਰੀਰ ਦਾ ਮੋਹ ਕਰਕੇ ਕਿਉਂ ਮੈਂ ਭੱਜੇ ਫਿਰਨਾ ਹੈ। ਨਿਸ਼ਚੈ ਬਿਨਸਨ ਗਤ ਕਾਬਲੇ ਹੋ। ਕਿਉਂਕਿ ਮੈਂ ਜਾਣ ਲਿਆ ਵੀ ਸਰੀਰ ਤਾਂ ਨਿਸ਼ਚੇ ਕਰਕੇ ਇਹ ਨਾਸ਼ਵੰਤ ਹੈ, ਇਹ ਤਾਂ ਇੱਕ ਨਾ ਇੱਕ ਦਿਨ ਜਿਹੜਾ ਹੈ ਉਹ ਨਾਸ਼ ਹੋ ਜਾਣਾ ਹੈ। ਦ੍ਰਿੜ ਸੰਕਲਪ ਜਪ ਹੈ ਇਮਕੀਨਾ। ਇਹਨਾਂ ਸਾਧ ਸੰਗਤ ਜੀ ਨਾ ਮਨ ਵਿੱਚ ਪੱਕਾ ਜਿਹੜਾ ਸੰਕਲਪ ਕਰ ਲਿਆ ਦਰਸ਼ਕੋਂ ਨੇ ਵੀ ਮੈਂ ਭੱਜਾਂਗਾ ਨਹੀਂ, ਜਿਹਨੇ ਫੜ ਕੇ ਲਿਜਾਣਾ ਹੈ ਤੇ ਮੈਨੂੰ ਮਾਰਨਾ ਮਰਵਾਉਣਾ ਹੈ ਉਹ ਮਾਰ ਸਕਦਾ ਹੈ। ਸਕਲ ਸਮਾਜ ਨਫਰ ਕੋ ਦੀਨ। ਤੇ ਇਹਨਾਂ ਨਿਸ਼ਚਾ ਕਰਕੇ ਫਿਰ ਜਿਹੜਾ ਉਹ ਹੈ ਸੀ, ਉਹ ਇਹਦੇ ਕੋਲ ਕੁਛ ਰਹਿ ਤਾਂ ਗਿਆ ਨਾ, ਘੋੜਾ ਸੀ ਤੇ ਉਹ ਪੋਸ਼ਾਕ ਸੀ, ਇੱਕ ਕਲਗੀ ਸੀ, ਇਹੀ ਕੁਝ ਰਹਿ ਗਿਆ ਸੀਗਾ। ਉਹ ਇਹਨੇ ਸਾਰਾ ਕੁਝ ਜਿੰਨਾ ਕੋਲ ਸੀਗਾ ਉਹ ਆਪਦਾ ਜਿਹੜਾ ਸੇਵਕ ਸੀ ਨਾ ਨਫੀਰ, ਉਹਨੂੰ ਸਭ ਕੁਝ ਦੇ ਦਿੱਤਾ ਹੈ। ਜੀਵਰ ਜਰੇ ਜਵਾਹਿਰ ਸਾਰੇ। ਜਿੰਨੇ ਕੋ ਹਾਰ ਸੀਗੇ, ਕੈਂਠੇ ਗਹਿਣਾ ਗੱਟਾ ਆਪਦੇ ਸਰੀਰ ਤੇ ਪਹਿਨਿਆ ਸੀ ਨਾ ਜਿਹੜਾ, ਉਹ ਸਭ ਕੁਝ ਇਹਨੇ ਆਪਦੇ ਨਫੀਰ ਨੂੰ ਦੇ ਦਿੱਤਾ ਹੈ। ਸ਼ਸਤਰ ਵਸਤਰ ਹੈ ਸਹਤ ਉਦਾਰੇ। ਤੇ ਆਪਦੀ ਪੋਸ਼ਾਕ ਵੀ ਦੇ ਦਿੱਤੀ, ਕਲਗੀ ਵੀ ਦੇ ਦਿੱਤੀ, ਸਿਰ ਦਾ ਤਾਜ ਵੀ ਦੇ ਦਿੱਤਾ ਹੈ। ਦੇਹਰ ਬੰਸ ਕਹਿਓ ਅਬ ਜਾਹੋ। ਤੇ ਸਭ ਕੁਝ ਦੇ ਕੇ ਨਾ ਸਾਧ ਸੰਗਤ ਜੀ ਹੁਕਮ ਕਰ ਦਿੱਤਾ ਵੀ ਹੁਣ ਤੂੰ ਇੱਥੋਂ ਚਲਾ ਜਾ, ਤੈਨੂੰ ਵੀ ਮਾਰ ਦੇਣਗੇ ਕਿਉਂਕਿ ਮੈਂ ਤਾਂ ਫੜੇ ਹੀ ਜਾਣਾ ਤੇ ਤੂੰ ਇਸ ਕਰਕੇ ਇੱਥੋਂ ਜਾ ਸਕਦਾ ਹੈ। ਬੈਠ ਸਦਨ ਮਹਿ ਸਭ ਸੋ ਖਾਹੂ। ਤੇ ਤੂੰ ਆਨੰਦ ਮਾਣ, ਆਪਦੇ ਪਰਿਵਾਰ 'ਚ ਰਹਿ ਤੇ ਇੰਨੀ ਮਾਇਆ ਦੌਲਤ ਤੈਨੂੰ ਦੇ ਦਿੱਤੀ ਮੈਂ, ਤੈਨੂੰ ਕਿਸੇ ਦੀ ਨੌਕਰੀ ਕਰਨ ਦੀ ਲੋੜ ਨਹੀਂ, ਸਾਰੀ ਉਮਰ ਬਹਿ ਕੇ ਖੁੱਲ੍ਹਾ ਖਾ ਸਕਦਾ ਹੈ। ਦੇਖ ਕੋ ਚਾਲ ਨਫਰ ਦੁਖ ਪਾਈ। ਉਹ ਜਦੋਂ ਇਹਨੇ ਵੇਖਿਆ ਵੀ ਇਹ ਦਰਸ਼ਕੋ ਤਾਂ ਹੁਣ ਆਪ ਮਰਿਆ ਚਾਹੁੰਦਾ, ਇਹ ਬੜਾ ਪ੍ਰੇਮ ਕਰਦਾ ਸੀ ਦਰਸ਼ਕੋ ਨੂੰ, ਬੜਾ ਵਫਾਦਾਰ ਨੌਕਰ ਸੀ ਇਹਦਾ, ਇਹਨੂੰ ਬੜਾ ਹੀ ਦੁੱਖ ਲੱਗਾ ਦਰਸ਼ਕੋ ਦੀ ਇਹੋ ਜਿਹੀ ਹਾਲਤ ਵੇਖ ਕੇ। ਰੁਦਤ ਆਪਨੇ ਧਾਮ ਸਿਧਾਈ। ਤੇ ਰੋਣ ਲੱਗ ਪਿਆ, ਭੁੱਬਾਂ ਮਾਰਦਾ ਇਹਦਾ ਸੇਵਕ ਦਰਸ਼ਕੋ ਦਾ ਵਿਚਾਰਾ, ਭੁੱਬਾਂ ਮਾਰਦਾ ਰੋਂਦਾ, ਘੋੜੇ ਤੇ ਚੜ੍ਹ ਕੇ ਤੇ ਆਪਦੇ ਘਰ ਨੂੰ ਚਲਾ ਗਿਆ ਹੈ। ਨਿਰਭੈ ਹੋਏ ਕਰ ਦਰਸ਼ਕੋ ਹੋ। ਇਧਰ ਸਾਧ ਸੰਗਤ ਜੀ ਜਿਹੜਾ ਦਰਸ਼ਕੋ ਹੈ ਇਹ ਨਿਰਭੈ ਹੋ ਕਰਕੇ ਉੱਥੇ ਚੌਂਕੜਾ ਮਾਰ ਕੇ ਤੇ ਨੇਤਰ ਬੰਦ ਕੀਤੇ ਹੋਏ ਹੈ ਤੇ ਦਰਗਾਹ ਦੇ ਵਿੱਚ ਬੈਠਾ ਹੋਇਆ ਹੈ। ਬੈਠਿਓ ਬਿਨਸੇ ਮਾਨ ਰੋ ਮੋਹ। ਤੇ ਜਿਹਦੇ ਅੰਦਰੋਂ ਮਾਣ ਤੇ ਮੋਹ ਜਿਹੜਾ ਨਾ ਵਡਿਆਈ ਆਦਿਕ ਉਹ ਬਿਲਕੁਲ ਨਾਸ਼ ਹੋ ਚੁੱਕਾ ਹੈ। ਹਿਤ ਹੀਰਨ ਨਰ ਮਿਲੇ ਕਨੇਰੇ। ਤੇ ਜਦੋਂ ਫਿਰ ਇਹਨੇ ਰੌਲਾ ਪਾ ਦਿੱਤਾ ਵੀ ਆਹ ਬੈਠਾ ਦਰਸ਼ਕੋ, ਜਿੰਨੇ ਪਕੜਨਾ ਪਕੜ ਲਵੇ। ਪਿੰਡ ਦੇ ਫਿਰ ਲੋਕ ਸੀ ਜਿਹੜੇ ਉਹ ਵੇਖਣ ਵੀ ਬਾਦਸ਼ਾਹ ਹਿੰਦੁਸਤਾਨ ਦਾ ਸਾਡੇ ਪਿੰਡ ਵਿੱਚ ਆਇਆ ਬੈਠਾ। ਬੜੇ ਪਿੰਡ ਦੇ ਤੇ ਇਲਾਕੇ ਦੇ ਲੋਕ ਦਰਸ਼ਕੋ ਦਾ ਦਰਸ਼ਨ ਕਰਨ ਵਾਸਤੇ ਵੀ ਵੇਖੀਏ ਤਾਂ ਅਸੀਂ ਰਾਜਾ ਕਿਹੜਾ ਹੁੰਦਾ, ਤਾਂ ਵੇਖਣ ਵਾਸਤੇ ਪਹੁੰਚੇ ਹਨ। ਸਭ ਮਹਿ ਬੋਲ ਉੱਠਿਓ ਤਿਸ ਬੀਰੇ। ਜਦੋਂ ਸਾਰੇ ਇਕੱਠੇ ਹੋਏ ਤੇ ਇਹਨਾਂ ਸਾਰਿਆਂ ਦੇ ਵਿੱਚ ਵੀ ਦਰਸ਼ਕੋ ਨੇ ਉੱਚੀ ਬੋਲਿਆ ਹੈ। ਇਹੋ ਤਨ ਦਰਸ਼ਕੋ ਹੋ ਨਿਹਾਰੂ। ਕਹਿੰਦੇ ਆ ਵੇਖ ਲਓ ਭਾਈ, ਦਰਸ਼ਕੋ ਵੇਖਣਾ ਨਾ, ਆ ਬੈਠਾ ਦਰਸ਼ਕੋ, ਜਿਹਨੇ ਵੇਖਣਾ ਰੱਜ ਕੇ ਵੇਖ ਸਕਦਾ ਹੈ। ਆਈ ਗਹੋਰੇ ਪਚਹਿ ਕਿ ਮਾਰੂ। ਤੇ ਦੁਸ਼ਮਣ ਨੂੰ ਖਬਰ ਕਰ ਦਿਓ ਵੀ ਜਿਹਦਾ ਜੀ ਕਰਦਾ ਚਾਹੇ ਮੈਨੂੰ ਪਕੜ ਲਵੇ, ਚਾਹੇ ਮੈਨੂੰ ਇੱਥੇ ਮਾਰ ਦੇਵੇ, ਮੈਨੂੰ ਰੱਤੀ ਮਾਤਰ ਪ੍ਰਵਾਹ ਨਹੀਂ। ਹੁਣ ਦਰਸ਼ਕੋ ਸਾਧੂਆਂ ਦੇ ਬਾਣੇ 'ਚ ਹੈ, ਰਾਜਾ ਨਹੀਂ। ਰਾਜਾ ਹੁੰਦਾ ਤੇ ਭੱਜਦਾ,
ਜੇ ਮੈਂ ਭੱਜਾਂ ਤੇ ਸਾਧੂਆਂ ਦੀ ਖਫਣੀ ਨੂੰ ਲਾਜ ਲੱਗੇਗੀ, ਮੈਂ ਜਾਨ ਬਚਾ ਕੇ ਭੱਜਾਂਗਾ ਨਹੀਂ। ਸੁਨ ਸੁਨ ਲੋਕ ਸਕਲ ਬਿਸਮਾਈ। ਉਹ ਸੁਣ ਸੁਣ ਕੇ ਜਿੰਨੇ ਲੋਕ ਹੈ ਨਾ ਸਾਧ ਸੰਗਤ ਜੀ ਬੜੇ ਭਾਰੀ ਹੈਰਾਨ ਹੋ ਰਹੇ ਹਨ ਵੀ ਇਹ ਹੱਦ ਹੋ ਗਈ, ਵੀ ਇਹ ਤਾਂ ਬਹੁਤ ਹੀ ਬੇਫਿਕਰ ਹੋਇਆ ਬੈਠਾ, ਇਹਨੂੰ ਮਰਨ ਤੋਂ ਡਰ ਨਹੀਂ ਲੱਗਦਾ ਹੈ। ਕਿਉ ਨਹਿ ਦੁਰੈ ਤਰਾਸ ਕੋ ਪਾਈ। ਤੇ ਸਾਰੇ ਹੈਰਾਨ ਹੁੰਦੇ ਵੀ ਲੁਕਦਾ ਕਿਉਂ ਨਹੀਂ ਦਾਰਸ਼ਕੋ, ਵੀ ਫੌਜ ਤਾਂ ਚਾਰ ਚਫੇਰੇ ਨੂੰ ਲੱਭਦੀ ਫਿਰਦੀ ਹੈ, ਇਹ ਤਾਂ ਕਿਉਂ ਬੇਫਿਕਰ ਹੋ ਚੁੱਕਾ, ਪਹਿਲਾਂ ਭੱਜਾ ਫਿਰਦਾ ਸੀਗਾ ਤੇ ਹੁਣ ਇੱਕੋ ਦਮ ਹੀ ਇਹ ਬੇਖੌਫ ਹੋ ਗਿਆ ਹੈ। ਕੀਤਕ ਗਏ ਸੁਨਾਵਨ ਕਾਰਨ। ਉਹ ਫਿਰ ਕਈ ਜਿਹੜੇ ਸੀ ਹੁੰਦੇ ਆ ਨਗਰਾਂ ਦੇ ਵਿੱਚ ਇਹੋ ਜਿਹੇ, ਉਹ ਫਿਰ ਨਾਮ ਲੈਣ ਵਾਸਤੇ ਫੌਜ ਤੋਂ, ਤੇ ਉਹ ਸੁਣਾਉਣ ਗਏ ਚਲੇ ਫੌਜ ਨੂੰ ਵੀ ਦਾਰਸ਼ਕੋ ਲੱਭ ਗਿਆ ਸਾਡੇ ਪਿੰਡ ਵਿੱਚ। ਉਹ ਕਈਆਂ ਨੇ ਫਿਰ ਜਾ ਕੇ ਫੌਜ ਨੂੰ ਖਬਰ ਕਰ ਦਿੱਤੀ ਹੈ। ਜੋ ਜਹ ਕਹਿ ਫਿਰ ਕਰਹਿ ਨਿਹਾਰਨ। ਤੇ ਇਸ ਕਰਕੇ ਜਿਹੜੇ ਜਿਹੜੇ ਵੇਖ ਵੇਖ ਕੇ ਗਏ ਨਾ ਦਾਰਸ਼ਕੋ ਨੂੰ, ਉਹਨਾਂ ਨੂੰ ਫਿਰ ਜਿਵੇਂ ਜਿਵੇਂ ਅੱਗੇ ਗੱਲ ਲੰਘਦੀ ਇੱਕ ਤੋਂ ਦੂਜੇ ਤੋਂ ਤੀਜੇ, ਹੌਲੀ ਹੌਲੀ ਇਹ ਗੱਲ ਬਹੁਤ ਦੂਰ ਤੱਕ ਚਲੀ ਗਈ ਹੈ। ਨੌਰੰਗ ਕੀ ਉਮਰਾਵ ਬਡੀਰੀ। ਜਿਹੜੇ ਔਰੰਗਜ਼ੇਬ ਦੇ ਸਾਧ ਸੰਗਤ ਜੀ ਉਮਰਾਵ ਸੀ ਨਾ ਵਜ਼ੀਰ, ਜਿਹੜੇ ਫੌਜ ਲੈ ਕੇ ਦਾਰਸ਼ਕੋ ਦੇ ਪਿੱਛੇ ਪਏ ਹੋਏ ਸਨ। ਖੋਜਤ ਲਸ਼ਕਰ ਫਿਰਤ ਘਨੇਰੀ। ਉਹ ਬੜਾ ਭਾਰੀ 1.25 ਲੱਖ ਫੌਜ ਦਾ ਲਸ਼ਕਰ ਜਿਹੜਾ ਸੀ ਉਹ ਦਾਰਸ਼ਕੋ ਦੇ ਪਿੱਛੇ ਹੀ ਸੀਗਾ ਇੱਧਰ ਪੁਆਧ ਦੇ ਦੇਸ਼ ਵਿੱਚ, ਤੇ ਦਾਰਸ਼ਕੋ ਨੂੰ ਲੱਭਦਾ ਫਿਰਦਾ ਹੈ ਸੀ। 300 ਕਹਿਓ ਜਾਏ ਤਤਕਾਲਾ। ਉਹ ਕਿਸੇ ਨੇ ਜਾ ਕੇ ਤੇ ਫੌਜ ਨੂੰ ਦੱਸ ਦਿੱਤਾ ਵੀ ਦਾਰਸ਼ਕੋ ਸਾਡੇ ਪਿੰਡ ਵਿੱਚ ਦਰਗਾਹ ਵਿੱਚ ਬੈਠਾ ਹੋਇਆ ਹੈ। ਸੁਨ ਕਰ ਦੋਰੇ ਕੀਨ ਉਤਾਲਾ। ਉਹਨਾਂ ਬੜੀ ਛੇਤੀ ਕੀਤੀ, ਫੌਜ ਨੇ ਹੱਲੇ ਨਾਲ ਹੀ ਆ ਕੇ ਤੇ ਪਿੰਡ ਨੂੰ ਘੇਰਾ ਪਾ ਲਿਆ ਹੈ। ਸਮਸਰ ਪਰਮ ਹੰਸ ਜਹ ਬੈਸਾ। ਤੇ ਜਦੋਂ ਦਰਗਾਹ ਦੇ ਵਿੱਚ ਇਹ ਤਾਂ ਤਿਆਰੀ ਕਰਕੇ ਵੜੇ ਆ, ਬੰਦੂਕਾਂ ਤੇ ਕਮਾਨ ਤੀਰ ਸ਼ਾਸਤਰ ਬਸਤਰ ਨੇਜੇ ਢਾਲੇ ਲੈ ਕੇ, ਵੀ ਦਾਰਸ਼ਕੋ ਨੂੰ ਫੜਨਾ ਹੈ, ਵੀ ਕੀ ਪਤਾ ਅੱਗੋਂ ਹਮਲਾ ਕਰੇਗਾ। ਪਰ ਜਦੋਂ ਦਰਗਾਹ ਦਾ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਖਫਣੀ ਦੇ ਲਿਬਾਸ, ਭਾਵ ਸਾਧਾਂ ਵਾਲਾ ਲਿਬਾਸ ਧਾਰਿਆ ਹੋਇਆ, ਨੇਤਰ ਬੰਦ ਹੈ, ਚੌਂਕੜਾ ਮਾਰ ਕੇ ਸਾਹਮਣੇ ਦਾਰਸ਼ਕੋ ਬੈਠਾ ਹੋਇਆ ਹੈ। ਨਿਰਭੈ ਤ੍ਰਿਲੋਕੀ ਪਤ ਹੈ ਜੈਸਾ। ਕਹਿੰਦੇ ਜਿਵੇਂ ਵਿਸ਼ਨੂੰ ਭਗਵਾਨ ਬੈਠਾ ਹੁੰਦਾ ਨਾ, ਤਿੰਨਾਂ ਲੋਕਾਂ ਦਾ ਪਤੀ, ਦਾਰਸ਼ਕੋ ਦੇ ਨੇਤਰ ਬੰਦ ਹੈ, ਖਿੜਿਆ ਮੱਥਾ ਹੈ, ਤੇ ਐਨ ਇੱਕ ਰਸ ਸਮਾਧੀ ਲਾ ਕਰਕੇ ਬੈਠਾ ਹੋਇਆ ਹੈ। ਆਨ ਬਿਲੋਕਿਓ ਦੁਸ਼ਟਨ ਧਾਈ। ਸਾਰੇ ਭਾਰੀ ਦੁਸ਼ਟਾਂ ਦੀ ਫੌਜ ਨੇ ਘੇਰਾ ਪਾਇਆ ਦਰਗਾਹ ਨੂੰ, ਤੇ ਆਣ ਦਾਰਸ਼ਕੋ ਨੂੰ ਵੇਖਿਆ ਹੈ। ਗਹਿ ਕਰ ਲੀਨ ਮਤੰਗ ਚੜਾਈ। ਤੇ ਇਹਨੂੰ ਫਿਰ ਦਾਰਸ਼ਕੋ ਨੂੰ ਪਕੜ ਲਿਆ, ਬੇੜੀਆਂ 'ਚ ਜਕੜ ਲਿਆ ਗਿਆ ਦਾਰੇ ਨੂੰ, ਤੇ ਹਾਥੀ ਦੇ ਉੱਪਰ ਚੜ੍ਹਾ ਦਿੱਤਾ। ਬਿਨਾਂ ਹੌਦੀ ਤੋਂ ਬਹਿਣਾ ਬੜਾ ਔਖਾ ਹਾਥੀ ਤੇ ਅੰਬਾਰੀ ਤੋਂ ਬਿਨਾਂ, ਤੇ ਦਾਰਸ਼ਕੋ ਨੂੰ ਇਹਨਾਂ ਨੇ ਹੌਦੀ ਦੇ ਉੱਪਰ ਚੜ੍ਹਾ ਦਿੱਤਾ ਹੈ। ਲੈ ਕਰ ਦਿੱਲੀ ਪੁਰ ਕੋ ਗਏ। ਇਹਦਾ ਮੜਾ ਮੂੰਹ ਪਰਾਂ ਨੂੰ ਕਰਦੇ, ਇਹਨੂੰ ਐਦਾਂ ਵੀ ਕਰਦੇ। ਤੋ ਇੱਦਾਂ ਕਹਿੰਦੇ ਹਾਥੀ ਤੇ ਚੜ੍ਹਾ ਕੇ ਨਾ ਦਾਰਸ਼ਕੋ ਨੂੰ ਇੱਥੋਂ ਦਿੱਲੀ ਨੂੰ ਲੈ ਗਏ ਹਨ। ਦੁਸ਼ਮਨ ਦੁਸ਼ਟ ਹਰਖ ਜਤ ਭਏ। ਜਿਹੜੇ ਦੁਸ਼ਟ ਦੁਸ਼ਮਣ ਹੈ ਨਾ ਦਾਰਸ਼ਕੋ ਦੇ, ਉਹ ਬੜਾ ਭਾਰੀ ਖੁਸ਼ ਹੁੰਦੇ ਆ ਦਾਰਸ਼ਕੋ ਨੂੰ ਕੈਦ ਕੀਤਾ ਵੇਖ ਕੇ, ਇਹਨੂੰ ਪਕੜਿਆ ਜਾਣ ਕੇ ਬੜੇ ਖਿੜ ਖਿੜ ਕੇ ਹੱਸਦੇ ਹਨ। ਆਪ ਆਤਮਾ ਨੌਰੰਗ ਮਹਾ। ਤੇ ਇਧਰ ਜਿਹੜਾ ਪਾਪੀ ਆਤਮਾ ਹੈ ਔਰੰਗਜ਼ੇਬ, ਜਿਹੜਾ ਬੜਾ ਭਾਰੀ ਦੁਸ਼ਟ ਹੈ ਜੀ, ਕਰ ਕੇ ਕੈਦ ਬਿਠਾਇਓ ਤਹਾਂ। ਕਹਿੰਦੇ ਇਸ ਤਰ੍ਹਾਂ ਫਿਰ ਇਹਨੇ ਨਾ ਕੈਦ ਕਰਕੇ ਦਿੱਲੀ ਜਦੋਂ ਔਰੰਗਜ਼ੇਬ ਕੋਲ ਪੇਸ਼ ਕੀਤਾ, ਤੇ ਔਰੰਗਜ਼ੇਬ ਦੇ ਕੋਲ ਪੇਸ਼ ਕਰਨ ਤੋਂ ਬਾਅਦ ਦਾਰਸ਼ਕੋ ਨੂੰ ਭਾਰੀ ਸਖਤ ਪਹਿਰੇ ਹੇਠ ਤੇ ਸਲਾਖਾਂ ਪਿੱਛੇ ਸੁੱਟ ਦਿੱਤਾ ਹੈ। ਦੋਹਰਾ ਹਰਖਿਓ ਨੌਰੰਗ ਦੁਰਮਤੀ। ਕਹਿੰਦੇ ਭੈੜੀ ਮੱਤ ਵਾਲਾ ਜਿਹੜਾ ਔਰੰਗਾ ਹੈ, ਇਹ ਆਪਦੇ ਸਕੇ ਵੱਡੇ ਭਰਾ ਦਾਰਸ਼ਕੋ ਨੂੰ ਫੜਿਆ ਜਾਣ ਕੇ ਵੀ ਹੁਣ ਮੇਰੇ ਕਾਬੂ ਆ ਗਿਆ ਹੈ, ਬੜਾ ਖੁਸ਼ ਹੋਇਆ ਹੈ। ਸ਼ਰਾ ਫਾਸ ਗਰ ਜਾਹੀ। ਕਹਿੰਦੇ ਜਿਹਦੇ ਗਲ ਵਿੱਚ ਸ਼ਰ੍ਹਾ ਦੀ, ਮੁਸਲਮਾਨਾਂ ਵਿੱਚ ਕੱਟੜ ਪੁਣੇ ਦੀ ਫਾਹੀ, ਜਿਸ ਦੇ ਗਲ ਵਿੱਚ ਪੱਕੀ ਪਈ ਹੋਈ ਔਰੰਗੇ ਦੇ। ਚਾਹਤ ਹੱਥ ਵੱਡ ਭਰਾਤ ਕੋ। ਤੇ ਇਹ ਪਾਪੀ ਔਰੰਗਜ਼ੇਬ ਆਪਦੇ ਵੱਡੇ ਧਰਮੀ ਭਰਾ ਨੂੰ ਮਾਰਿਆ ਚਾਹੁੰਦਾ ਛੇਤੀ ਹੀ। ਲੈ ਮਸਲਤ ਸਭ ਪਾਹੇ। ਪਰ ਇਹਨੇ ਸੋਚਿਆ ਵੀ ਜੇ ਮੈਂ ਆਪ ਮਾਰਿਆ ਤੇ ਮੇਰੇ ਤੇ ਦੋਸ਼ ਲੱਗ ਜਾਣਾ ਵੀ ਇਹਨੇ ਮਾਰਿਆ, ਤੇ ਕਿਉਂ ਨਾ ਵੀ ਆਪਾਂ ਸਾਰੀ ਗੱਲ ਹੀ ਕਾਜ਼ੀਆਂ ਤੇ ਸੁੱਟ ਦਈਏ, ਵੀ ਇਹ ਧਰਮ ਦਾ ਮੁੱਦਾ ਬਣਾ ਕੇ ਮਾਰੀਏ ਤੇ ਇਹਦੇ ਨਾਲ ਉਹ ਜਿਹੜਾ ਹੈ ਰੌਲਾ ਨਾ ਪਵੇਗਾ। ਤੋ ਇਹ ਨੀਤੀ ਹੁੰਦੀ ਸਾਧ ਸੰਗਤ ਜੀ, ਵੀ ਕਿਸੇ ਨੂੰ ਜੇ ਸਿੱਧਾ ਮਾਰਦੇ ਆ ਤੇ ਉਹਦਾ ਬੜਾ ਭਾਰੀ ਬਦਗਾਵਤ ਹੁੰਦੀ ਆ ਦੇਸ਼ ਦੇ ਵਿੱਚ। ਉਹ ਫਿਰ ਕੀ ਕਰਦੇ ਆ ਵੀ ਉਹਨੂੰ ਧਰਮ ਦਾ ਖਿਲਾਫ ਜੀ, ਇਹ ਸਾਡੇ ਧਰਮ ਦੇ ਖਿਲਾਫ ਚੱਲਦਾ ਹੈ,
ਇੱਦਾਂ ਦਾ ਮੁੱਦਾ ਬਣਾ ਕੇ ਸ਼ਰ੍ਹਾ ਦੇ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਲਾ ਕੇ ਤੇ ਫਿਰ ਇੱਦਾਂ ਮਾਰ ਦਿੰਦੇ ਸੀਗੇ। ਹੁਣ ਵੀ ਅਜੋਕੇ ਸਮੇਂ ਦੇ ਵਿੱਚ ਜੇ ਕੋਈ ਸਾਧ ਸੰਗਤ ਦੀ ਕਿਸੇ ਕੌਮ ਪੰਥ ਦੇ ਵਿੱਚ ਕੋਈ ਆਗੂ ਪੈਦਾ ਹੋ ਜਾਵੇ ਜਿਹਦੀ ਸਾਰੇ ਗੱਲ ਸੁਣਨ ਲੱਗ ਜਾਣ, ਇਹ ਫਿਰ ਪਹਿਲਾਂ ਉਹਨੂੰ ਬਦਨਾਮ ਕਰਦੇ ਆ। ਜੇ ਸਿੱਧਾ ਮਾਰਦੇ ਆ ਤੇ ਉਹ ਮਰਨ ਤੋਂ ਬਾਅਦ ਸਾਧ ਸੰਗਤ ਜੀ ਸ਼ਹੀਦ ਅਖਵਾਉਂਦਾ, ਫਿਰ ਉਹਦੀਆਂ ਬਰਸੀਆਂ ਮਨਾਉਣਗੇ। ਇਸ ਲਈ ਕੀ ਕਰਦੇ ਵੀ ਪਹਿਲਾਂ ਉਹਨੂੰ ਬਦਨਾਮ ਕਰਦੇ ਆ ਰੱਜ ਕੇ। ਜਦੋਂ ਲੋਕਾਂ ਦੇ ਮਨਾਂ 'ਚੋਂ ਲਹਿ ਜਾਂਦਾ ਫਿਰ ਉਹਨੂੰ ਕੋਈ ਮਾਰ ਦੇਵੇ, ਕੋਈ ਵਿਦਰੋਹ ਨਹੀਂ ਉੱਠਦਾ, ਕੋਈ ਹਿਲਜੁਲ ਨਹੀਂ ਹੁੰਦੀ। ਤੋ ਇਸ ਤਰ੍ਹਾਂ ਇਹ ਇਹੋ ਜਿਹਾ ਮਾਹੌਲ ਜਿਹੜਾ ਅਕਸਰ ਇਹ ਬੜੀ ਪੁਰਾਣੀ ਨੀਤੀ ਚੱਲੀ ਆ ਰਹੀ ਹੈ, ਹੁਣ ਵੀ ਇਹ ਚੱਲਦੀ ਹੈ। ਤਾਂ ਉਹ ਦਾਰਸ਼ਕ ਨੂੰ ਮਾਰਨਾ ਤਾਂ ਚਾਹੁੰਦਾ ਹੈ, ਪਰ ਇਹ ਹੁਣ ਚਾਹੁੰਦਾ ਵੀ ਧਾਰਮਿਕ ਮੁੱਦਾ ਬਣਾ ਕੇ ਮਾਰੀਏ ਤਾਂ ਕਿ ਮੈਂ ਸੱਚਾ ਸਾਬਤ ਹੋਵਾਂ। ਕੋਈ ਇਹ ਨਾ ਆਖੇ ਵੀ ਦਾਰਾਸ਼ਕੋ ਚੰਗਾ ਸੀ ਅਤੇ ਔਰੰਗਜ਼ੇਬ ਨੇ ਮਾੜਾ ਕੀਤਾ। ਤਾਂ ਇਹਨੇ ਸਾਰਿਆਂ ਦੀ ਸਲਾਹ ਲੈਣ ਬਾਰੇ ਖਿਆਲ ਕੀਤਾ ਵੀ ਸਭ ਦੀ ਸਲਾਹ ਲੈ ਕੇ ਇਹਨੂੰ ਮਾਰਿਆ ਜਾਏ। ਚੌਪਈ ਜਹ ਦਰਵੇਸ਼ ਕੇ ਨਿਪੁਨ ਮੁਲਾਨੇ। ਫਿਰ ਇਹਨੇ ਕੀ ਕੀਤਾ, ਜਿੱਥੇ ਸਾਧ ਸੰਗਤ ਜੀ ਕੋਈ ਮੁਸਲਮਾਨਾਂ ਦੇ ਫਕੀਰ ਰਹਿੰਦੇ ਸੀ ਨਾ, ਜਿੱਥੇ ਕੋਈ ਮਲਾਨੇ ਰਹਿੰਦੇ ਸੀ, ਜਿੱਥੇ ਕੋਈ ਕਾਜੀ, ਜਿੱਥੇ ਜਿੱਥੇ ਵੀ ਕੋਈ ਬੈਠੇ ਹੋਏ ਸਨ, ਚੱਲਹਿ ਸ਼ਰ੍ਹਾ ਮਹਿ ਜੋ ਬਹੁ ਮਾਨੇ। ਵੀ ਜਿਹੜੇ ਸ਼ਰ੍ਹਾ ਨੂੰ ਬੜਾ ਮੰਨਦੇ ਸੀਗੇ, ਭਾਵ ਵੀ ਜਿਹੜੇ ਸ਼ਰ੍ਹਾ ਤੋਂ ਬਾਹਰ ਨਹੀਂ ਸੀ, ਕੱਟੜ ਪੁਣੇ ਨੂੰ ਮੰਨਣ ਵਾਲੇ ਜਿਹੜੇ ਮੁਸਲਮਾਨ ਸੀਗੇ, ਉਹ ਕਾਜੀ, ਮੁੱਲੇ, ਫਕੀਰ ਲੋਕ ਜਿਹੜੇ ਸ਼ਰ੍ਹਾ ਦੇ ਕਾਨੂੰਨ ਨੂੰ ਮੰਨਦੇ ਸਨ। ਸਭ ਕੇ ਨਿਕਟ ਪਠਾਵਨ ਕਰਿਓ। ਇਹਨੇ ਕੀ ਕੀਤਾ, ਔਰੰਗੇ ਨੇ ਬੜੀ ਚਲਾਕੀ ਨੀਤੀ ਵਰਤੀ। ਇੱਕ ਚਿੱਠੀ ਲਿਖ ਕੇ ਤੇ ਜਿੰਨੇ ਚੰਗੇ ਚੰਗੇ ਤਗੜੇ ਮੁਸਲਮਾਨ ਮਲਾਣੇ ਸੀਗੇ, ਕਾਜੀ ਸੀਗੇ, ਵੱਡੇ ਫਕੀਰ ਲੋਕ ਸੀਗੇ, ਜਿਹੜੇ ਔਰੰਗਜ਼ੇਬ ਦੀ ਸੋਚ ਵਾਲੇ ਸਨਗੇ, ਕੱਟੜ ਸਨਗੇ ਤੇ ਦਾਰਸ਼ਕੋ ਦੇ ਖਿਲਾਫ ਸੀਗੇ, ਉਹਨਾਂ ਸਾਰਿਆਂ ਨੂੰ ਇਹਨੇ ਚਿੱਠੀਆਂ ਭੇਜੀਆਂ ਹਨ। ਲਿਖ ਕਾਗਦ ਭਰਾਤਾ ਜਿਮ ਧਰਿਓ। ਤੇ ਉਹ ਜਿਵੇਂ ਫਿਰ ਉਹ ਕਾਗਜ਼ ਤੇ ਚਿੱਠੀ 'ਚ ਲਿਖ ਦਿੱਤਾ ਵੀ ਮੈਂ ਫੜ ਲਿਆ ਆ ਇਹਨੂੰ, ਦਾਰਸ਼ਕੋ ਨੂੰ। ਸਾਰੀ ਖਬਰ ਉਹਨੇ ਮਲਾਣਿਆਂ ਨੂੰ, ਕਾਜ਼ੀਆਂ ਨੂੰ, ਕੱਟੜ ਪੰਥੀਆਂ ਨੂੰ ਲਿਖ ਭੇਜੀ ਹੈ। ਸ਼ਰ੍ਹਾ ਵਹਿਰ ਐਸੇ ਇਹ ਚੱਲਿਓ। ਤੇ ਚਿੱਠੀ 'ਚ ਲਿਖਿਆ ਵੀ ਮੈਂ ਤਾਂ ਇਹ ਆਪਦੇ ਭਰਾ ਨੂੰ ਫੜਿਆ ਵੀ ਵੇਖੋ ਮੇਰਾ ਸਕਾ ਭਰਾ ਆ, ਤੇ ਵੇਖੋ ਵੀ ਮੈਂ ਧਰਮੀ ਐਡਾ ਆ ਵੀ ਮੈਂ ਆਪਦੇ ਸਕੇ ਭਰਾ ਦਾ ਲਿਹਾਜ਼ ਨਹੀਂ ਜੇ ਕੀਤਾ ਵੀ ਇਹ ਧਰਮ ਤੋਂ ਬਾਹਰ ਜਾਂਦਾ ਸੀ। ਤੇ ਮੈਂ ਹੈ ਤਾਂ ਸਾਰੀ ਰੌਲਾ ਤਾਂ ਤਖਤ ਦਾ ਸੀ ਸਾਰਾ, ਪਰ ਇਹਨੇ ਇਹ ਆਖਿਆ ਵੀ ਵੇਖੋ ਵੀ ਮੈਂ ਐਡਾ ਧਰਮੀ ਆ ਵੀ ਮੈਂ ਆਪਦੇ ਸਕੇ ਭਰਾ ਦੀ ਵੀ ਪ੍ਰਵਾਹ ਨਹੀਂ ਕੀਤੀ। ਮੇਰਾ ਭਰਾ ਧਰਮ ਤੋਂ ਬਾਹਰ ਚੱਲਿਆ ਤੇ ਮੈਂ ਆਪਦੇ ਭਰਾ ਨੂੰ ਪਕੜਿਆ ਜਿਉਂਦੇ ਨੂੰ, ਤੇ ਤੁਹਾਡੇ ਧਰਮੀਆਂ ਦੇ ਪੇਸ਼ ਕਰ ਰਿਹਾ ਹਾਂ। ਅਬ ਲੋ ਸੰਕਟ ਨਹਿ ਕੋ ਮਿਲਿਓ। ਪਰ ਇਹ ਜੱਡਾ ਵੱਡਾ ਪਾਪੀ ਹੈ ਦਾਰਸ਼ਕੋ, ਅਜੇ ਤੱਕ ਇਹਨੂੰ ਇਹਦੀ ਕੋਈ ਸਜ਼ਾ ਨਹੀਂ ਮੈਂ ਦਿੱਤੀ ਹੈ। ਮਾਰਨ ਉਚਿਤ ਲਖੋ ਬੁੱਧ ਸਾਥ। ਵੀ ਤੁਸੀਂ ਹੁਣ ਦੱਸੋ ਵੀ ਮੈਂ ਤੁਹਾਡੇ ਤੇ ਗੱਲ ਸਾਰੀ ਸੁੱਟਦਾ, ਕਾਜੀਓ, ਮਲਾਣਿਓ, ਤੁਸੀਂ ਬੜੇ ਧਰਮੀ ਲੋਕ ਹੋ, ਤੁਹਾਡਾ ਸਾਰੇ ਧਰਮ ਦੇ ਤੁਸੀਂ ਆਗੂ ਹੋ ਮੁਸਲਮਾਨਾਂ ਦੇ ਵਿੱਚ, ਤੁਸੀਂ ਦੱਸੋ ਵੀ ਇਹ ਦਾਰਸ਼ਕੋਂ ਨੂੰ ਰੱਖਿਆ ਜਾਏ ਕਿ ਮਾਰ ਦਿੱਤਾ ਜਾਏ। ਵੀ ਮੇਰੀ ਬੁੱਧ ਅਨੁਸਾਰ ਤਾਂ ਇਹ ਬਹੁਤ ਵੱਡਾ ਪਾਪੀ ਹੈ, ਸ਼ਰ੍ਹਾ ਤੋਂ ਬਾਹਰ ਚੱਲਦਾ, ਇਹ ਮੁਸਲਮਾਨ ਧਰਮ ਵਾਸਤੇ ਬੜਾ ਵੱਡਾ ਖਤਰਾ ਪੈਦਾ ਕਰ ਰਿਹਾ ਦਾਰਸ਼ਕੋ, ਤੇ ਤੁਸੀਂ ਦੱਸੋ ਵੀ ਇਹਨੂੰ ਕਿਸ ਤਰ੍ਹਾਂ ਮਾਰਿਆ ਜਾਵੇ, ਇਹਨੂੰ ਕਿਹੜੀ ਸਜ਼ਾ ਦੇਣੀ ਚਾਹੀਦੀ ਹੈ। ਲਿਖੋ ਨਿਸ਼ਾਨੀ ਨਿਜ ਨਿਜ ਹਾਥ। ਤੇ ਆਪੋ ਆਪਣੇ ਹੱਥਾਂ ਨਾਲ ਤੁਸੀਂ ਮੈਨੂੰ ਲਿਖ ਕੇ ਭੇਜੋ, ਸਲਾਹ ਦਿਓ ਵੀ ਸ਼ਰ੍ਹਾ ਦੇ ਅਨੁਸਾਰ ਦਾਰਸ਼ਕੋ ਦੀ ਕਿਹੜੀ ਸਜ਼ਾ ਬਣਦੀ ਹੈ, ਤੇ ਆਪੋ ਆਪਣੇ ਦਸਤਖਤ ਕਰਕੇ ਦਿਓ ਮੈਨੂੰ ਵੀ ਕੱਲ੍ਹ ਨੂੰ, ਤਾਂ ਕਿ ਤੁਹਾਡੀ ਸਹਿਮਤੀ ਨਾਲੇ ਕਤਲ ਕੀਤਾ ਜਾ ਸਕੇ। ਐਦਾਂ ਇਹਨੇ ਸਾਰਿਆਂ ਕਾਜ਼ੀਆਂ, ਮੁੱਲਿਆਂ ਦੇ, ਹਿੰਦੁਸਤਾਨ ਦੇ ਤਗੜੇ ਤਗੜੇ ਜਿਹੜੇ ਫਕੀਰ ਸਨ, ਉਹਨਾਂ ਦੇ ਦਸਤਖਤ ਮੰਗਵਾਏ ਹੈ ਤੇ ਉਹਨਾਂ ਦੀ ਸਲਾਹ ਚਿੱਠੀਆਂ ਮੰਗਵਾਈਆਂ ਹਨ। ਸੁਨ ਨੋ ਰੰਗ ਕੋ ਸਵਾਲ ਮੁਲਾਨੇ। ਹੁਣ ਜਦੋਂ ਸੰਗਤ ਜੀ ਇਹਨੇ ਸਵਾਲ ਪਾ ਦਿੱਤਾ ਔਰੰਗਜ਼ੇਬ ਨੇ, ਤੇ ਸਾਰਿਆਂ ਨੇ ਔਰੰਗਜ਼ੇਬ ਦੀਆਂ ਚਿੱਠੀਆਂ ਪੜ੍ਹੀਆਂ ਹਨ। ਮੂਡ ਜਿਨਹਿ ਖੁਦਾਈ ਕੋ ਜਾਣੇ। ਕਹਿੰਦੇ ਜਿਹੜੇ ਮੂਰਖ ਸੀ ਨਾ, ਬੜੇ ਕੱਟੜਪੰਥੀ, ਸ਼ਰ੍ਹਾ ਦੇ ਕਾਨੂੰਨ ਨੂੰ ਮੰਨਣ ਵਾਲੇ, ਔਰੰਗਜ਼ੇਬ ਦੀ ਸੋਚ ਰੱਖਣ ਵਾਲੇ ਜਿਹੜੇ ਪਾਪੀ ਕਾਜੀ ਮੁੱਲਾ ਸਨਗੇ, ਮਾਰਨ ਉਚਿਤ ਲਿਖ ਲਿਖ ਦੀਨ। ਉਹਨਾਂ ਨੇ ਨਾ ਚਾਪਲੂਸੀ ਕਰਦੇ ਸੀ ਔਰੰਗੇ ਦੀ, ਉਹਨਾਂ ਲਿਖਤੀਆਂ ਚਿੱਠੀਆਂ ਵੀ ਹਾਂ ਬਾਦਸ਼ਾਹ ਸਲਾਮਤ, ਅਸੀਂ ਸਹਿਮਤ ਹਾਂ, ਇਹੋ ਜਿਹੇ ਦਾਰਸ਼ਕੋ ਵਰਗੇ ਪਾਪੀ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈ, ਇਹਨੂੰ ਤੁਰੰਤ ਕਤਲ ਕਰ ਦੇਣਾ ਚਾਹੀਦਾ ਹੈ। ਨੋ ਰੰਗ ਕੋ ਡਰ ਔਰ ਬਹੁ ਕੀਨ। ਉਹ ਕਵੀ ਜੀ ਕਹਿੰਦੇ ਨਾ ਸਾਰਿਆਂ ਨੇ ਲਿਖ ਕੇ ਦੇ ਦਿੱਤਾ ਵੀ ਦਾਰਸ਼ਕੋ ਨੂੰ ਮਾਰ ਦਿੱਤਾ ਜਾਏ, ਕਿਉਂਕਿ ਸਾਰੇ ਔਰੰਗੇ ਤੋਂ ਬੜਾ ਡਰਦੇ ਸੀ ਵੀ ਜੇ ਖਿਲਾਫਤ ਕੀਤੀ
ਤੇ ਔਰੰਗਜ਼ੇਬ ਨੇ ਸਾਡੇ ਦਿਵਾਲੇ ਹੋ ਜਾਣਾ ਹੈ। ਜੇ ਲੋਭੀ ਲੰਪਟ ਕੁੜਿਆਰੇ। ਫਿਰ ਜਿਹੜੇ ਕੋ ਲਾਲਚੀ ਸਨ ਉਹਨਾਂ ਨੇ ਮਾਇਆ ਲੈਣ ਪਿੱਛੇ ਲਿਖ ਲਿਖ ਕੇ ਭੇਜ ਦਿੱਤਾ। ਕੋਈ ਝੂਠੇ ਸੀ, ਉਹ ਸਾਧ ਸੰਗਤ ਜੀ ਜਿੰਨੇ ਲੁੱਚੇ ਲੰਡੇ ਸਨ ਕਾਜੀ ਬਣੇ ਹੋਏ ਉਹਨਾਂ ਸਾਰਿਆਂ ਦਸਤਖਤ ਕਰ ਦਿੱਤੇ। ਜਿਵੇਂ ਸੰਤਾਂ ਨੂੰ ਨਹੀਂ ਸ਼ਹੀਦ ਕਰਾਉਣ ਪਿੱਛੇ ਇਹਨਾਂ ਵੀ ਕੀਤੇ ਹੀ ਇਹਨਾਂ ਦਸਤਕ ਕੇਂਦਰਾਂ ਨੂੰ। ਇਹਨਾਂ ਨੂੰ ਇਹ ਸੀ ਵੀ ਜੇ ਅੱਗੇ ਆਇਆ ਤਾਂ ਫਿਰ ਸਾਡਾ ਕੀ ਬਣਨਾ। ਉਹ ਬਸ ਇੱਦਾਂ ਹੀ ਵੇਖੋ ਵੀ ਇੰਦਰਾ ਗਾਂਧੀ ਨੇ ਵੀ ਐਂ ਕੀਤਾ ਸੀ। ਉਹਨੂੰ ਇਹ ਡਰ ਸੀ ਵੀ ਜੇ 84 ਵਿੱਚ ਅਟੈਕ ਕੀਤਾ ਸੰਤਾਂ ਨੂੰ ਤਾਂ ਸ਼ਹੀਦ ਕਰ ਦਿਆਂਗੀ ਮੈਂ, ਚਲੋ ਫੌਜ ਲਾ ਕੇ। ਪਰ ਉਦੋਂ ਬਾਅਦ ਜੇ ਇਹਨਾਂ ਜਿਨ੍ਹਾਂ ਨੇ ਮੋਰਚਾ ਲਾਇਆ ਵੀ ਜੇ ਅਕਾਲੀ ਦਲ ਨੇ ਇੱਥੇ ਮੋਰਚਾ ਆਰੰਭ ਕਰ ਦਿੱਤਾ, ਫਿਰ ਵੀ ਇੱਕ ਬਕਾਇਦਾ ਸਿਆਸਤੀ ਪਾਰਟੀ ਹੈ ਅਤੇ ਕੀ ਬਣੇਗਾ, ਫਿਰ ਵੱਡਾ ਵਿਦਰੋਹ ਪੈਦਾ ਹੋਏਗਾ। ਉਹ ਇਹਨਾਂ ਫਿਰ ਕਹਿੰਦੇ ਵੀ ਜਦੋਂ ਪੁੱਛਿਆ ਇੰਦਰਾ ਗਾਂਧੀ ਨੇ 21 ਮਈ ਨੂੰ ਜਹਾਜ਼ 'ਤੇ ਚੜ੍ਹ ਕੇ ਗਏ ਆ ਸਾਰੇ ਦਿੱਲੀ, ਜਿੰਨਾ ਲੌਂਗਲਾਣਾ ਜਿਹੜੇ ਜਿਨ੍ਹਾਂ ਨੂੰ ਇੱਥੇ ਆਇਆਂ ਨੂੰ ਪੰਥ ਕਹਿੰਦੇ ਆ ਅਤੇ ਲੰਮੇ ਹੀ ਪੈ ਜਾਂਦੇ ਕਈ ਤਾਂ ਉਹਨਾਂ ਦੇ ਚਰਨਾਂ 'ਤੇ ਵੀ ਸਾਡਾ ਤਾਂ ਖਰੇ ਪੰਥ ਹੀ ਇਹ ਹੈ। ਅਤੇ ਇਹਨਾਂ ਨੇ ਕੀ ਕੀਤਾ, ਉਹ ਚਿੱਠੀਆਂ ਅਜੋਕੇ ਸਮੇਂ ਵਿੱਚ ਵੀ ਉਹ ਬਕਾਇਦਾ ਹੈ ਸਬੂਤ ਜਿਹੜੇ ਆ। ਅਤੇ ਉਹ ਕਹਿੰਦੇ ਵੀ ਉਹਨੇ ਫਿਰ ਪੁੱਛਿਆ ਵੀ ਤੁਹਾਡੀ ਕੀ ਰਾਏ ਹੈ ਲੌਂਗੋਵਾਲ ਵਰਗਿਆਂ ਨੂੰ ਵੀ ਜੇ ਅਸੀਂ ਕੋਈ ਐਕਸ਼ਨ ਕਰੀਏ। ਉਹ ਕਹਿੰਦਾ ਨਾ ਜੀ ਸਾਡੇ ਤਾਂ ਵੱਸੋਂ ਬਾਹਰ ਹੈ, ਤਾਂ ਅਸੀਂ ਕਦੋਂ ਦਾ ਅਸੀਂ ਤਾਂ ਕਹਿੰਦੇ ਪਏ ਵੀ ਤੁਸੀਂ ਕਰੋ ਹਮਲਾ, ਵੀ ਜੋ ਮਰਜ਼ੀ ਕਰੋ, ਵੀ ਇਹ ਗਲਾਵਾਂ ਸਾਡੇ ਗਲੋਂ ਲਾ, ਵੀ ਅਸੀਂ ਉਦੋਂ ਬਾਅਦ ਨਹੀਂ ਬੋਲਦੇ, ਪਰ ਇਹਨੂੰ ਫੜੋ ਕੈਦ ਕਰੋ, ਸਾਡੇ ਤਾਂ ਵੱਸੋਂ ਇਹ ਬਾਹਰ ਹੋਇਆ ਫਿਰਦਾ। ਅਤੇ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਇਹਨਾਂ ਸਾਰਿਆਂ ਦਸਤਖਤ ਕੀਤੇ ਸੀ ਵੀ ਅਸੀਂ ਇਦੋਂ ਬਾਅਦ ਕੋਈ ਮੋਰਚਾ ਨਹੀਂ ਲਾਵਾਂਗੇ, ਜੋ ਮਰਜ਼ੀ ਕਰ ਸਕਦੇ। ਇਹਨਾਂ ਨੇ ਫਿਰ ਹਮਾਇਤ ਦਿੱਤੀ ਅਤੇ ਐਂ ਕਿਸੇ ਦੇ ਧਾਰਮਿਕ ਸਥਾਨ 'ਤੇ ਜਿੱਡੀ ਮਰਜ਼ੀ ਕੋਈ ਦੇਸ਼ ਦੀ ਕੋਈ ਅਹੁਦੇ 'ਤੇ ਹੋਵੇ, ਦੇਸ਼ ਦਾ ਕਿੱਡਾ ਮਰਜ਼ੀ ਤਾਕਤਵਰ ਪ੍ਰਾਣੀ ਹੋਵੇ, ਕਿਸੇ ਦੇ ਧਾਰਮਿਕ ਸਥਾਨ 'ਤੇ ਹਮਲਾ ਕਰਨ ਲੱਗਿਆ। ਉਹ ਅਸਕਰ ਮੰਤਰੀ ਸੀ, ਪ੍ਰਧਾਨ ਮੰਤਰੀ, 110 ਦੇਸ਼ਾਂ ਦੀ ਪ੍ਰਧਾਨ ਸੀ। ਐਡੀ ਮੂਰਖਤਾ ਹੈ ਨਹੀਂ ਸੀ ਵੀ ਸਿੱਧਾ ਅਟੈਕ ਕੀਤਾ। ਇਹ ਪਹਿਲਾਂ ਇਹਨਾਂ ਸਾਰਿਆਂ ਨੂੰ ਭਰੋਸੇ 'ਚ ਲਿਆ ਹੈ। ਇਹਨਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਅੰਦਰਲਾ ਜ਼ਹਿਰ ਜਿਹੜਾ ਸੀ ਈਰਖਾ ਦਾ ਉਗਲ ਕੇ ਬਾਹਰ ਆਇਆ ਵੀ ਜੋ ਮਰਜ਼ੀ ਕਰੋ। ਉਹ ਫਿਰ ਲਿਖ ਕੇ ਦਿੱਤਾ ਅਤੇ ਬਾਅਦ ਵਿੱਚ ਫਿਰ ਉਹ 84 ਦਾ ਅਟੈਕ ਹੋਇਆ ਅਤੇ ਸੰਤਾਂ ਨੂੰ ਸ਼ਹੀਦ ਕੀਤਾ। 10-15 ਹਜ਼ਾਰ ਜਿਹੜੇ ਮਜਲੂਮ ਜਿਹੜੇ ਅੰਦਰ ਸੀਗੇ ਨਿਹੱਥੇ ਵਿਚਾਰੇ ਸਿੱਖ ਦਰਸ਼ਨ ਕਰਨਗੇ ਉਹ ਵੀ ਮਾਰੇ, ਸ਼ਹੀਦ ਕੀਤੇ ਇਹਨਾਂ ਨੇ। ਤੋ ਇਹ ਸਾਰੀ ਜਿਹੜੀ ਕਾਰਜਗੁਜ਼ਾਰੀ ਬਸ ਉਹੀ ਖੇਡ ਵਰਤੀ ਵੀ ਉਹ ਇਹਨੇ ਪੁੱਛਿਆ ਪਹਿਲਾਂ ਔਰੰਗਜ਼ੇਬ ਨੇ ਵੀ ਜਿਹੜੇ ਧਰਮੀ ਲੋਕ ਹੈ ਵੀ ਉਹ ਕੀ ਤੁਹਾਡੀ ਕੀ ਰਾਏ ਆ ਵੀ ਕੀ ਕੀਤਾ ਜਾਣਾ ਚਾਹੀਦਾ। ਉਹ ਕਹਿੰਦੇ ਜੀ ਇਹ ਤਾਂ ਧਰਮ ਤੋਂ ਬਾਹਰ ਚੱਲ ਰਿਹਾ ਦਾਰਸ਼ਕੋ, ਅਤੇ ਸਾਡੇ ਤਾਂ ਹੱਥ ਖੜ੍ਹੇ, ਅਸੀਂ ਤਾਂ ਕਿ ਇਹਨਾਂ ਨੂੰ ਤੁਰੰਤ ਵੱਢ ਦੇਣਾ ਚਾਹੀਦਾ, ਮਾਰ ਦੇਣਾ ਚਾਹੀਦਾ। ਇੱਦਾਂ ਚਿੱਠੀਆਂ ਅਤੇ ਥੱਲੇ ਦਸਤਖਤ ਹਿੰਦੁਸਤਾਨ ਦੇ ਸਾਰੇ ਕਾਜ਼ੀਆਂ ਨੇ ਮੁੱਲਿਆਂ ਨੇ ਕਰਕੇ ਤੇ ਰੰਗੇ ਨੂੰ ਲਿਖ ਕੇ ਦੇ ਦਿੱਤਾ ਹੈ। ਲਿਖਿਓ ਸਭਨ ਦੀਜਹ ਇਸ ਮਾਰੇ। ਤੇ ਉਹ ਕਹਿੰਦੇ ਸਭ ਨੇ ਲਿਖ ਕੇ ਦੇ ਦਿੱਤਾ ਵੀ ਇਹਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ। ਚਾਪਲੂਸੀ ਕਰਦਿਆਂ ਭਲਾ ਮਾਨਸ ਬਾਦਸ਼ਾਹ ਮਰਨ ਵਾਸਤੇ ਇਹਨਾਂ ਸੈਨ ਦਸਤਖਤ ਕਰ ਦਿੱਤੇ ਹੈ। ਦੇਸ਼ ਵਿਦੇਸ਼ਨ ਜਹ ਕਹਿ ਸਾਰੇ। ਇੱਦਾਂ ਕਹਿੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਕਿੱਥੇ ਸਾਰੇ ਹੀ ਲਿਖ ਲਿਖ ਪਠ ਦੀਨੇ ਹਲਕਾਰੇ। ਉਹ ਲਿਖ ਲਿਖ ਕੇ ਹਲਕਾਰੇ ਭੇਜ ਦਿੱਤੇ ਆ ਅਤੇ ਚਿੱਠੀਆਂ ਆ ਗਈਆਂ ਵੀ ਔਰੰਗਜ਼ੇਬ ਕੋਈ ਗੱਲ ਨਹੀਂ ਤੂੰ ਇਹਨੂੰ ਮਾਰ ਸਕਦਾ ਹੈ। ਅਹੰ ਬ੍ਰਹਮ ਬੋਲਨ ਇਹ ਕੀਨ। ਕਿਉਂਕਿ ਇਹਨੇ ਅਹੰ ਬ੍ਰਹਮ ਕਹਿਣਾ ਕੀਤਾ ਵੀ ਮੈਂ ਆਤਮਾ ਹੀ ਬ੍ਰਹਮ ਹੈ। ਇਹ ਦਾਰਸ਼ਕੋਂ ਨੇ ਆਪਦੇ ਆਪ ਨੂੰ ਖੁਦਾ ਜਾਂ ਖੁਦਾ ਦੀ ਅੰਸ਼ ਕਰਕੇ ਜਣਾਉਣਾ ਕੀਤਾ ਹੈ। ਬਨਿਓ ਖੁਦਾਏ ਆਪ ਕੋ ਚੀਨ। ਵੀ ਆਪਦੇ ਆਪ ਹੀ ਖੁਦਾਏ ਬਣਿਆ ਨੇ ਆਪਦੇ ਆਪ, ਕਿਉਂਕਿ ਦਾਰਸ਼ਕੋ ਕਹਿੰਦਾ ਸੀ ਨਾ ਵੀ ਮੈਂ ਹੀ ਵੀ ਸਰੀਰ ਨਾਸ਼ਵੰਤ ਹੈ, ਮੈਂ ਸਰੀਰ ਥੋੜ੍ਹਾ ਆ, ਮੈਂ ਤਾਂ ਆਤਮਾ ਆ ਅਤੇ ਆਤਮਾ ਹੀ ਖੁਦਾ ਦਾ ਰੂਪ ਹੈ। ਕਿਉਂਕਿ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਸੀ ਦਾਰਸ਼ਕੋ ਨੂੰ। ਇਹ ਰੌਲਾ ਪਾਉਂਦੇ ਸੀ ਵੀ ਇਹ ਕਿਉਂ ਕਹਿੰਦਾ ਵੀ ਮੈਂ ਖੁਦਾ ਦਾ ਰੂਪ ਹਾਂ, ਕਿਉਂਕਿ ਉਹ ਸਾਧ ਸੰਗਤ ਜੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਜਦੋਂ ਕਿਸੇ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਉਹ ਸਰੀਰ ਦੇ ਉੱਪਰ ਉਹ ਫਿਰ ਟੇਕ ਛੱਡ ਕੇ ਆਤਮਾ ਦਾ ਨਿਸ਼ਚਾ ਕਰ ਲੈਂਦੀ ਉਹਦੀ ਬਿਰਤੀ। ਫਿਰ ਉਹ ਸਰੀਰ ਨਹੀਂ, ਉਹ ਫਿਰ ਬ੍ਰਹਮ ਸਰੂਪ ਜਣਾ ਆਪਦੇ ਆਪ ਨੂੰ ਸਮਝਣ ਲੱਗ ਜਾਂਦਾ। ਠੀਕ ਹੈ, ਹੰਕਾਰ ਨਹੀਂ ਕਰਨਾ ਚਾਹੀਦਾ, ਦਾਸ ਬਣ ਕੇ ਰਹਿਣਾ ਚਾਹੀਦਾ, ਸਭ ਕੁਝ ਪ੍ਰਾਪਤ ਹੁੰਦਿਆਂ ਹੋਇਆਂ ਵੀ ਪਰਮੇਸ਼ਰ ਦੇ। ਇਹ ਰੌਲਾ ਪਾਉਣ ਲੱਗਿਆ ਵੀ ਇਹ ਦਾਰਸ਼ਕੋ ਨੇ ਆਪਦੇ ਆਪ ਨੂੰ ਖੁਦਾ ਆਖਿਆ ਵੀ ਮੈਂ ਖੁਦਾ ਦੀ ਅੰਸ਼ ਹੈ, ਕਿਉਂਕਿ ਹੈ ਤਾਂ ਮਨ ਤੋਂ ਜੋਤ ਸਰੂਪ ਹੈ, ਵੀ ਹੈ ਤਾਂ ਕਹੋ ਕਬੀਰ ਇਹੋ ਬ੍ਰਹਮ ਕੀ ਅੰਸ਼। ਵੀ ਇਹ ਮਨੁੱਖ ਜੇ ਆ ਸਰੀਰ ਦੀ ਟੇਕ ਆਪਾਂ ਛੱਡ ਦਈਏ ਅਤੇ ਜੇ ਵਿਚਲੀ ਖੇਡ ਸਮਝ ਲਈਏ ਤਾਂ ਫਿਰ ਤਾਂ ਬੰਦਾ ਪਰਮੇਸ਼ਰ ਹੈ ਨਾ। ਉਹ ਦਾਰਸ਼ਕੋ ਫਿਰ ਸਮਝ ਗਿਆ ਸੀ ਸਾਰੀ ਖੇਡ। ਇਹ ਸ਼ਰੇਆਮ ਕਹਿਣ ਲੱਗ ਪਿਆ ਸੀ ਵੀ ਆਹ ਬੈਠਾ ਵੀ ਖੁਦਾ ਦਾ ਜਿਹੜਾ ਹੈ ਅੰਸ਼ ਆਤਮਾ ਕਹੋ ਇੱਦਾਂ ਪਰਮਾਤਮਾ। ਤੋ ਇਹਨਾਂ ਕਾਜ਼ੀਆਂ ਆਖਿਆ ਵੀ ਇਹ ਕੌਣ ਹੁੰਦਾ ਹੈ
ਇਹ ਖੁਦਾ ਦਾ ਸ਼ਰੀਕ ਬਣਦਾ ਹੈ ਦਾਰਸ਼ਕੋ, ਇਹਨੂੰ ਤੁਰੰਤ ਮਾਰ ਦੇਣਾ ਚਾਹੀਦਾ ਹੈ। ਇਸਕੀ ਅਪਰ ਸਜਾਏ ਨ ਕੋਈ। ਇਹਨਾਂ ਲਿਖਿਆ ਮੁੱਲਾਂ ਨੇ, ਕਾਜ਼ੀਆਂ ਮੁਲਾਣਿਆਂ ਵੀ, ਬਾਦਸ਼ਾਹ ਔਰੰਗਜ਼ੇਬ ਦਾਰਸ਼ਕੋ ਦੀ ਹੋਰ ਕੋਈ ਨਹੀਂ ਸਜ਼ਾ ਹੋਣੀ ਚਾਹੀਦੀ ਹੈ। ਹਤ ਸਮਸ਼ੀਰ ਪ੍ਰਾਨ ਦਿਹੁ ਖੋਈ। ਇਹਦਾ ਇੱਕੇ ਝਟਕੇ ਨਾਲ ਸਿਰ ਕਲਮ ਕਰ ਦੇਣਾ ਚਾਹੀਦਾ ਹੈ। ਇਹਨੂੰ ਇਸ ਤਰ੍ਹਾਂ ਤਲਵਾਰ ਦੀ ਧਾਰ ਨੰਗਾ ਕੇ ਮਾਰਨਾ ਚਾਹੀਦਾ ਹੈ। ਅਰਥੀ ਗਨਦਰ ਵੇਸ ਮੁਲਾਨੇ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਸਾਰਿਆਂ ਨੇ ਅਰਜ਼ੀਆਂ ਭੇਜ ਦਿੱਤੀਆਂ ਹਨ। ਲਿਖ ਲਿਖ ਦੀਨ ਤਰਾਸ ਕੋ ਮਾਨੇ। ਸਾਧ ਸੰਗਤ ਜੀ ਇਦਾਂ ਫਿਰ ਇਹਨਾਂ ਸਾਰਿਆਂ ਮੁਲਾਨਿਆਂ ਨੇ ਡਰ ਮੰਨ ਕੇ ਨਾ ਔਰੰਗਜ਼ੇਬ ਦਾ ਤੇ ਚਿੱਠੀਆਂ ਲਿਖ ਲਿਖ ਕੇ ਔਰੰਗਜ਼ੇਬ ਨੂੰ ਭੇਜ ਦਿੱਤੀਆਂ ਹਨ। ਜੇ ਨਿਸੰਗ ਮਗ ਲਖਿਓ ਖੁਦਾਈ। ਪਰ ਜਿਹੜੇ ਕਈ ਇਹੋ ਜਿਹੇ ਸਾਧੂ ਸੀਗੇ ਮੁਸਲਮਾਨਾਂ ਵਿੱਚ, ਜਿਹੜੇ ਨਿਸ਼ੰਗ ਵੀ, ਜਿਹੜੇ ਪ੍ਰਵਾਹ ਨਹੀਂ ਸੀ ਕਰਦੇ ਕਿਸੇ ਦੀ, ਜਿਹੜੇ ਕੇਵਲ ਤੇ ਕੇਵਲ ਇੱਕ ਅੱਲਾ ਨੂੰ, ਖੁਦਾ ਨੂੰ ਮੰਨਦੇ ਸੀ। ਅੱਲਾ ਤੋਂ ਬਿਨਾਂ, ਖੁਦਾ ਤੋਂ ਬਿਨਾਂ ਜਿਹੜੇ ਕਿਸੇ ਦਾ ਡਰ ਨਹੀਂ ਮੰਨਦੇ ਸਨ। ਨਹੀਂ ਤਰਾਸ ਨੋ ਰੰਗ ਤੇ ਪਾਈ। ਚਿੱਠੀਆਂ ਉਹਨਾਂ ਕੋਲ ਵੀ ਗਈਆਂ ਔਰੰਗਜ਼ੇਬ ਦੀਆਂ ਵੀ ਤੁਸੀਂ ਦੱਸੋ। ਉਹਨਾਂ ਨੇ ਔਰੰਗਜ਼ੇਬ ਦਾ ਰੱਤੀ ਮਾਤਰ ਵੀ ਡਰ ਨਹੀਂ ਮੰਨਿਆ ਹੈ। ਤਿਨਹੁ ਸਾਚ ਲਿਖ ਕਾਗਦ ਪਠੇ। ਉਹਨਾਂ ਨੇ ਸੰਗਤ ਜੀ ਕਾਗਜ਼ਾਂ ਉੱਪਰ ਆਪੋ ਆਪਣੀ ਰਹਿ ਲਿਖ ਕੇ ਭੇਜ ਦਿੱਤੀ ਹੈ। ਚਿਤ ਮਹਿ ਦੁਖੀ ਭਇਓ ਜਿਨ ਪਠੇ। ਉਹ ਜਦੋਂ ਪੜ੍ਹਿਆ ਨਾ ਚਿੱਠੀਆਂ, ਜਿਹੜੇ ਚੰਗੇ ਦਰਵੇਸ਼ ਸਾਧੂ ਸੀ, ਉਹਨਾਂ ਦੀਆਂ ਚਿੱਠੀਆਂ ਔਰੰਗੇ ਕੋਲ ਪਹੁੰਚੀਆਂ। ਔਰੰਗਜ਼ੇਬ ਪੜ੍ਹ ਕੇ ਬੜਾ ਦੁਖੀ ਹੋਇਆ ਹੈ। ਸਭ ਬਿਦ ਦਾਰਸ ਕੋ ਸੁਜਾਨਾ। ਉਹ ਚਿੱਠੀਆਂ 'ਚ ਲਿਖਿਆ ਸੀ ਵੀ ਔਰੰਗਜ਼ੇਬ ਤੂੰ ਧੱਕਾ ਕਰ ਰਿਹਾ ਹੈ, ਦਾਰਸ਼ਕੋ ਸਭ ਤਰ੍ਹਾਂ ਕਰਕੇ ਸਿਆਣਾ ਹੈ, ਇਹਦੇ 'ਚ ਕੋਈ ਕਮੀ ਨਹੀਂ। ਜਿਹੋ ਜਿਹੀਆਂ ਤੋਹਮਤਾਂ ਤੁਸੀਂ ਲਾ ਰਹੇ ਹੋ, ਇਹ ਕੇਵਲ ਤੇ ਕੇਵਲ ਇੱਕ ਰਾਜਨੀਤੀ ਹੈ ਤੇ ਤੁਸੀਂ ਤਖਤ ਦੀ ਭੁੱਖ ਕਰਕੇ ਭਲੇ ਮਾਨਸ ਸਾਧੂ ਨੂੰ ਕਤਲ ਕਰਨ ਲੱਗੇ ਹੋ। ਕਹਿੰਦੇ ਕਈ ਮਹਾਂਪੁਰਖਾਂ, ਬੰਦਗੀ ਵਾਲੇ ਸਾਧੂਆਂ ਨੇ ਔਰੰਗਜ਼ੇਬ ਦਾ ਡਰ ਨਾ ਮੰਨਿਆ ਤੇ ਚਿੱਠੀਆਂ ਲਿਖ ਭੇਜੀਆਂ ਹਨ। ਪ੍ਰਾਨ ਹਾਨ ਕੀ ਉਚਿਤ ਨ ਜਾਨਾ। ਵੀ ਉਹਨਾਂ ਨੇ ਜਾਣਿਆ ਵੀ ਇਹ ਦਾਰਸ਼ਕੋ ਮਾਰਨਾ ਚਾਹੀਦਾ। ਕਹਿੰਦੇ ਨਹੀਂ ਔਰੰਗਜ਼ੇਬ, ਤੈਨੂੰ ਇਹਨੂੰ ਮਾਰਨਾ ਨਹੀਂ ਚਾਹੀਦਾ, ਇਹਨੂੰ ਛੱਡ ਦੇਣਾ ਚਾਹੀਦਾ। ਅੱਲਾ ਤੋਂ ਡਰਨਾ ਕਰ, ਪਾਪ ਨਾ ਕਰ ਤੂੰ। ਜੋ ਜਿਸ ਕੋ ਹੋਵਹਿ ਦੁਖਦਾਈ। ਤੇ ਜੇ ਤੂੰ ਇਹਨੂੰ ਮਾਰਿਆ ਤੇ ਤੈਨੂੰ ਵੱਡਾ ਦੁੱਖ ਮਿਲੇਗਾ। ਭਾਵ ਵੀ ਜੇ ਤੂੰ ਸ਼ਰ੍ਹਾ ਤੇ ਚੱਲਣ ਦੀ ਗੱਲ ਕਰਦਾ ਹੈ ਤੇ ਸ਼ਰ੍ਹਾ ਤਾਂ ਆਪ ਇਹ ਗੱਲ ਕਹਿੰਦੀ ਹੈ ਵੀ ਜਿਹੜਾ ਕਿਸੇ ਨੂੰ ਅਕਾਰਨ ਦੁੱਖ ਦਿੰਦਾ ਹੈ, ਜਿਹੜਾ ਕਿਸੇ ਨੂੰ ਨਜਾਇਜ਼ ਦੁਖੀ ਕਰਦਾ ਹੈ, ਨਜਾਇਜ਼ ਤਪਾਉਂਦਾ, ਦੁੱਖ ਦਿੰਦਾ, ਸਾੜਦਾ ਹੈ। ਸ਼ਰ੍ਹਾ ਬੀਚ ਸੋ ਉਚਿਤ ਸਜਾਈ। ਤੇ ਸ਼ਰ੍ਹਾ ਦੇ ਅਨੁਸਾਰ ਤਾਂ ਸਜ਼ਾ ਉਹਨੂੰ ਮਿਲਣੀ ਚਾਹੀਦੀ ਜਿਹੜਾ ਕਿਸੇ ਨਿਹੱਕੇ ਤੇ ਵਾਰ ਕਰਦਾ ਹੈ, ਜਿਹੜਾ ਕਿਸੇ ਜਿਹੜਾ ਦੋਸ਼ਾ ਹੈ ਉਹਨੂੰ ਤੰਗ ਕਰੇ ਕੋਈ। ਤੇ ਸ਼ਰ੍ਹਾ ਤਾਂ ਔਰੰਗਜ਼ੇਬ ਆਪ ਇਹ ਗੱਲ ਕਹਿੰਦੀ ਹੈ ਵੀ ਜਿਹੜਾ ਬੇਦੋਸ਼ਿਆਂ ਨਾਲ ਧੱਕਾ ਕਰੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਸਾਥੋਂ ਪੁੱਛੇ ਨਾ ਤੇ ਤਲਵਾਰ ਨਾਲ ਸਿਰ ਵੱਢਣ ਦਾ ਹੱਕਦਾਰ ਤਾਂ ਤੂੰ ਹੈ, ਦਾਰਸ਼ਕੋ ਨਹੀਂ। ਐਦਾਂ ਉਹਨਾਂ ਨੇ ਬੇਫਿਕਰ ਹੋ ਕੇ, ਜਿਹੜੇ ਕੋਈ ਪ੍ਰਵਾਹ ਨਾ ਹੀ ਕਿਸੇ ਕਰੀ ਬਾਝ ਸੱਚੇ ਨਾ ਹੈ, ਜਿਹੜੇ ਕੋਈ ਬੰਦਗੀ ਵਾਲੇ ਸਨ, ਉਹਨਾਂ ਨੇ ਚਿੱਠੀਆਂ ਲਿਖ ਦਿੱਤੀਆਂ ਹਨ। ਹਿਮ ਲਿਖ ਵਿਰਲੇ ਸੰਤਨ ਭੇਜਾ। ਕਿਸੇ ਵਿਰਲੇ ਪੂਰੇ ਸਾਧੂ ਨੇ ਸੰਗਤ ਜੀ ਇਹ ਚਿੱਠੀਆਂ ਲਿਖ ਕੇ ਤੇ ਔਰੰਗੇ ਨੂੰ ਭੇਜ ਦਿੱਤੀਆਂ ਹਨ। ਜਿਸ ਪੜ ਦੁਖ ਜਨ ਫਟਤ ਕਰੀਜਾ। ਔਰੰਗੇ ਦਾ ਕਲੇਜਾ ਪਾਟ ਗਿਆ ਜਦੋਂ ਇਹਨੇ ਸਾਧੂਆਂ ਕਈਆਂ ਦੇ ਬੋਲ ਸੁਣੇ ਆ ਵੀ ਤੂੰ ਸਿਰ ਤਾਂ ਤੇਰਾ ਵੱਢਣਾ ਚਾਹੀਦਾ, ਤੂੰ ਦਾਰਸ਼ਕੋ ਨਾਲ ਬਿਲਕੁਲ ਧੱਕਾ ਕਰ ਰਿਹਾ ਹੈ। ਲਿਖਤ 300 ਅਪਰ 72। ਉਹ ਸਾਧ ਸੰਗਤ ਜੀ ਕੀ ਸੀ ਵੀ 372 ਇਹੋ ਜਿਹੀਆਂ ਚਿੱਠੀਆਂ ਸਨ। ਜਹ ਕਹਿ ਤੇ ਭੇਜੇ ਕਹਿ ਉੱਤਰ। ਵੀ 372 ਚਿੱਠੀਆਂ ਆ ਗਈਆਂ ਜਿੱਥੋਂ 4 ਚਫੇਰੇ ਕੋਈ ਭੇਜੇ ਸੀ ਨਾ ਇਹਨੇ ਬੰਦੇ ਆਪਦੇ, ਉਹ 372 ਚਿੱਠੀਆਂ ਵਿੱਚ ਇਹ ਲਿਖਿਆ ਆਇਆ ਹੈ। ਬੇਮੁਹਤਾਜੇ ਸੰਤ ਜੇ ਪੂਰੇ। ਵੀ ਜਿਹੜੇ ਬੇਮੁਹਤਾਜ ਸੰਤ ਸੀ ਨਾ, 372 ਸੰਤ ਇਹੋ ਜਿਹੇ ਸੀ ਇਸਲਾਮ ਦੇ ਵਿੱਚ ਜਿਨ੍ਹਾਂ ਨੇ ਇਹ ਲਿਖਿਆ ਵੀ ਦਾਰਸ਼ਕੋ ਨੂੰ ਕਤਲ ਨਾ ਕਰ, ਇਹ ਤੂੰ ਵੱਡਾ ਪਾਪ ਕਰ ਰਿਹਾ ਔਰੰਗਜ਼ੇਬ, ਤੂੰ ਧੱਕਾ ਕਰ ਰਿਹਾ, ਇਹ ਜ਼ੁਲਮ ਹੈ ਜ਼ਰਾਸਰ, ਪਾਪੀ ਹੈ ਤੂੰ। ਉਹ 372 ਸਾਧੂ ਇਹੋ ਜਿਹੇ ਸੀ ਸਾਧ ਸੰਗਤ ਜੀ ਜਿਨ੍ਹਾਂ ਨੇ ਔਰੰਗਜ਼ੇਬ ਦੀ ਖਿਲਾਫਤ ਕੀਤੀ ਹੈ, ਇਹਦਾ ਵਿਰੋਧ ਕੀਤਾ ਹੈ। ਤਿਨਹੁ ਨ ਲਿਖਿਓ ਕਹਿਓ ਤਿਸ ਕੂਰੇ। ਇਹਨਾਂ ਨੇ ਫਿਰ ਸਾਧ ਸੰਗਤ ਜੀ ਝੂਠ ਆਖਿਆ ਹੈ, ਇਹ ਔਰੰਗਜ਼ੇਬ ਨੂੰ ਝੂਠਾ, ਫਰੇਬੀ ਤੇ ਮਕਾਰ ਲਿਖਿਆ ਚਿੱਠੀਆਂ ਦੇ ਵਿੱਚ। ਮਹਾ ਦੁਸ਼ਟ ਹੋਇਓ ਜਹ ਸਾਚਾ। ਇਹਨਾਂ ਲਿਖਿਆ ਵੀ ਤੂੰ ਦੁਸ਼ਟ ਹੈ ਔਰੰਗਜ਼ੇਬ, ਤੂੰ ਸ਼ਰ੍ਹਾ ਦਾ ਆਸਰਾ ਲੈ ਕੇ ਤੇ ਭਰਾ ਨੂੰ ਕਤਲ ਕਰਕੇ ਸੱਚਾ ਹੋਇਆ ਚਾਹੁੰਦਾ ਹੈ। ਲਿਖਿਓ ਸ਼ਰੀਅਨ ਕੋ ਸਭ ਬਾਚਾ। ਤੇ ਇਹਨਾਂ ਨੇ ਸਾਧ ਸੰਗਤ ਜੀ ਚਲੋ ਸਾਰਾ ਲਿਖਿਆ, ਜਿਹੜੀਆਂ ਚਿੱਠੀਆਂ ਸ਼ਰਈਆਂ ਦੀਆਂ ਆਈਆਂ
ਉਹ ਸਾਰੀਆਂ ਰੰਗੇ ਨੇ ਪੜ੍ਹੀਆਂ ਹਨ। ਜਿਨਹੁ ਜਥਾ ਰਥ ਬਾਕ ਬਖਾਨੇ। ਜਿਨ੍ਹਾਂ ਨੇ ਸਤ ਸੰਗ ਦੀ ਯਥਾਰਥ ਸੱਚਾ ਵਚਨ ਕੀਤਾ ਸੀ ਵੀ ਦਾਰਸ਼ਕੋ ਬੇਦੋਸ਼ ਹੈ, ਤੈਨੂੰ ਛੱਡਣਾ ਚਾਹੀਦਾ ਹੈ, ਦਾਰਸ਼ਕੋ ਨੂੰ ਕਤਲ ਨਹੀਂ ਕਰਨਾ ਚਾਹੀਦਾ ਹੈ। ਪੱਖੀ ਦਾਰਸ ਕੋਹੁ ਸੁਜਾਨੇ। ਇਹਨੇ ਕੀ ਕੀਤਾ, ਉਹ 372 ਸਾਧੂ ਜਿਨ੍ਹਾਂ ਨੇ ਚਿੱਠੀਆਂ ਲਿਖੀਆਂ ਵੀ ਦਾਰਸ਼ਕੋ ਬੇਦੋਸ਼ ਹੈ, ਤੂੰ ਇਹਨੂੰ ਛੱਡ ਦੇ, ਪਾਪ ਕਰਦਾ ਹੈ। ਇਹ ਪਾਪੀ ਔਰੰਗਜ਼ੇਬ ਨੇ ਜਿਹੜੇ ਉਹ ਬੋਲਿਆ ਤਾਂ ਵਿਚਾਰਿਆਂ ਨੇ ਸੱਚ, ਪਰ ਇਹ ਔਰੰਗਜ਼ੇਬ ਨੇ ਜਾਣਿਆ ਵੀ ਸਾਰੇ ਹੀ ਦਾਰਸ਼ਕੋ ਦੀ ਹਮਾਇਤ ਕਰਨ ਵਾਲੇ ਹੈ ਤੇ ਦਾਰਸ਼ਕੋ ਦੇ ਬੜੇ ਪੱਖੀ ਹਮਾਇਤੀ ਬਣਦੇ ਹੈ। ਤਿਨ ਕੇ ਸਾਥ ਵਿਰੋਧ ਬਧਾਇਓ। ਇਹ ਰੰਗਾ ਫਿਰ ਉਹਨਾਂ ਦੇ ਵੈਰ ਪੈ ਗਿਆ ਵਿਚਾਰਿਆਂ ਦੇ। 372 ਸਾਧੂ ਮਹਾਂਪੁਰਖ ਜਿਹੜੇ ਪੂਰੇ ਬੰਦਗੀ ਵਾਲੇ ਸਨਗੇ, ਬੜੀ ਅਵਸਥਾ ਵਾਲੇ ਬ੍ਰਹਮ ਗਿਆਨੀ, ਬੜੇ ਪੁੱਜੇ ਹੋਏ ਸੰਤ। ਇਹ ਔਰੰਗਜ਼ੇਬ ਪਾਪੀ ਵੀ, ਇਹਨੇ ਉਹਦੀ ਹਮਾਇਤ ਕਿਉਂ ਕੀਤੀ ਦਾਰੇ ਦੀ? ਇਹ ਫਿਰ ਉਹਨਾਂ ਵਿਚਾਰਿਆਂ ਸਾਧਾਂ ਦੇ ਵੈਰ ਪੈ ਗਿਆ ਹੈ। ਕੀਤਿਕ ਕੋ ਗਹਿ ਗਹਿ ਮਰਵਾਇਓ। ਇਹਨੇ ਫਿਰ ਬੜਿਆਂ ਸਾਧੂਆਂ ਨੂੰ ਪਕੜਿਆ, ਜਿਨ੍ਹਾਂ ਦੀਆਂ ਚਿੱਠੀਆਂ ਆਈਆਂ ਉਹਨਾਂ ਨੂੰ ਕੈਦ ਕੀਤਾ, ਜ਼ਹਿਰ ਦੇ ਦੇ ਕੇ ਮਾਰਿਆ, ਪੁੱਠੇ ਕਰਕੇ ਖੱਲਾਂ ਲਵਾਈਆਂ, ਬੰਦ ਕਰਕੇ ਵੱਢਣੇ ਸ਼ੁਰੂ ਕਰ ਦਿੱਤੇ ਹੈ। ਸਨਮਦ ਨਾਮ ਏਕ ਦਰਵੇਸ਼। ਇਦਾਂ ਸਾਧ ਸੰਗਤ ਜੀ ਫਿਰ ਇਹਨੇ ਉਹ ਜਿੰਨੇ ਸਾਧ ਸੀ ਜਿਨ੍ਹਾਂ ਨੇ ਦਾਰਸ਼ਕੋ ਦੀ ਹਮਾਇਤ ਕੀਤੀ, ਇਹਨੇ ਸਾਰੇ ਗ੍ਰਿਫਤਾਰ ਕਰਕੇ ਤੇ ਮਾਰੇ ਵਢਾਏ, ਕੱਲੇ ਕਤਲ ਕੀਤੇ। ਇੰਨੇ ਇਹਨੇ ਸਾਧੂਆਂ ਨੂੰ ਕਤਲ ਕੀਤਾ ਔਰੰਗਜ਼ੇਬ ਨੇ। ਫਿਰ ਇੱਕ ਫਕੀਰ ਸੀਗਾ ਬਹੁਤ ਪੂਰਨ, ਜਿਹੜਾ ਕਹਿ ਲਓ ਪੂਰਾ ਸੂਰਾ, ਸਰਮਦ ਕਰਕੇ ਉਹਨੂੰ ਸਰਮਦ ਵੀ ਕਹਿ ਦਿੰਦੇ ਆ, ਉਹਦਾ ਨਾਮ ਸ਼ਰਮਦ ਕਰਕੇ ਕਵੀ ਜੀ ਨੇ ਲਿਖਿਆ ਹੈ। ਰਹਿ ਪੁਰੀ ਮਹਿ ਮਸਤ ਵਿਸ਼ੇਸ਼। ਉਹ ਸੰਗਤ ਜੀ ਦਿੱਲੀ ਵਿੱਚ ਹੀ ਰਹਿੰਦਾ ਸੀ ਸਰਮਦ ਕਰਕੇ, ਤੇ ਬੜਾ ਮਸਤ ਸਾਧੂ ਸੀਗਾ ਵੀ ਉਹ ਬੇਫਿਕਰ ਹੋ ਕੇ ਰਹਿੰਦਾ ਹੈ। ਪ੍ਰਭ ਕੇ ਰੰਗ ਰਚਿਓ ਨਿਤ ਰਹਿ। ਤੇ ਉਹ ਸਾਧ ਸੰਗਤ ਜੀ ਸਦਾ ਪਰਮੇਸ਼ਰ ਦੇ ਨਾਮ ਰੰਗ ਵਿੱਚ ਹੀ ਰਚਿਆ ਰਹਿੰਦਾ ਸੀ ਤੇ ਮਸਤ ਸੀਗਾ। ਉਹ ਨਹੀਂ ਪ੍ਰਵਾਹ ਨਹੀਂ ਸਾਰਾ ਦਿਨ ਗਲੀਆਂ 'ਚ ਤੁਰੇ ਫਿਰਨਾ। ਮਤਲਬ ਖੁਦ ਇਤਿਹਾਸਕਾਰਾਂ ਲਿਖਿਆ ਵੀ ਉਹ ਨਾਂਗਾ ਸਾਧੂ ਸੀਗਾ ਤੇ ਬੇਪਰਵਾਹ ਸਾਧ ਸੀਗਾ ਤੇ ਦਿੱਲੀ ਦੀਆਂ ਗਲੀਆਂ ਵਿੱਚ ਤੁਰਿਆ ਫਿਰਦਾ ਸੀ। ਕਬ ਕਬ ਮੌਜ ਆਪਣੀ ਕਹਿ। ਤੇ ਜਦੋਂ ਕਿਤੇ ਮੌਜ ਦੇ ਵਿੱਚ ਆਇਆ ਕਰਨਾ ਨਾ ਉਹਨੇ, ਉਹ ਸਰਮਦ ਫਕੀਰ ਨੇ, ਤੇ ਦਿੱਲੀ ਵਿੱਚ ਭਾਵੇਂ ਦਾਰਸ਼ਕੋ ਨੂੰ ਕੈਦ ਕੀਤਾ ਹੋਇਆ ਸੀ ਔਰੰਗਜ਼ੇਬ ਨੇ, ਤੇ ਉਹ ਸਰਮਦ ਫਕੀਰ ਨੇ ਦਿੱਲੀ ਦੀਆਂ ਗਲੀਆਂ ਵਿੱਚ ਉੱਚੀ ਉੱਚੀ ਇੱਦਾਂ ਗਾਉਂਦੇ ਫਿਰਨਾ, ਉੱਚੀ ਉੱਚੀ ਇੱਦਾਂ ਆਖਦੇ ਫਿਰਿਆ ਕਰਨਾ। ਦਾਰਸ਼ਕੋ ਸ਼ਾਹ ਹਮ ਕੀਨ। ਕਹਿੰਦਾ ਵੀ ਅਸੀਂ ਨਾ ਸਾਧੂਆਂ ਨੇ ਦਾਰਸ਼ਕੋ ਨੂੰ ਆਖੇ ਬਾਦਸ਼ਾਹ ਬਣਾ ਦਿੱਤਾ ਹੈ। ਵੀ ਉਹਨੇ ਗਲੀ ਦਿੱਲੀ ਦੀਆਂ ਗਲੀਆਂ 'ਚ ਕਹਿੰਦੇ ਫਿਰਨਾ ਵੀ ਅਸੀਂ ਦਾਰਸ਼ਕੋ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਿੱਤਾ ਹੈ। ਸਰਤਨ ਅਬਿਨਾਸੀ ਤਿਸ ਦੀਨ। ਵੀ ਇਕੱਲੇ ਹਿੰਦੁਸਤਾਨ ਦਾ ਬਾਦਸ਼ਾਹ ਨਹੀਂ, ਦਾਰਸ਼ਕੋ ਨੂੰ ਅਸੀਂ ਸਾਰੇ ਸੰਸਾਰ ਦਾ ਬਾਦਸ਼ਾਹ ਬਣਾ ਦਿੱਤਾ ਹੈ। ਉਹਨੂੰ ਇਹੋ ਜਿਹਾ ਰਾਜ ਭਾਗ ਬਖਸ਼ਿਆ ਹੈ ਜਿਹੜਾ ਕਦੇ ਨਾਸ਼ ਨਹੀਂ ਹੋਣ ਵਾਲਾ, ਬਨਾਸ਼ੀ ਹੈ। ਸੁਨ ਸੁਨ ਅਬ ਰੰਗ ਕੋ ਨਰ ਕਹਿ। ਉਹ ਜਿਹੜੇ ਔਰੰਗਜ਼ੇਬ ਦੇ ਬੰਦੇ ਸੀ ਉਹ ਜਾ ਕੇ ਆਖਿਆ ਕਰਨਗੇ ਵੀ ਔਰੰਗਜ਼ੇਬ ਇੱਕ ਇੱਥੇ ਮਸਤ ਸਾਧੂ ਫਿਰਦਾ ਦਿੱਲੀ ਦੀਆਂ ਗਲੀਆਂ 'ਚ, ਤੇ ਤੂੰ ਕਹਿੰਦਾ ਵੀ ਮੈਂ ਫੜ ਲਿਆ ਹੈ ਦਾਰਸ਼ਕੋ ਨੂੰ, ਤੇ ਉਹ ਤਾਂ ਦਿੱਲੀ ਦੀਆਂ ਗਲੀਆਂ 'ਚ ਰੌਲਾ ਪਾਉਂਦਾ ਫਿਰਦਾ ਵੀ ਜਿਹੜਾ ਬਾਦਸ਼ਾਹ ਅਸਲੀ ਹੈ ਉਹ ਦਾਰਸ਼ਕੋ ਹੈ, ਤੇ ਜਿਹੜਾ ਝੂਠਾ ਹੈ, ਪਾਪੀ ਹੈ, ਰੰਗਾ ਪਾਪੀ ਹੈ, ਤੇ ਦਾਰਸ਼ਕੋ ਹਿੰਦੁਸਤਾਨ ਦਾ ਬਾਦਸ਼ਾਹ, ਉਹ ਸਾਰੇ ਸੰਸਾਰ ਦਾ ਬਾਦਸ਼ਾਹ। ਅਸੀਂ ਅਗੇ ਦਾਰਸ਼ਕੋ ਨੂੰ ਅਵਿਨਾਸ਼ੀ ਰਾਜ ਬਖਸ਼ ਦਿੱਤਾ ਜਿਹੜਾ ਨਾਸ਼ ਨਹੀਂ ਹੋ ਸਕਦਾ। ਵੀ ਤੂੰ ਕਹਿੰਦਾ ਵੀ ਦਿੱਲੀ ਦਾ ਬਾਦਸ਼ਾਹ ਤੂੰ ਹੈ, ਪਰ ਇੱਕ ਫਕੀਰ ਦਿੱਲੀ ਦੀਆਂ ਗਲੀਆਂ 'ਚ ਕਹਿੰਦਾ ਸੁਣਿਆ ਹੈ ਵੀ ਹਿੰਦੁਸਤਾਨ ਕੀ ਸਾਰੇ ਸੰਸਾਰ ਦਾ ਬਾਦਸ਼ਾਹ ਦਾਰਸ਼ਕੋ ਹੈ। ਰਿਸ਼ਤੀ ਜਰਾ ਅਧਿਕ ਦੁਖ ਸਹ। ਕਹਿੰਦੇ ਫਿਰ ਔਰੰਗਜ਼ੇਬ ਬੜਾ ਦੁਖੀ, ਰੋਜ਼ ਹੀ ਖਬਰਾਂ ਆਇਆ ਕਰਨ ਵੀ ਅੱਜ ਫਲਾਣੀ ਗਲੀ ਵਿੱਚ ਉਹ ਗਾਉਂਦਾ ਸੁਣਿਆ, ਅੱਜ ਫਲਾਣੀ ਗਲੀ ਵਿੱਚ ਸਰਮਦ ਫਕੀਰ ਨੂੰ ਅਸੀਂ ਰੌਲਾ ਪਾਉਂਦਾ ਸੁਣਿਆ। ਤੇ ਔਰੰਗਜ਼ੇਬ ਸੁਣ ਕੇ ਬੜਾ ਦੁਖੀ ਹੁੰਦਾ ਹੈ। ਜਿਤ ਕਿਤ ਪੂਰਨ ਸੰਤ ਮਹਾਨੇ। ਫਿਰ ਇਹਨੇ ਕੀ ਕੀਤਾ ਵੀ ਜਿੱਧਰ ਕਿੱਧਰ ਦਿੱਲੀ 'ਚ ਕੀ ਸਾਰੇ ਹਿੰਦੁਸਤਾਨ ਵਿੱਚ ਜਿਹੜੇ ਪੂਰੇ ਸੂਰੇ ਸੰਤ ਮਹਾਂਪੁਰਖ ਸਨ, ਤਿਨ ਤੇ ਸੁਨਹਿ ਪ੍ਰਾਤ ਜਸ ਕਾਨੇ। ਇਹ ਸਾਰਿਆਂ ਤੋਂ ਫਿਰ ਕੰਨਾਂ ਦੇ ਵਿੱਚ ਵਡਿਆਈ ਸੁਣਦਾ ਵੀ ਜਿੰਨੇ ਪੂਰੇ ਸਾਧੂ ਸੀਗੇ ਉਹ ਸਾਰੇ ਹਿੰਦੁਸਤਾਨ 'ਚ ਹੀ ਦਾਰਸ਼ਕੋ ਦੀ ਵਡਿਆਈ ਗਾਉਣ ਲੱਗ ਪਏ। ਜਿਹੜੇ ਕੋਈ ਦੂਜੇ ਲੋਕ ਸੀਗੇ ਚਾਪਲੂਸ, ਉਹ ਤਾਂ ਹਿੰਦੁਸਤਾਨ ਦਾ ਬਾਦਸ਼ਾਹ ਔਰੰਗੇ ਨੂੰ ਮੰਨਦੇ ਸਨ, ਪਰ ਜਿਹੜੇ ਕੋਈ ਸਾਧੂ ਪੂਰੇ ਸਨਗੇ ਉਹ ਸਾਰੇ ਦਾਰਸ਼ਕੋ ਦੇ ਗੁਣ ਗਾਉਣ ਲੱਗ ਪਏ। ਸਾਰੇ ਹਿੰਦੁਸਤਾਨ ਵਿੱਚ ਰੌਲਾ ਪੈ ਗਿਆ ਵੀ ਜਿੱਥੇ ਕਿੱਥੇ ਕੋ ਹੁਣ ਜਿਹੜੇ ਸਾਧੂਆਂ ਨੂੰ ਸੰਗਤ ਮੰਨਦੀ ਸੀ ਉਹ ਵੀ ਫਿਰ ਦਾਰਸ਼ਕੋ ਦਾ ਪੱਖ ਕਰਨ ਲੱਗ ਪਈ।
ਜਦੋਂ 4 ਚਫੇਰੇ ਇਹ ਔਰੰਗਜ਼ੇਬ ਨੇ ਦਾਰਸ਼ਕੋ ਦੀ ਸੋਭਾ ਸੁਣੀ ਹੈ ਪਾਏ ਕਸ਼ਟ ਕੋ ਚਿਤ ਰਿਸ ਭੀਨਾ। ਤੇ ਕਹਿੰਦੇ ਇਹਦਾ ਮਨ ਬੜਾ ਹੀ ਗੁੱਸੇ ਹੋਇਆ। ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਫਿਰਦਾ ਆਪਦੇ ਆਪ, ਪਰ ਇਹਨੂੰ ਸਾਧੂ ਨਹੀਂ ਮੰਨਦੇ ਬਾਦਸ਼ਾਹ। ਔਰੰਗਜ਼ੇਬ ਪਾਪੀ ਦਾ ਬੜਾ ਮਨ ਦੁਖਿਆ ਹੈ। ਤਬ ਦੁਰਮਤੀ ਹੁਕਮ ਕਰ ਦੀਨਾ। ਇਹਨੇ ਫਿਰ ਗੁੱਸੇ ਦੇ ਮਾਰੇ ਨੇ ਸਾਧ ਸੰਗਤ ਜੀ ਆਪਦਿਆਂ ਜਿਹੜੇ ਨਾਲ ਦੇ ਸੈਨਿਕ ਫੌਜ ਹੈ ਉਹਨੂੰ ਹੁਕਮ ਕਰ ਦਿੱਤਾ ਹੈ। ਰਾਸਭ ਪਰ ਚੜਾਈ ਲੈ ਜਾਵੋ। ਕਹਿੰਦੇ ਕੌਣ ਕਹਿੰਦਾ ਵੀ ਦਾਰਸ਼ਕੋ ਹਿੰਦੁਸਤਾਨ ਦਾ ਬਾਦਸ਼ਾਹ? ਕਹਿੰਦੇ ਮਹਾਰਾਜ ਦਿੱਲੀ ਦੀਆਂ ਗਲੀਆਂ 'ਚ ਸਾਧੂ ਸਰਮੱਦ ਵਰਗੇ ਕਹਿੰਦੇ ਫਿਰਦੇ। ਕਹਿੰਦੇ ਵਿਖਾਓ ਸਰਮੱਦ ਨੂੰ ਵੀ ਦਾਰਸ਼ਕੋ ਬਾਦਸ਼ਾਹ ਨਹੀਂ, ਦਾਰਸ਼ਕੋ ਨੂੰ ਅਸੀਂ ਕੱਖ ਜੋਗਾ ਨਹੀਂ ਛੱਡਿਆ। ਦਾਰਸ਼ਕੋ ਨੂੰ ਗਧੇ 'ਤੇ ਬਾਓ, ਗਲ 'ਚ ਪਾਓ ਜੁੱਤੀਆਂ ਦਾ ਹਾਰ ਦਾਰੇ ਦੇ, ਤੇ ਇਹਨੂੰ ਸਾਰੀ ਦਿੱਲੀ ਦੀਆਂ ਗਲੀਆਂ ਵਿੱਚ ਗੇੜਾ ਕਢਾਓ, ਪਤਾ ਲੱਗ ਜਾਵੇ ਦਿੱਲੀ ਦੇ ਲੋਕਾਂ ਨੂੰ ਵੀ ਹਿੰਦੁਸਤਾਨ ਦਾ ਬਾਦਸ਼ਾਹ ਦਾਰਸ਼ਕੋ ਹੈ ਕਿ ਔਰੰਗਜ਼ੇਬ ਹੈ। ਇਹਨੇ ਦਾਰਸ਼ਕੋ ਆਪਦੇ ਸਕੇ ਵੱਡੇ ਭਰਾ ਨੂੰ ਗਧੇ 'ਤੇ ਬਹਾ ਕੇ ਤੇ ਗਲ 'ਚ ਜੁੱਤੀਆਂ ਪਾ ਕੇ ਤੇ ਸਾਰੀ ਦਿੱਲੀ ਦੀਆਂ ਗਲੀਆਂ 'ਚ ਫੇਰਨ ਦਾ ਹੁਕਮ ਦੇ ਦਿੱਤਾ ਹੈ। ਚਾਹੋਂ ਦਿਸ ਪੁਰ ਕੇ ਬਿਦਤ ਫਿਰਾਵਹੁ। ਇਹ ਸਾਰੇ ਕਹਿੰਦਾ ਵੀ ਦਿੱਲੀ ਦੀ 4 ਚਫੇਰੇ ਕੱਲੀ ਕੱਲੀ ਗਲੀਆਂ ਦੇ ਵਿੱਚ ਜਿਹੜੇ 12 ਦਰਵਾਜ਼ੇ ਆ ਦਿੱਲੀ ਦੇ ਬਾਹਰਲੇ, ਉਹਨਾਂ 12 ਦਰਵਾਜ਼ਿਆਂ ਵਿੱਚ ਗਧੇ 'ਤੇ ਚੜਾ ਕੇ ਨਾ ਤੇ ਦਾਰਸ਼ਕੋ ਨੂੰ ਫਰਾਓ ਇੱਕ ਵਾਰਾਂ। ਸਭ ਉਮਰਾਵ ਆਦ ਜਿਹੇ ਲੋਕ। ਜਦੋਂ ਇਹ ਗੱਲ ਹੁਕਮ ਕੀਤਾ ਔਰੰਗੇ ਨੇ, ਜਿਹੜੇ ਉਮਰਾਵ ਸੀਗੇ ਜਿੰਨੇ ਕੋਈ ਇਹਦੇ ਬਾਦਸ਼ਾਹ ਦੇ ਘਰ ਦੇ ਵਜ਼ੀਰ ਸਨ, ਸੁਨ ਕਰ ਬਿਸਮੇ ਧਰ ਔਰ ਸ਼ੋਕ। ਉਹ ਬੜੇ ਦੁਖੀ ਹੋਏ ਵੀ ਵੇਖੋ ਵੀ ਹੈ ਤਾਂ ਦਾਰਸ਼ਕੋ ਦਾ ਕਸੂਰ ਵੀ ਕੋਈ ਨਹੀਂ, ਤੇ ਹੈ ਤਾਂ ਭਰਾ ਨਾ, ਤੇ ਔਰੰਗਜ਼ੇਬ ਕਿੱਧਰ ਨੂੰ ਤੁਰ ਪਿਆ ਵੀ ਸਕੇ ਭਰਾ ਨੂੰ ਵੀ ਕਦੀ ਵੱਡੇ ਨੂੰ ਪਿਓਾਂ ਦਾ ਥਾਂ ਹੁੰਦਾ ਵੱਡਾ ਭਰਾ, ਵੀ ਅੱਜ ਤੱਕ ਤਾਂ ਸੁਣਿਆ ਹੀ ਨਹੀਂ ਇਹੋ ਜਿਹਾ ਕੰਮ ਵੀ ਕੋਈ ਵੱਡੇ ਭਰਾ ਨੂੰ ਗਧੇ 'ਤੇ ਭਾਵੇ। ਤੇ ਜਿਹੜੇ ਕੋਈ ਵਜ਼ੀਰ ਸੀ ਉਹਨਾਂ ਨੂੰ ਵੀ ਬੜਾ ਦੁੱਖ ਲੱਗਾ, ਉਹਨਾਂ ਨੇ ਬੜਾ ਗੁੱਸਾ ਮਨਾਇਆ ਹੈ ਇਹ ਔਰੰਗੇ ਦੇ ਇਸ ਭੈੜੇ ਫੈਸਲੇ ਦਾ। ਕਹਿ ਨਹਿ ਸਕਹਿ ਅਧਿਕ ਡਰ ਧਾਰੈ। ਪਰ ਡਰਦੇ ਵਿਚਾਰੇ ਵੀ ਕਿਤੇ ਸਾਨੂੰ ਵੀ ਨਾ ਉਹ ਪੁੱਠੀਆਂ ਕਰਕੇ ਖੱਲਾਂ ਲਵਾ ਦੇਵੇ, ਕੋਈ ਇਹਦੇ ਅੱਗੇ ਕੁਸਕਿਆ ਨਹੀਂ ਹੈ। ਬਹਾ ਗੂਰ ਦੁਰਮਤੀ ਵਿਚਾਰੈ। ਪਰ ਇਹਨਾਂ ਵਿਚਾਰ ਹੈ ਵੀ ਇਹ ਸਗਾ ਹੀ ਨਹੀਂ ਕਿਸੇ ਦਾ, ਜਿਹੜਾ ਸਕੇ ਭਰਾ ਨਾਲ ਐਂ ਕਰਦਾ ਪਿਆ ਕਿਸੇ ਦਾ ਕੀ ਲੱਗਦਾ। ਇਹਨਾਂ ਨੇ ਬੜਾ ਭੈੜੀ ਮੱਤ ਬੜਾ ਪਾਪੀ ਔਰੰਗੇ ਨੂੰ ਜਾਣਿਆ ਹੈ। ਤਉ ਕਿਨਹੁ ਸਾਹਸ ਕਰ ਭਾਰੀ। ਫਿਰ ਕੁਝ ਬੰਦੇ ਸੀ ਜਿਹੜੇ ਹੁੰਦੇ ਆ ਕਈ ਗੱਲ ਕਹਿ ਦਿੰਦੇ ਆ ਗੱਲਾਂ 'ਚ ਗੱਲ ਪਾ ਕੇ। ਇਹ ਔਰੰਗੇ ਦੇ ਵਜ਼ੀਰਾਂ 'ਚ ਕੁਝ ਕੁ ਵਜ਼ੀਰ ਇਹੋ ਜਿਹੇ ਸੀ ਜਿਹੜੇ ਚੰਗੇ ਨਿਡਰ ਸਨਗੇ। ਉਹਨਾਂ ਨੇ ਫਿਰ ਤਰੀਕੇ ਜਿਹੇ ਦੇ ਨਾਲ ਇੱਕ ਦਿਨ ਔਰੰਗਜ਼ੇਬ ਨੂੰ ਏਦਾਂ ਗੱਲ ਆਖੀ ਹੈ। ਹਾਥ ਦੂਰ ਕਰ ਅਰਜ ਉਚਾਰੀ। ਉਹਨਾਂ ਹੱਥ ਜੋੜ ਕੇ ਡਰਦਿਆਂ ਡਰਦਿਆਂ ਔਰੰਗਜ਼ੇਬ ਨੂੰ ਬੇਨਤਾ ਕੀਤਾ ਹੈ। ਸਾਹੁਨ ਕੀ ਸੁਤ ਜੋਗ ਨ ਐਸੀ। ਕਹਿੰਦਾ ਹੈ ਵੀ ਉਹ ਕਹਿੰਦੇ ਬਾਦਸ਼ਾਹ ਮਹਾਰਾਜ ਵੀ ਚਲੋ ਠੀਕ ਹੈ ਤੁਹਾਡਾ ਫੈਸਲਾ, ਪਰ ਤੁਸੀਂ ਹੁਣ ਬਾਦਸ਼ਾਹ ਹੋ ਤੇ ਤੁਹਾਡਾ ਬਾਪ ਤਾਂ ਇੱਕੋ ਹੀ ਹੈ ਨਾ ਸ਼ਾਹਜਹਾਨ, ਤੇ ਜੇ ਤੁਸੀਂ ਦਾਰਸ਼ਕੋ ਨੂੰ ਗਧੇ 'ਤੇ ਚੜਾਓਗੇ ਤੇ ਪੁੱਤ ਤਾਂ ਸ਼ਾਹਜਹਾਨ ਦੇ ਗਧੇ 'ਤੇ ਚੜ੍ਹੇਗਾ ਨਾ। ਸਿਆਣੇ ਜਿਹੜੇ ਹੁੰਦੇ ਸੰਗਤ ਜੀ ਉਹ ਗੱਲ ਤਰੀਕੇ ਨਾਲ ਕਹਿ ਦਿੰਦੇ ਆ ਵੀ ਚਲੋ ਪੱਖ ਵੀ ਰਹਿ ਜਾਵੇ। ਉਹ ਸਿਆਣਾ ਕੋਈ ਵਜ਼ੀਰ ਸੀ, ਉਹ ਕਹਿੰਦਾ ਮਹਾਰਾਜ ਵੀ ਜੇ ਗਧੇ 'ਤੇ ਚੜ੍ਹੇਗਾ ਦਾਰਸ਼ਕੋ ਭਰਾ ਦਾ ਤੁਹਾਡਾ ਹੀ ਹੈ ਨਾ, ਵੀ ਖਾਨਦਾਨ ਤਾਂ ਤੁਹਾਡਾ ਹੀ ਗਧੇ 'ਤੇ ਚੜ੍ਹਿਆ ਨਾ, ਪਿਓ ਵੀ ਤੁਹਾਡਾ ਇੱਕ ਹੀ ਹੈ ਸ਼ਾਹਜਹਾਨ, ਵੀ ਪੁੱਤ ਤਾਂ ਸ਼ਾਹਜਹਾਨ ਦਾ ਹੀ ਗਧੇ 'ਤੇ ਚੜ੍ਹੇਗਾ। ਇਸ ਕਰਕੇ ਜੇ ਸਾਡੀ ਮੰਨੋ ਨਾ ਤੇ ਤੁਹਾਨੂੰ ਸੋਭਦਾ ਨਹੀਂ ਇਹ ਕੰਮ ਕਰਨਾ ਵੀ ਆਪਦੇ ਖਾਨਦਾਨ ਨੂੰ ਨਾ ਲਾਜ ਲਾਓ ਤੇ ਤੁਸੀਂ ਗਧੇ 'ਤੇ ਨਾ ਚੜਾਓ ਆਪਦੇ ਭਰਾ ਨੂੰ ਜੀ। ਹੁਕਮ ਦਿਓ ਰਾਠਪ ਕੋ ਜੈਸੇ। ਵੀ ਜਿਹੜਾ ਤੁਸੀਂ ਗਧੇ 'ਤੇ ਚੜਾਉਣ ਦਾ ਹੁਕਮ ਕੀਤਾ ਹੈ ਇੱਕ ਵਾਰੀ ਟਾਲ ਦਿਓ ਜੀ, ਕੋਈ ਹੋਰ ਨੀਤੀ ਸੋਚ ਲਓ ਜੀ। ਨਹਿ ਕਬਹੂ ਇਹ ਭਈ ਅਗਾਰੀ। ਕਿਉਂਕਿ ਅੱਗੇ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਰਾਜੇ ਨੇ, ਤੇ ਤੁਸੀਂ ਸੋਹਣੇ ਨਹੀਂ ਲੱਗੋਗੇ, ਤੁਹਾਡੀ ਸ਼ਾਨ ਦੇ ਖਿਲਾਫ ਇਹ ਫੈਸਲਾ ਹੈ ਜੀ। ਬੇ ਮੇਰਾ ਜਾਦਾ ਲਿਹੂ ਵਿਚਾਰੀ। ਵੀ ਵਿਚਾਰੋ ਬਾਦਸ਼ਾਹ ਸਲਾਮਤ, ਇਹ ਬੇਮਰਿਆਦ ਕੰਮ ਕਰਨ ਲੱਗੇ ਹੋ, ਚੰਗੇ ਨਹੀਂ ਲੱਗੋਗੇ। ਤੁਸੀਂ ਬਾਦਸ਼ਾਹ ਲੋਕ ਹੋ ਤੇ ਭਰਾ ਨੂੰ ਗਧੇ 'ਤੇ ਚੜਾਉਂਦਿਆਂ ਤੁਹਾਡੀ ਸ਼ਾਨ ਘਟ ਜਾਵੇਗੀ। ਸੁਨ ਸਿਆਨਨ ਤੇ ਬਹੁਰ ਬਖਾਨਾ। ਚਲੋ ਔਰੰਗੇ ਦੇ ਖਾਨੇ ਪੈ ਗਈ, ਹੈ ਤਾਂ ਪਾਪੀ ਸੀਗਾ, ਕਿਸੇ ਸਿਆਣੇ ਦੀ ਸਮਝਾਈ ਗੱਲ ਮੰਨ ਗਿਆ ਹੈ। ਜਾਏ ਚੜਾਵਹੁ ਕਰੀ ਮਹਾਨਾ। ਕਹਿੰਦਾ ਚੰਗਾ ਚਲੋ ਨਹੀਂ ਗਧੇ 'ਤੇ ਚੜਾਉਣਾ, ਪਰ ਪਤਾ ਲੱਗਣਾ ਚਾਹੀਦਾ ਵੀ ਔਰੰਗੇ ਦੀ ਇਹਦਾ ਦਾਰਸ਼ਕੋ ਦਾ ਅਸੀਂ ਕੀ ਹਾਲ ਕੀਤਾ। ਇਹਨੂੰ ਗਧੇ 'ਤੇ ਨਾ ਚੜਾਓ, ਇਹਨੂੰ ਹਾਥੀ 'ਤੇ ਚੜਾਓ। ਆਪਾਂ ਵਿਖਾਉਣਾ ਹੀ ਹੈ ਇੱਕ ਵਾਰੀ ਸਾਰਿਆਂ ਨੂੰ ਵੀ ਅਸੀਂ ਇਹਨੂੰ ਕਿਵੇਂ ਕੈਦ ਕੀਤਾ ਹੋਇਆ, ਵੀ ਬਾਦਸ਼ਾਹ ਤਾਂ ਮੈਂ ਹੈ। ਦਾਰਸ਼ਕੋ ਨੂੰ ਸਾਰਿਆਂ ਦੇ ਸਾਹਮਣੇ ਪਹਿਲਾਂ ਗੇੜਾ ਦਿਓ ਸਾਰੇ ਦਿੱਲੀ ਦਾ,
ਫਿਰ ਇਹਨੂੰ ਸਾਰਿਆਂ ਦੇ ਸਾਹਮਣੇ ਕਤਲ ਕੀਤਾ ਜਾਏਗਾ। ਉਰ ਕੇ ਜੇ ਦੁਆਦਸ ਦਰਵਾਜੇ ਵੀ ਦਿੱਲੀ ਦੇ ਜਿਹੜੇ 12 ਦਰਵਾਜ਼ੇ ਹਨ, ਸਭ ਪਰ ਫੇਰ ਕਰਹੁ ਬਿਨ ਲਾਜੇ। ਇਹਨੂੰ ਸਾਰੇ ਦਰਵਾਜ਼ਿਆਂ ਵਿੱਚ ਤੇ ਸਾਰੇ ਗਲੀਆਂ ਵਿੱਚ ਫੇਰੋ, ਹਾਥੀ ਤੇ ਚੜਾ ਕੇ ਬੇੜੀਆਂ 'ਚ ਬੰਨ੍ਹ ਕੇ, ਤਾਂ ਕਿ ਇਹਦੀ ਇੱਜ਼ਤ ਨਾ ਰਹਿ ਜਾਵੇ। ਇਹਨੂੰ ਬੇਇੱਜ਼ਤ ਕਰਕੇ ਆਪਾਂ ਕਤਲ ਕਰਾਂਗੇ ਜੀ। ਮਨ ਸਰਮਦ ਬਾਸਹ ਜਿਸ ਥਾਨ। ਫਿਰ ਕਹਿੰਦਾ ਵੀ ਕਿਹੜਾ ਫਕੀਰ ਕਹਿੰਦਾ ਵੀ ਮੈਂ ਬਾਦਸ਼ਾਹ ਬਣਾ ਦਿੱਤਾ ਹੈ ਦਾਰਸ਼ਕੋ ਨੂੰ? ਕਹਿੰਦੇ ਮਹਾਰਾਜ ਇੱਕ ਸਰਮਦ ਨਾਮ ਦਾ ਫਕੀਰ ਹੈ। ਕਹਿੰਦੇ ਸੱਦੋ। ਸਰਮਦ ਫਕੀਰ ਜਿੱਥੇ ਰਹਿੰਦਾ ਹੈ ਨਾ, ਇਹ ਦਾਰਸ਼ਕੋ ਨੂੰ ਹਾਥੀ ਤੇ ਚੜਾ ਕੇ ਤੇ ਸਰਮਦ ਫਕੀਰ ਦੇ ਕੋਲ ਲੈ ਕੇ ਚੱਲੋ ਇੱਕ ਵਾਰਾਂ। ਤਹਲੇ ਜਾਵਹੁ ਕਰਹੁ ਬਖਾਨ। ਤੇ ਸਰਮਦ ਫਕੀਰ ਦੇ ਸਾਹਮਣੇ ਲਿਜਾ ਕੇ ਨਾ ਉਹਨੂੰ ਦੱਸੋ, ਇੱਕ ਵਾਰੀ ਵਿਖਾਓ ਦਾਰਸ਼ਕੋ ਨੂੰ ਹਾਥੀ ਤੇ ਚੜਿਆ ਹੋਇਆ, ਮੂੰਹ ਕਾਲਾ ਕੀਤਾ। ਦੇ ਸਲਤਨ ਜੋ ਕਹਿਤ ਸਦੀਵ। ਜਿਹੜਾ ਕਹਿੰਦਾ ਹੈ ਨਾ ਵੀ ਮੈਂ ਇਹਨੂੰ ਸਲਤਨਤ ਦੇ ਦਿੱਤੀ ਹੈ ਜੀ, ਅਸੀਂ ਰਾਜਾ ਬਣਾ ਦਿੱਤਾ ਹੈ ਦਾਰਸ਼ਕੋ ਨੂੰ, ਇੱਕ ਵਾਰੀ ਇਹਨੂੰ ਇਸ ਤਰ੍ਹਾਂ ਜਾ ਕੇ ਸੁਣਾ ਦਿਓ ਜੀ। ਆਜ ਕਰਹਿ ਬਿਨ ਯਾਕੋ ਜੀਵ। ਵੀ ਉਹਨੂੰ ਆਖੋ ਵੀ ਆ ਵੇਖ ਤੇਰਾ ਬਾਦਸ਼ਾਹ ਜਿਹੜਾ ਦਾਰਸ਼ਕੋ, ਅਸੀਂ ਇਹਦਾ ਸਿਰ ਵੱਢਣ ਲੱਗੇ ਆ। ਤੇ ਇਸ ਤਰ੍ਹਾਂ ਸਰਮਦ ਫਕੀਰ ਦੇ ਸਾਹਮਣੇ ਸਿਰ ਵੱਢਣਾ ਉਹਦਾ, ਤਾਂ ਕਿ ਸਭ ਨੂੰ ਪਤਾ ਲੱਗ ਜਾਵੇ ਵੀ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੈ, ਦਾਰਸ਼ਕੋ ਨਹੀਂ ਹੈ। ਸੁਨਤ ਹੁਕਮ ਕੋ ਚਾਕਰ ਗਏ। ਇਸ ਤਰ੍ਹਾਂ ਸੰਗਤ ਜੀ ਸੁਣ ਕੇ ਹੁਕਮ ਬਾਦਸ਼ਾਹ ਔਰੰਗਜ਼ੇਬ ਦਾ ਤੇ ਇਹਦੇ ਨੌਕਰ ਚਲੇ ਗਏ ਐ। ਦਾਰਸ਼ਕੋ ਬਿਲੋਕਤ ਭਏ। ਤੇ ਜਾ ਕੇ ਦਾਰਸ਼ਕੋ ਦੇ ਪਾਸ ਪਹੁੰਚੇ ਹਨ। ਹਰਖ ਨ ਸ਼ੋਕ ਨ ਮਨ ਮਹਿ ਕੋਈ। ਇੱਧਰ ਦਾਰਸ਼ਕੋ ਤਾਂ ਹੁਣ ਪੂਰਨ ਬ੍ਰਹਮ ਗਿਆਨੀ ਬਣ ਚੁੱਕਾ ਸੀ। ਇਹਨੂੰ ਕੋਈ ਖੁਸ਼ੀ ਕੋਈ ਗਮੀ, ਬੇੜੀਆਂ 'ਚ ਫੜਿਆ ਹੋਇਆ, ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈ। ਰੱਤੀ ਮਾਤਰ ਵੀ ਮਨ ਤੇ ਕੋਈ ਅਸਰ ਨਹੀਂ ਹੈ ਸੀ। ਦੁਖ ਸੁਖ ਬਿਖੈ ਬ੍ਰਿਤੀ ਸਮ ਹੋਈ। ਜਿਸ ਦਾਰਸ਼ਕੋ ਦੀ ਜਿਹੜੀ ਬਿਰਤੀ ਹੈ ਉਹ ਦੁੱਖ ਤੇ ਸੁੱਖ ਵਿੱਚ ਇੱਕੋ ਵਰਗੀ ਹੋ ਚੁੱਕੀ ਹੈ। ਤੋਰੀ ਤਨ ਹੰਤਾ ਦ੍ਰਿੜ ਫਾਸ। ਤੇ ਉਹਨੇ ਮਨ ਦੇ ਵਿੱਚੋਂ ਸਰੀਰ ਦੀ ਹੰਗਤਾ ਦੀ ਜਿਹੜੀ ਪੱਕੀ ਫਾਹੀ ਹੈ ਉਹ ਤੋੜ ਦਿੱਤੀ ਹੋਈ ਹੈ। ਜਿਸ ਕੈ ਮਰਬੈ ਕੋ ਨਹਿ ਤਰਾਸ। ਜਿਸ ਕਰਕੇ ਦਾਰਸ਼ਕੋ ਦੇ ਮਨ ਵਿੱਚ ਮਰਨ ਦਾ ਰੱਤੀ ਮਾਤਰ ਵੀ ਡਰ ਨਹੀਂ ਹੈ। ਹੋਦੇ ਸਹਿਤ ਤਬੈ ਗਜ ਆਇਓ। ਉਹ ਸਾਧ ਸੰਗ ਜੀ ਫਿਰ ਇੱਕ ਹਾਥੀ ਮੰਗਾਇਆ ਗਿਆ। ਅੰਬਾਰੀ ਹੌਦਾ ਨਹੀਂ ਹੁੰਦਾ, ਉੱਤੇ ਉਹ ਮੰਜੀ ਜੀ ਰੱਖੀ ਹੁੰਦੀ ਹੈ, ਉਹਨੂੰ ਅੰਬਾਰੀ ਵੀ ਕਹਿੰਦੇ, ਹੌਦਾ ਵੀ ਕਹਿ ਦਿੰਦੇ। ਹੌਦੇ ਦੇ ਸਮੇਤ ਇੱਕ ਹਾਥੀ ਮੰਗਾਇਆ ਗਿਆ ਹੈ। ਕਹਿ ਕੇ ਤਿਸ ਉਪਰ ਚੜਵਾਇਓ। ਤੇ ਦਾਰਸ਼ਕੋ ਨੂੰ ਫਿਰ ਬੇੜੀਆਂ 'ਚ ਬੰਨ੍ਹ ਕੇ ਨਾ ਸੰਗਲਾਂ ਦੇ ਨਾਲ, ਤੇ ਸਿਰ ਤੋਂ ਪੱਗ ਲਾਹ ਕੇ ਉਹਦੀ ਸਿਰੋਂ ਨੰਗਾ ਕਰਕੇ, ਜਿਹੜੀ ਸਿਰ ਤੋਂ ਪੱਗ ਲਾਉਣੀ ਸਾਧ ਸੰਗਤ ਜੀ ਇਹ ਬੇਪਤੀ ਦੀ ਨਿਸ਼ਾਨੀ ਸੀ ਪਹਿਲੇ ਸਮੇਂ ਵਿੱਚ। ਹੁਣ ਤਾਂ ਚਲੋ ਤਰਾਸਦੀ ਹੈ ਵੀ ਉਹ ਆਪ ਹੀ ਲਾਈ ਫਿਰਦੇ ਆ ਨਾ ਆਪਾਂ। ਇਹ ਹਿੰਦੁਸਤਾਨ ਵਿੱਚ ਇੱਕ ਕਾਨੂੰਨ ਰਿਹਾ ਕਿਸੇ ਸਮੇਂ ਵੀ ਜਦੋਂ ਮੁਸਲਮਾਨਾਂ ਦਾ ਰਾਜ ਸੀ ਨਾ, ਤੇ ਹਿੰਦੁਸਤਾਨ ਦੇ ਲੋਕ ਗੁਲਾਮ ਸਨ ਤੇ ਪੱਗ ਨਹੀਂ ਸੀ ਬੰਨ੍ਹ ਸਕਦੇ ਸਿਰ ਤੇ, ਕਿਉਂਕਿ ਪੱਗ ਜਿਹੜੀ ਹੈ ਸੰਗਤ ਸੀ ਇਹ ਬਾਦਸ਼ਾਹਤ ਦੀ ਨਿਸ਼ਾਨੀ ਗਿਣੀ ਗਈ ਹੈ। ਕਿਉਂਕਿ ਪੱਗ ਬਾਦਸ਼ਾਹ ਲੋਕ ਬੰਨ੍ਹ ਸਕਦੇ ਸੀ ਪਹਿਲੇ ਸਮੇਂ 'ਚ, ਹਰੇਕ ਨੂੰ ਨਹੀਂ ਬੰਨ੍ਹਣ ਦਿੰਦੇ ਸੀ। ਇਹ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦਾ ਆਪਾਂ ਸ਼ੁਕਰ ਕਰੀਏ ਵੀ ਮਹਾਰਾਜ ਨੇ ਸਾਨੂੰ ਪੱਗਾਂ ਬੰਨ੍ਹਣ ਜੋਗੇ ਕੀਤਾ। ਸਿਰੋਂ ਨੰਗਾ ਗੁਲਾਮ ਗਿਣਿਆ ਜਾਂਦਾ ਸੀ, ਕਿਉਂਕਿ ਪੱਗ ਬੰਨ੍ਹਦੇ ਸੀ ਚੌਧਰੀ, ਜਗੀਰਦਾਰ, ਜਿਹੜੇ ਵੱਡੇ ਵੱਡੇ ਅਫਸਰ ਸਨਗੇ ਮੁਸਲਮਾਨਾਂ ਦੇ ਉਸ ਸਮੇਂ, ਉਹ ਪੱਗ ਬੰਨ੍ਹ ਸਕਦੇ ਸੀ। ਸਰਕਾਰ ਤੋਂ ਜਿਹੜਾ ਬਾਹਰਾ ਸੀ ਆਮ ਬੰਦਾ ਪੱਗ ਨਹੀਂ ਸੀ ਬੰਨ੍ਹ ਸਕਦਾ, ਨਾ ਘੋੜੇ 'ਤੇ ਚੜ੍ਹ ਸਕਦਾ ਸੀ। ਇਹ ਗੁਲਾਮੀ ਮੰਨੀ ਜਾਂਦੀ ਸੀਗੀ ਵੀ ਪੱਗ ਆਜ਼ਾਦੀ ਦਾ ਪ੍ਰਤੀਕ ਸੀ ਕਿਸੇ ਸਮੇਂ। ਵੀ ਜੇ ਕੋਈ ਪੱਗ ਬੰਨ੍ਹਦੇ ਸੀ ਉਹਨੂੰ ਕਤਲ ਕਰ ਦਿੱਤਾ ਜਾਂਦਾ ਸੀ ਵੀ ਇਹ ਸਾਡੀ ਆਗਿਆ ਤੋਂ ਬਿਨਾਂ ਪੱਗ ਨਹੀਂ ਬੰਨ੍ਹ ਸਕਦਾ। ਤੇ ਸਿਰੋਂ ਨੰਗਾ ਜਲਾਲਤ ਦੀ ਨਿਸ਼ਾਨੀ ਮੰਨੀ ਜਾਂਦੀ ਸੀ। ਜਿਹੜਾ ਸਿਰੋਂ ਨੰਗਾ ਕਹਿੰਦੇ ਦੀ ਪੱਤ, ਕਿਉਂਕਿ ਪੱਪਾ ਤੱਤਾ ਪੱਤ, ਪੱਤ ਸ਼ਬਦ ਤੋਂ ਪੱਗ ਸ਼ਬਦ ਬਣਿਆ। ਪੱਤ ਤੇ ਪੱਗ, ਪੱਤ ਤੋਂ ਪੱਗ ਬਣੀ ਹੈ। ਪੱਗ ਲਾਏਗੀ ਪੱਤ ਲੈ ਗਈ। ਪੱਤ ਨਾਮ ਆਬਰੂ ਦਾ, ਇੱਜ਼ਤ ਦਾ। ਜਦੋਂ ਕਿਸੇ ਨੂੰ ਜਲੀਲ ਕੀਤਾ ਜਾਂਦਾ ਉਹਦੀ ਪੱਗ ਲਾ ਦਿੰਦੇ ਸੀ ਪਹਿਲੇ ਸਮੇਂ। ਇਹਦੀ ਪੱਗ ਲਾ ਦਿਓ, ਸਿਰੋਂ ਨੰਗਾ ਕਰਕੇ ਉਹਨੂੰ ਤੋਰਨਾ ਸਾਰੇ ਬਾਜ਼ਾਰ ਵਿੱਚ, ਕਹਿੰਦੇ ਵੀ ਇਹਦੀ ਪੱਗ ਲੈ ਗਈ, ਇਹਦੀ ਪੱਤ ਲੈ ਗਈ ਹੈ। ਇਹ ਕਾਨੂੰਨ ਰਿਹਾ ਹਿੰਦੁਸਤਾਨ ਵਿੱਚ। ਬੜੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਸਨ, ਉਹਨਾਂ ਨੂੰ ਸਾਧ ਸੰਗਤ ਜੀ ਫਿਰ ਉਹ ਜਦੋਂ ਸਮਝ ਸੋਚ ਘੱਟ ਹੋਵੇ ਫਿਰ ਉਹਨੂੰ ਫਿਰ ਰਿਵਾਜ ਬਣਾ ਕੇ ਤੇ ਧਾਰਨ ਕਰ ਲਿਆ ਜਾਂਦਾ। ਇਸ ਕਰਕੇ ਜਿਹੜੀ ਪੱਗ ਸੀਗੀ ਇਹ ਗੁਲਾਮੀ ਦੀ, ਮਤਲਬ ਕਿ ਆਜ਼ਾਦੀ ਦਾ ਪ੍ਰਤੀਕ ਸੀਗਾ। ਤੇ ਸਿਰੋਂ ਨੰਗਾ ਬੰਦਾ ਗੁਲਾਮ ਆਜ਼ਾਦ ਪੱਗ ਬੰਨ੍ਹਦਾ ਸੀ। ਗੁਲਾਮ ਨੂੰ ਪੱਗ ਬੰਨ੍ਹਣ ਦਾ ਅਧਿਕਾਰ ਨਹੀਂ ਸੀ, ਜਿਹੜਾ ਅੱਜ ਦੇ ਸਮੇਂ 'ਚ ਆਪਾਂ ਜਿਹੜੇ ਆ ਗੁਰੂ ਕੇ ਸਿੱਖ ਵੀ ਜਿਹੜੇ ਆ ਉਹ ਪੱਗ ਬੰਨ੍ਹ ਕੇ ਰਾਜੀ ਨਹੀਂ, ਵੀ ਮੋਨਾ ਸਿਰੋਂ ਨੰਗਾ ਰਹਿ ਕੇ ਬਹੁਤ ਆਪਦੀ ਇੱਜ਼ਤ ਗਿਣਦੇ ਆ। ਪਰ ਇਹ ਸਾਧ ਸੰਗਤ ਜੀ ਕੇਸਾਂ ਜਿਹੜੇ ਸਿਰੋਂ ਨੰਗੇ ਰਹਿਣਾ,
ਇਹ ਕਿਸੇ ਸਮੇਂ ਬੇਪਤੀ ਦੀ ਨਿਸ਼ਾਨੀ। ਅੱਜ ਵੀ ਜਿਹੜੇ ਹੁਣ ਤਾਂ ਚਲੋ ਹੈ ਨਹੀਂ ਇਹ ਗੱਲਬਾਤ, ਤੇ ਪਹਿਲਾਂ ਆਮ ਹੀ ਕਿਸੇ ਦੀ ਪੱਗ ਲਹਿ ਜਾਣੀ, ਪਰ ਇਹ ਵਿੱਚ ਹੁਣ ਵੀ ਜਿੱਥੇ ਅਣਖ ਹੈ ਵੀ ਪੱਗ ਲਹਿ ਜਾਣ ਤੇ ਕਤਲ ਹੋ ਜਾਇਆ ਕਰਦਾ ਸੀਗਾ ਪੰਜਾਬ ਦੇ ਅੰਦਰ, ਵੀ ਐਡੀ ਗੈਰਤ ਅੱਜ ਵੀ ਜੇ ਕਿਸੇ ਦੀ ਕੋਈ ਪੱਗ ਲਹਿ ਜਾਵੇ ਤੇ ਉਹ ਆਪਦੇ ਆਪ ਨੂੰ ਬੜਾ ਨਿੱਘਰਿਆ ਮਹਿਸੂਸ ਕਰਦਾ ਵੀ ਮੇਰੀ ਪੱਗ ਲੱਥੀ ਆ। ਉਹ ਆਪਦੇ ਆਪ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਸਮਝਦਾ ਸੰਸਾਰ ਦੇ ਵਿੱਚ, ਸਮਾਜ ਵਿੱਚ, ਵੀ ਐਡੀ ਵੱਡੀ ਆਬਰੂ ਗਿਣੀ ਗਈ ਹੈ ਪੱਗ। ਤੋ ਇਹ ਕਹਿੰਦੇ ਵੀ ਇਹਨੂੰ ਪੱਗ ਲਾਹੋ ਇਹਦੀ। ਦਾਰਸ਼ਕੋ ਵਿਚਾਰੇ ਨੂੰ ਹਾਥੀ ਤੇ ਚੜਾਇਆ, ਇਹਦੀ ਪੱਗ ਲਾਹ ਦਿੱਤੀ ਗਈ ਤੇ ਬੇਇੱਜ਼ਤ ਕਰਕੇ ਪੱਗ ਤੋਂ ਬਿਨਾਂ ਇਹਨੂੰ ਹਾਥੀ ਦੇ ਹੌਦੇ ਵਿੱਚ ਖੜਾ ਕੀਤਾ ਗਿਆ। ਇਹਦੇ ਗਲ ਵਿੱਚ ਸੰਗਲਾਂ ਦੀ ਬੇੜੀ ਪਾਈ ਗਈ ਹੈ, ਸਿਰ ਪਰ ਬੰਦ ਸਿਹਰਾ ਦੀਨ, ਤੇ ਸਿਰ ਦੇ ਵਿੱਚ ਕੱਪੜਾ ਬੰਨ੍ਹ ਕੇ ਨਾ ਮੰਨ ਲਓ ਪੱਟੀ ਜੀ ਬਣਾ ਕੇ ਸਿਰੋਂ ਨੰਗਾ ਤੇ ਮੱਥੇ ਤੇ ਸਿਹਰਾ ਬੰਨ੍ਹਤਾ ਇਹਦੇ, ਵੀ ਮਜ਼ਾਕ ਉੱਡੇ ਦਾ ਸਾਰਿਆਂ 'ਚ। ਇਹਦੇ ਮੱਥੇ ਤੇ ਸਿਹਰਾ ਜਿਹਾ ਬੰਨ੍ਹ ਦਿੱਤਾ ਹੈ, ਮਾਰਨ ਹੁਕਮ ਸੁਨਾਵਨ ਕੀਨ, ਤੇ ਨਾਲ ਹੁਕਮ ਕਰ ਦਿੱਤਾ ਵੀ ਇਹਨੂੰ ਥੱਲਿਓਂ ਇੱਟੇ ਮਾਰੇ ਜਾਣ। ਜਿਹੜਾ ਇਹਨੂੰ ਵੇਖੇ ਉਹ ਥੱਲੋਂ ਇੱਟੇ ਰੋੜੇ ਛਿੱਤਰ ਮਾਰੇ, ਇਹ ਨਾਲ ਹੁਕਮ ਜਾਰੀ ਕਰ ਦਿੱਤਾ ਹੈ। ਗੁਰ ਸਗਰੇ ਮਹਿ ਹਾਹਾਕਾਰ, ਜਦੋਂ ਇਹ ਹੁਕਮ ਹੋਇਆ ਸਾਧ ਸੰਗਤ ਜੀ, ਆਮ ਲੋਕ ਜਿਹੜੇ ਸੀ ਹਿੰਦੁਸਤਾਨ ਦੇ ਪ੍ਰੇਮ ਕਰਦੇ ਸੀ ਦਾਰਸ਼ਕੋ ਨੂੰ ਬੜਾ, ਕਿਉਂਕਿ ਧਰਮੀ ਰਾਜਾ ਸੀਗਾ। ਸਾਰੇ ਦਿੱਲੀ ਦੇ ਵਿੱਚ ਹਾਹਾਕਾਰ ਮਚ ਗਈ ਹੈ, ਅਧਿਕ ਸ਼ੋਕ ਤੇ ਕਰਹਿ ਉਚਾਰ, ਤੇ ਘਰ ਘਰ ਵਿੱਚ ਗੱਲਾਂ ਹੋਣ ਲੱਗੀਆਂ। ਬੜੇ ਦਿੱਲੀ ਦੇ ਲੋਕ ਦੁਖੀ ਹੋਏ ਹਨ। ਡਰਤ ਨਾ ਉੱਚੇ ਕਹੂੰ ਸੁਨਾਵੇ, ਪਰ ਘਰਾਂ ਵਿੱਚ ਹੀ ਗੱਲਾਂ ਹੁੰਦੀਆਂ। ਕੋਈ ਡਰਦਾ ਔਰੰਗਜ਼ੇਬ ਦੇ ਕਹਿਰ ਤੋਂ, ਬਾਹਰ ਡਰਦਾ ਕੋਈ ਬੋਲਦਾ ਨਹੀਂ, ਤੇ ਘਰੇ ਹੀ ਇੱਕ ਦੂਜੇ ਨੂੰ ਕਹਿੰਦੇ ਵੀ ਬੜਾ ਮਾੜਾ ਹੋਇਆ, ਪਰ ਕਿਸੇ ਦੀ ਜੁਰਤ ਨਹੀਂ ਵੀ ਬਾਹਰ ਗਲੀ ਵਿੱਚ ਇੰਨੀ ਗੱਲ ਕਹਿ ਸਕਦਾ ਹੋਵੇ। ਅਵਰੰਗ ਮਹਾ ਕਰੂਰ ਲਖ ਪਾਵੇ, ਪਰ ਮਨ 'ਚ ਸੋਚਦੇ ਵੀ ਇਹ ਔਰੰਗਜ਼ੇਬ ਬਹੁਤ ਕਠੋਰ ਹੈ, ਬੜਾ ਨਿਰਦਈ ਹੈ, ਇਹਨੇ ਆਪਦੇ ਭਰਾ ਨੂੰ ਨਹੀਂ ਬਖਸ਼ਿਆ ਹੈ। ਸੰਤਨ ਕਰਨਾ ਦਾਰਸ਼ਕੋ, ਤੇ ਬਾਕੀ ਲੋਕ ਕਹਿੰਦੇ ਵੀ ਦਾਰਸ਼ਕੋ ਦਾ ਔਰੰਗਜ਼ੇਬ ਕੁਝ ਨਹੀਂ ਵਿਗਾੜ ਸਕਦਾ। ਠੀਕ ਹੈ, ਬੇਇੱਜ਼ਤ ਕਰ ਲਊਗਾ, ਪਰ ਦਾਰਸ਼ਕੋ ਤੇ ਸੰਤਾਂ ਮਹਾਂਪੁਰਖਾਂ ਦੀ, ਗੁਰੂ ਹਰਿਰਾਏ ਸਾਹਿਬ ਦੀ ਬੜੀ ਕਿਰਪਾ ਹੈ। ਧੀਰਜ ਸਹਿਤ ਨਿਰਭੈ ਉਰਹੂ, ਉਹ ਧੀਰਜ ਦੇ ਸਹਿਤ ਹੈ, ਉਹਨੂੰ ਕਿਸੇ ਦਾ ਕੋਈ ਤਰ੍ਹਾਂ ਦਾ ਡਰ ਨਹੀਂ ਹੈ। ਗੱਜ ਫੇਰਿਓ ਦਵਾਦਸ ਦਰਵਾਜੇ, ਕਵੀ ਰਾਜ ਕਹਿੰਦੇ 12 ਦਰਵਾਜ਼ੇ ਆ ਦਿੱਲੀ ਦੇ, ਇਹਨਾਂ 12 ਦਰਵਾਜ਼ੇ ਤੇ ਸਾਰੀਆਂ ਗਲੀਆਂ ਵਿੱਚ ਹਾਥੀ ਤੇ ਚੜਾ ਕੇ ਸਿਰੋਂ ਨੰਗਾ ਮੱਥੇ ਤੇ ਸਿਹਰਾ ਬੰਨ੍ਹ ਕੇ ਤੇ ਦਾਰਸ਼ਕੋ ਨੂੰ ਫੇਰਿਆ ਗਿਆ ਹੈ। ਇਹ ਗਮਨੇ ਜਹ ਸਦਮਦ ਰਾਜੀ, ਤੇ ਇਥੋਂ ਘੁੰਮਦਾ ਘੁੰਮਦਾ ਇਹ ਦਾਰਸ਼ਕੋ ਹਾਥੀ ਤੇ, ਜਿੱਥੇ ਸਰਮੱਧ ਫਕੀਰ ਬੈਠਾ ਹੋਇਆ ਸੀ ਦਿੱਲੀ ਦੀ ਕਿਸੇ ਗਲੀ 'ਚ, ਉੱਥੇ ਲਿਜਾ ਦਾਰਸ਼ਕੋ ਦਾ ਹਾਥੀ ਖੜਾ ਕੀਤਾ ਹੈ। ਤਬ ਰੰਗ ਕੋ ਤਬ ਹੁਕਮ ਸੁਨਾਇਓ, ਤੇ ਔਰੰਗਜ਼ੇਬ ਦੇ ਬੰਦਿਆਂ ਨੇ ਸਰਮੱਧ ਫਕੀਰ ਨੂੰ ਰੰਗੇ ਦਾ ਹੁਕਮ ਸੁਣਾਇਆ ਹੈ। ਦਾਰਸ਼ਕੋ ਨਿਕਟ ਤੁਮ ਆਇਓ, ਕਹਿੰਦੇ ਆ ਕਿ ਉਹ ਸਰਮੱਧ ਫਕੀਰ ਆ ਤੇਰਾ ਬਾਦਸ਼ਾਹ ਲੈ ਆਂਦਾ ਕੋਲ, ਜਿਹਦੀ ਹਮਾਇਤ ਕਰਦਾ ਸੀ ਨਾ ਵੀ ਅਖੇ ਦਾਰਸ਼ਕੋ ਬਾਦਸ਼ਾਹ ਸਾਰੀ ਦੁਨੀਆ ਦਾ, ਆ ਵੇਖ ਤੇਰੇ ਬਾਦਸ਼ਾਹ ਨੂੰ ਹਾਥੀ ਤੇ ਚੜਾਇਆ, ਸਿਹਰਾ ਬੰਨਿਆ, ਮੂੰਹ ਕਾਲਾ ਕੀਤਾ, ਸਿਰੋਂ ਪੱਗ ਲਾਈ ਹੋਈ ਹੈ, ਵੇਖ ਆਪਦੇ ਬਾਦਸ਼ਾਹ ਦਾ ਕੀ ਹਾਲ ਹੋ ਰਿਹਾ ਹੈ। ਬਖਸ਼ਤ ਸਲਤਨ ਜਿਸ ਹਮੇਸ਼, ਜਿਹਨੂੰ ਤੂੰ ਰੋਜ਼ ਰਾਜ ਭਾਗ ਬਖਸ਼ਦਾ ਨਹੀਂ ਨਾ ਥੱਕਦਾ ਸੀ, ਗਲੀਆਂ ਵਿੱਚ ਗਾਣੇ ਗਾਉਂਦਾ ਸੀ, ਉਹਦੀ ਸੋਭਾ ਗਾਉਂਦਾ ਸੀ, ਆਪਦੇ ਬਾਦਸ਼ਾਹ ਦਾ ਹਾਲ ਵੇਖ ਲਾ ਜਰਾ ਕੀ ਹੋਇਆ ਹੈ। ਸਭ ਮਹਿ ਵੱਡ ਕਹਾਈ ਦਰਵੇਸ਼, ਤੂੰ ਆਪਦੇ ਆਪ ਨੂੰ ਬੜਾ ਵੱਡਾ ਭਾਰੀ ਦਰਵੇਸ਼ ਅਖਾਉਂਦਾ ਸੈਂ। ਬੋਲਤ ਕੂਰ ਲਾਜ ਨਹਿ ਆਵਤ, ਤੂੰ ਝੂਠ ਬੋਲਦਾ, ਤੈਨੂੰ ਸ਼ਰਮ ਨਹੀਂ ਆਉਂਦੀ। ਤੂੰ ਕਹਿੰਦਾ ਬਾਦਸ਼ਾਹ ਦਾਰਸ਼ਕੋ, ਤੇ ਦਾਰਸ਼ਕੋ ਦੀ ਹਾਲਤ ਤਾਂ ਮੰਗਤਿਆਂ ਤੋਂ ਵੀ ਭੈੜੀ ਹੋ ਰਹੀ ਹੈ। ਸਲਤਨ ਕਿਤਹੁ ਪ੍ਰਾਨ ਅਬ ਆਵਤ, ਤੇ ਇਸ ਤਰ੍ਹਾਂ ਤੈਨੂੰ ਵੇਖ ਕੇ ਸ਼ਰਮ ਆਉਣੀ ਚਾਹੀਦੀ ਹੈ। ਆ ਵੇਖ ਕਿੱਥੇ ਹੈ ਦਾਰਸ਼ਕੋ ਦਾ ਰਾਜ ਭਾਗ, ਕਿੱਥੇ ਹੈ ਰਾਜ ਭਾਗ? ਤਾਂ ਦੂਰ ਦੀ ਗੱਲ, ਇਹ ਤਾਂ ਹੁਣ ਆਪਦੀ ਜਾਨ ਵੀ ਗਵਾਉਣ ਵਾਲਾ ਹੈ। ਸੁਨ ਸਰਮਦ ਸਤ ਸੰਗੀ ਜਾਨ, ਸਰਮਦ ਨੇ ਜਦੋਂ ਸੁਣਿਆ ਨਾ ਸੰਗਤ ਜੀ, ਤੇ ਹੁਣ ਦਾਰਸ਼ਕੋ ਸਰਮਦ ਦਾ ਬੜਾ ਪ੍ਰੇਮੀ ਸੀਗਾ, ਬੜੇ ਦੋਵੇਂ ਕਿਉਂਕਿ ਸਾਧੂ ਸਨ, ਇਕੱਠੇ ਰਹਿੰਦੇ ਬਹਿੰਦੇ ਸਨਗੇ। ਤੇ ਸਰਮਦ ਫਕੀਰ ਨੇ ਜਦੋਂ ਸੁਣਿਆ ਵੀ ਹੁਣ ਦਾਰਸ਼ਕੋ ਨੂੰ ਕਤਲ ਕੀਤਾ ਜਾ ਰਿਹਾ ਹੈ, ਹੋਈ ਆਇਓ ਮਨ ਪ੍ਰੇਮ ਮਹਾਨ, ਤੇ ਇਹਨੇ ਸਾਧ ਸੰਗਤ ਜੀ ਹਾਥੀ ਤੇ ਚੜੇ ਹੋਏ ਜਦੋਂ ਦਾਰਸ਼ਕੋ ਨੂੰ ਵੇਖਿਆ ਨਾ, ਮੂੰਹ ਕਾਲਾ, ਮੱਥੇ ਤੇ ਸਿਹਰਾ ਬੰਨਿਆ, ਸਿਰੋਂ ਨੰਗਾ, ਤੇ ਸਰਮੱਧ ਫਕੀਰ ਨੇ ਜਦੋਂ ਦਾਰਸ਼ਕੋ ਦੀ ਐਸੀ ਹਾਲਤ ਵੇਖੀ, ਇਹਦੇ ਮਨ ਵਿੱਚ ਬੜਾ ਪ੍ਰੇਮ ਆ ਗਿਆ ਹੈ। ਇਕ ਤਬੇ ਲੋਚਨ ਜਲ ਭਰ ਆਏ, ਤੇ ਸਰਮੱਧ ਫਕੀਰ ਦੇ ਅੱਖਾਂ 'ਚੋਂ ਪਾਣੀ ਚੋਣ ਲੱਗਿਆ। ਇਹ ਨੇਤਰਾਂ ਦੇ ਵਿੱਚੋਂ ਗਲੇਡੂ ਜਿਹੜੇ ਆ ਪਾਣੀ
ਉਹ ਨੀਰ ਡੇਗਣ ਲੱਗ ਪਿਆ ਹੈ। ਨਹ ਸਨੇਹ ਤੇ ਬੋਲਿਓ ਜਾਈ। ਇੰਨਾ ਪ੍ਰੇਮ ਜਾਗਿਆ ਸਰਮੱਧ ਫਕੀਰ ਤੋਂ ਵੀ ਦਾਰਸ਼ਕੋ ਦੀ ਹਾਲਤ ਵੇਖ ਕੇ ਬੋਲਿਆ ਹੀ ਨਹੀਂ ਗਿਆ। ਕੇਵਲ ਅੱਖਾਂ 'ਚੋਂ ਪਾਣੀ ਡਿੱਗਦਾ ਹੈ, ਮੁੱਖੋਂ ਕੋਈ ਬਚਨ ਨਹੀਂ ਨਿਕਲਿਆ ਹੈ। ਦਾਰਸ਼ਕੋ ਜਾਨ ਕਰ ਪ੍ਰੇਮ। ਇਧਰ ਸੰਗਤ ਜੀ ਦਾਰਸ਼ਕੋ ਨੇ ਵੀ ਪ੍ਰੇਮ ਜਾਣ ਲਿਆ ਵੀ ਸਰਮੱਧ ਫਕੀਰ ਸਾਹਮਣੇ ਖੜਾ ਹੈ, ਤੇ ਦਾਰਸ਼ਕੋ ਨੇ ਆਪਦੇ ਪਿਆਰੇ ਮਿੱਤਰ ਮਹਾਨ ਬ੍ਰਹਮ ਗਿਆਨੀ ਸਾਧੂ ਸਰਮੱਧ ਫਕੀਰ ਦਾ ਜਦੋਂ ਪ੍ਰੇਮ ਵੇਖਿਆ ਵੀ ਰੋ ਰਿਹਾ ਮੇਰਾ ਮਿੱਤਰ ਫਕੀਰ, ਉਹਦੇ ਵੱਲ ਵੇਖਦਿਆਂ ਹੋਇਆਂ ਤਾਰ ਸਿਹਰਾ ਬੋਲਿਓ ਏਮ। ਤੇ ਸਰਮੱਧ ਫਕੀਰ ਦਾ ਨੇਤਰਾਂ 'ਚੋਂ ਪਾਣੀ ਵੇਖ ਕੇ ਦਾਰਸ਼ਕੋ ਨੇ ਦੋ ਹੱਥਾਂ ਨਾਲ ਸਾਧ ਸੰਗਤ ਜੀ ਸਿਹਰਾ ਮੂੰਹ ਤੋਂ ਪਾਸੇ ਕਰਕੇ ਨਾ ਤੇ ਉੱਚੀ ਆਵਾਜ਼ ਵਿੱਚ ਸਰਮੱਧ ਫਕੀਰ ਨੂੰ ਹਾਥੀ ਤੇ ਖੜਿਆ ਹੋਇਆਂ ਇਹ ਬਚਨ ਆਖਿਆ ਹੈ। ਪਠਨ ਸੁਨਨ ਅਰ ਭਾਖਨ ਕਰਨੋ। ਆਖਿਆ ਹੈ ਮੇਰੇ ਪਿਆਰੇ ਸਰਮੱਧ ਫਕੀਰ, ਪਰਮੇਸ਼ਰ ਦੀ ਵਡਿਆਈ ਪੜ੍ਹਨੀ ਤੇ ਅੱਲਾ ਦਾ ਨਾਮ ਸੁਣਨਾ ਤੇ ਜਿਹੜਾ ਅੱਲਾ ਦਾ ਨਾਮ ਜਪਣਾ ਹੁੰਦਾ ਹੈ, ਅਹੰ ਬ੍ਰਹਮ ਔਰ ਨਿਸ਼ਚੈ ਕਰਨੋ। ਤੇ ਉਹ ਪਰਮੇਸ਼ਰ ਦੇ ਨਾਮ ਪੜ੍ਹਨ ਤੇ ਸੁਣਨ ਦੇ ਨਾਲ ਜਪਣ ਦੇ ਨਾਲ ਹੀ ਕੀ ਹੋਇਆ ਵੀ ਮੇਰੇ ਮਨ ਵਿੱਚ ਨਿਸ਼ਚਾ ਪੈਦਾ ਹੋ ਗਿਆ ਵੀ ਮੈਂ ਸਰੀਰ ਨਹੀਂ, ਮੈਂ ਉਸੇ ਬ੍ਰਹਮ ਪਰਮੇਸ਼ਰ ਦਾ ਸਰੂਪ ਹਾਂ। ਇਸੀ ਸਮੇਂ ਕੇ ਕਾਰਜ ਹੇਤ। ਤੇ ਉਹ ਮੈਂ ਜਿਹੜਾ ਕੁਝ ਅੱਜ ਤੱਕ ਪੜ੍ਹਿਆ, ਜਿੰਨੀ ਸਾਧੂਆਂ ਦੀ ਮੈਂ ਸੰਗਤ ਕੀਤੀ, ਉਹ ਅੱਜ ਦੇ ਸਮੇਂ ਵਾਸਤੇ ਹੀ ਸਮਝ ਲਾ ਮੇਰੀ ਤਿਆਰੀ ਹੋ ਰਹੀ ਸੀ। ਲਖੋ ਸੰਤ ਜੀ ਬਨਹੁ ਸੁਚੇਤ। ਤੇ ਉਹ ਸਰਮੱਧ ਨੂੰ ਕਹਿੰਦਾ, ਦਾਰਸ਼ਕੋ ਕਹਿੰਦਾ, ਸੰਤ ਜੀ, ਏ ਬ੍ਰਹਮ ਗਿਆਨੀ ਸਾਧੂ ਜੀ, ਫਕੀਰ ਜੀ, ਸਰਮੱਧ ਜੀ, ਸਚੇਤ ਹੋਵੋ, ਰੋਵੋ ਨਾ। ਆਪਣੀ ਤਾਂ ਮਰਿਆਦਾ ਹੀ ਇਹ ਹੈ ਸਾਧੂਆਂ ਦੀ ਵੀ ਅੱਜ ਪਰਖ ਦਾ ਸਮਾਂ ਵੀ ਮੈਂ ਬੜੀ ਬੰਦਗੀ ਕੀਤੀ, ਬੜਾ ਸਿਮਰਨ ਕੀਤਾ, ਤੇ ਅੱਜ ਮੈਂ ਨਿਰਣਾ ਤਾਂ ਕੀਤਾ ਵੀ ਮੈਂ ਸਰੀਰ ਨਹੀਂ, ਸਰੀਰ ਤੇ ਮੇਰੀ ਕੋਈ ਟੇਕ ਨਹੀਂ, ਪਰ ਜਦੋਂ ਅੱਜ ਮੈਨੂੰ ਮਾਰਨਗੇ, ਕਤਲ ਕਰਨਗੇ, ਫਿਰ ਮੇਰਾ ਜਨਮ ਸਫਲ ਹੋਵੇਗਾ। ਮੈਨੂੰ ਪਰਚੇ ਤੋਂ ਪਤਾ ਲੱਗੇਗਾ ਵੀ ਵਾਕਈ ਬੰਦਗੀ ਸਿਮਰਨ ਦਾ ਕੋਈ ਆਨੰਦ ਆਇਆ ਕਿ ਅਜੇ ਵੀ ਮੈਨੂੰ ਸਰੀਰ ਦੀ ਹੰਗਤਾ ਹੈ, ਵੀ ਜਦੋਂ ਮੇਰੇ ਸਰੀਰ ਨੂੰ ਤਸੀਹੇ ਦੇਣਗੇ, ਜੇ ਅਜੇ ਵੀ ਮੇਰੇ ਮੂੰਹੋਂ ਹਾਏ ਨਿਕਲੀ ਤੇ ਮੈਂ ਸਮਝਾਂਗਾ ਮੇਰੀ ਪੜ੍ਹੀ ਸੁਣੀ ਬਾਣੀ ਦਾ ਕੋਈ ਫਲ ਨਹੀਂ ਪ੍ਰਾਪਤ ਹੋਇਆ। ਇਹ ਮੇਰੀ ਪਰਖ ਦਾ ਸਮਾਂ ਫਕੀਰ ਜੀ, ਨੇਤਰਾਂ 'ਚੋਂ ਪਾਣੀ ਨਾ ਕੇਰੋ, ਸਚੇਤ ਹੋਵੋ, ਤਿਆਰ ਬਰ ਤਿਆਰ ਹੋਵੋ, ਤੁਹਾਡੇ ਮਿੱਤਰ ਦੀ ਅੱਜ ਪਰਖ ਦਾ ਸਮਾਂ ਹੈ। ਕਿਉਂ ਡੋਲਹੁ ਤਨ ਹੰਤਾ ਮਾਹੀ। ਆਪਦੇ ਸਰੀਰ ਦੀ ਹੰਗਤਾ ਨਾ ਛੱਡੋ ਸਾਧੂ ਜੀ, ਇਹ ਆਪਾਂ ਸਰੀਰਾਂ ਵਾਲੇ ਥੋੜ੍ਹਾ ਜਿਹਾ ਸੰਸਾਰ ਦੇ ਲੋਕਾਂ ਵਾਂਗਰਾਂ, ਆਪਾਂ ਤੋਂ ਪਰਮੇਸ਼ਰ ਵਿੱਚ ਧਿਆਨ ਟੇਕ ਰੱਖਣ ਵਾਲੇ ਹਾਂ। ਤੁਸੀਂ ਵੀ ਤਿਆਰ ਬਰ ਤਿਆਰ ਹੋਵੋ, ਡੋਲੋ ਨਾ ਮੇਰੀ ਹਾਲਤ ਵੇਖ ਕੇ। ਕਿਰਪਾ ਆਪ ਕੀ ਤੇ ਮਿਟ ਜਾਹੀ। ਕੋਈ ਗੱਲ ਨਹੀਂ, ਤੁਹਾਡੀ ਕਿਰਪਾ ਹੈ, ਤੁਹਾਡੀ ਕਿਰਪਾ ਦੇ ਨਾਲ ਇਹ ਵੀ ਸਮਾਂ ਮਿਟ ਜਾਣਾ ਹੈ, ਇਹ ਵੀ ਸਮਾਂ ਲੰਘ ਜਾਣਾ ਹੈ, ਪਾਪਾਂ ਦੀ ਬੇੜੀ ਭਰ ਜਾਣੀ ਹੈ। ਇੱਕ ਨਾ ਇੱਕ ਦਿਨ ਸਾਰਾ ਔਰੰਗਜ਼ੇਬ ਦਾ ਰਾਜ ਜਿਹੜਾ ਹੈ ਉਹ ਦਫਨ ਹੋ ਜਾਏਗਾ। ਬਿਨਸਨ ਹਾਰ ਆਜ ਕਹਿ ਕਾਲੀ। ਅੱਜ ਇਹ ਸੰਸਾਰ, ਅੱਜ ਸਾਧੂ ਜੀ, ਹੈ ਸਰਮੱਧ ਜੀ, ਸਰੀਰ ਮਰ ਜਾਣਾ ਹੈ, ਜੇ ਅੱਜ ਬਚ ਵੀ ਗਿਆ ਬੁੱਢਾ ਹੋ ਕੇ ਮਰ ਜਾਵਾਂਗਾ। ਇਸ ਕਰਕੇ ਜਿਹੜੀਆਂ ਚੀਜ਼ਾਂ ਨਾਸ਼ਵੰਤ ਹੈ ਉਹਨਾਂ ਨੂੰ ਵੇਖ ਕੇ ਅੱਖਾਂ 'ਚੋਂ ਨੇਤਰ ਨਹੀਂ, ਅੱਖਾਂ 'ਚੋਂ ਪਾਣੀ ਨਹੀਂ ਕੇਰਿਆ ਕਰਦੇ। ਮਹਾਤਮਾ ਜੀ, ਸਰੀਰ ਤਾਂ ਅੱਜ ਹੈ, ਕੱਲ ਨਹੀਂ ਹੈ। ਇਹ ਝੂਠੇ ਸਰੀਰ ਪਿੱਛੇ ਰੋਇਆ ਨਹੀਂ ਕਰਦੇ ਐ। ਤਿਸ ਕੀ ਚਿੰਤਾ ਕਹਾਂ ਵਿਸਾਲੀ। ਇਹ ਝੂਠੇ ਸਰੀਰ ਦੀ, ਝੂਠੇ ਸੰਸਾਰ ਦੀ ਕਿੱਥੇ ਬਹੁਤੀ ਚਿੰਤਾ ਕਰਨੀ ਹੈ, ਨਹੀਂ ਕਰਨੀ ਚਾਹੀਦੀ ਹੈ। ਸਨ ਧੀਰਜ ਧਰ ਸਰਮਦ ਬੋਲਾ। ਤੇ ਜਦੋਂ ਇਹ ਦਾਰਸ਼ਕੋ ਨੇ ਆਖਿਆ ਨਾ ਵੀ ਚਿੰਤਾ ਨਾ ਕਰੋ ਮਹਾਤਮਾ ਜੀ, ਸਾਡੀ ਪਰਖ ਦਾ ਸਮਾਂ, ਡੋਲੋ ਨਾ, ਅੱਖਾਂ ਪੂੰਝੀਆਂ ਸਰਮੱਧ ਫਕੀਰ ਨੇ, ਤੇ ਨੇਤਰਾਂ ਨੂੰ ਪੂੰਝਦਾ ਹੋਇਆ ਸਰਮੱਧ ਫਕੀਰ ਬੋਲਿਆ ਹੈ, ਹਮਰੇ ਸਲਤਨ ਦੀਨ ਅਡੋਲਾ। ਉਹ ਉੱਚੀ ਆਵਾਜ਼ ਵਿੱਚ ਸਾਰੀ ਸਭਾ ਵਿੱਚ ਦੋਵੇਂ ਬਾਹਾਂ ਖੜੀਆਂ ਕਰਕੇ ਸਰਮੱਧ ਫਕੀਰ ਨੇ ਨਾਰਾ ਮਾਰਿਆ, ਕਹਿੰਦਾ, ਦੁਨੀਆ ਦੇ ਲੋਕੋ, ਅਸੀਂ ਹੁਣ ਵੀ ਆਪਦੇ ਬਚਨ ਤੇ ਅਟੱਲ ਹਾਂ। ਜਿਹੜਾ ਰਾਜ ਭਾਗ ਅਸੀਂ ਇਸ ਮਹਾਂਪੁਰਖ ਗਿਆਨੀ ਦਾਰਸ਼ਕੋ ਨੂੰ ਦਿੱਤਾ ਹੋਇਆ ਹੈ, ਜੋ ਕਿਸਹੂ ਤੇ ਜਾਏ ਨਾ ਛੀਨੀ। ਜਿੰਨਾ ਮਰਜ਼ੀ ਜ਼ੋਰ ਲਾ ਲਿਆ ਔਰੰਗਜ਼ੇਬ ਨੂੰ ਆਖੋ, ਜਿਹੜਾ ਰਾਜ ਅਸੀਂ ਦਿੱਤਾ ਇਹਨੂੰ ਦਾਰਸ਼ਕੋ ਨੂੰ, ਉਹ ਔਰੰਗਜ਼ੇਬ ਦਾ ਬਾਪ ਵੀ ਨਹੀਂ ਖੋ ਸਕਦਾ। ਅਸੀਂ ਫਿਰ ਆਪਦੇ ਬਚਨ ਤੇ ਅਟੱਲ ਹਾਂ। ਜਿਹੜੀ ਪਦਵੀ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਸਾਧੂਆਂ ਵਾਲੀ ਅਸੀਂ ਦਾਰਸ਼ਕੋ ਨੂੰ ਦਿੱਤੀ ਆ, ਸਭ ਮਹਾਤਮਾ ਨੇ ਮਿਲ ਕੇ, ਉਹ ਔਰੰਗਜ਼ੇਬ ਦਾ ਬਾਪ ਵੀ ਰਲ ਕੇ ਖੋ ਨਹੀਂ ਸਕਦਾ ਹੈ। ਅਖੈ ਸਦੀਵ ਥਵ ਦੁਖਹੀਨੀ। ਤੇ ਇਹ ਜਿਹੜੀ ਇਹ ਪਦਵੀ ਹੈ ਉਹ ਅਖੈ ਹੈ, ਨਾਸ਼ ਤੋਂ ਰਹਿਤ ਹੈ, ਸਦਾ ਰਹਿਣ ਵਾਲੀ ਹੈ।
ਅਬਨਾਸ਼ੀ ਹੈ। ਇਹ ਅਸੀਂ ਰਾਜ ਭਾਗ ਇਹਨੂੰ ਦਿੱਤਾ ਹੈ। ਸਲਤਨ ਕੂਰ ਪਾਏ ਗਰਬਾਈ, ਜਿਹੜੇ ਔਰੰਗਜ਼ੇਬ ਵਰਗੇ ਝੂਠੇ ਰਾਜ ਭਾਗ ਲੈ ਕਰਕੇ ਬੜੇ ਆਫਰੇ ਫਿਰਦੇ ਐ, ਸੋ ਕਚਿਤ ਦਿਨ ਮਹਿ ਖਪ ਜਾਏ। ਉਹ ਕੱਚਾ ਰਾਜ ਹੈ। ਕੁਝ ਕੁ ਕੇਚਿਤ ਦਿਨ ਮੈਂ ਖਪ ਜਾਏ, ਉਹ ਔਰੰਗਜ਼ੇਬ ਦਾ ਰਾਜ ਬਹੁਤ ਛੇਤੀ ਦਫਨ ਹੋ ਜਾਏਗਾ, ਮਿੱਟੀ ਵਿੱਚ ਮਿਲ ਜਾਏਗਾ। ਅਲਪ ਕਾਲ ਮਹਿ ਹਮ ਤਨ ਤਿਆਗ, ਤੇ ਫਿਰ ਇਹਨੇ ਦਾਰਸ਼ਕੋ ਨੂੰ ਆਖਿਆ, ਹੇ ਦਾਰੇ ਮੇਰੇ ਪਿਆਰੇ ਮਿੱਤਰ, ਕੋਈ ਗੱਲ ਨਹੀਂ, ਚਿੰਤਾ ਨਾ ਕਰ, ਤੂੰ ਜਾ, ਤੇਰੇ ਮਗਰੇ ਹੀ ਬਹੁਤ ਛੇਤੀ ਅਸੀਂ ਤੇਰੇ ਪਿੱਛੇ ਆ ਰਹੇ ਹਾਂ। ਆਵਹਿ ਚੱਲੇ ਤੋਹੀ ਸੰਗ ਲਾਗ, ਵੀ ਤੈਨੂੰ ਅਸੀਂ ਆਣ ਸੱਚਖੰਡ ਵਿੱਚ ਮਿਲਾਂਗੇ, ਤੇਰੇ ਪਿੱਛੇ ਬਹੁਤ ਛੇਤੀ ਅਸੀਂ ਵੀ ਚੜ੍ਹਾਈ ਕਰ ਜਾਣਾ ਹੈ। ਇਮ ਕਹਿ ਕਰਿਓ ਪਰਸਪਰ ਹੀਰਨ, ਇਸ ਤਰ੍ਹਾਂ ਕਹਿੰਦੇ ਹੋਏ ਦੋਵਾਂ ਸਾਧੂਆਂ ਨੇ, ਦਾਰਾ ਹਾਥੀ ਤੇ ਖੜਾ ਹੈ, ਸਰਮਦ ਭੋਇੰ ਤੇ ਬੈਠਾ ਹੈ, ਦੋਵਾਂ ਫਕੀਰਾਂ ਨੇ ਨੇਤਰ ਭਰ ਕੇ ਇੱਕ ਦੂਜੇ ਵੱਲ ਵੇਖਿਆ ਹੈ। ਚੱਲਿਓ ਮਹਾਵਤ ਕਰ ਗਜ ਪ੍ਰੇਰਨ, ਇਹਨੇ ਨੂੰ ਸਾਧ ਸੰਗ ਜੀ ਹਥਵਾਣ ਨੇ ਹਾਥੀ ਤੋਰ ਦਿੱਤਾ ਤੇ ਉਹ ਹਾਥੀ ਦਾਰਸ਼ਕੋ ਨੂੰ ਚੜਾ ਕੇ ਗਾਂਹ ਨੂੰ ਤੁਰ ਪਿਆ ਹੈ। ਜਾਹੇ ਉਤਾਰਿਓ ਦਾਰਸ਼ਕੋ, ਤੇ ਜਿੱਥੇ ਔਰੰਗਜ਼ੇਬ ਸੀਗਾ ਉੱਥੇ ਦਾਰਸ਼ਕੋ ਨੂੰ ਜਾ ਲਾਇਆ ਹੈ। ਸੰਤ ਸਰੂਪ ਨਾ ਜਿਸ ਕਹਿ ਮੋਹ, ਸੰਤ ਸਰੂਪ ਦਾਰਾਸ਼ਕੋ ਜੀ ਦੇ ਮਨ ਵਿੱਚ ਰੱਤੀ ਮਾਤਰ ਵੀ ਮੂੰਹ ਨਹੀਂ ਹੈ। ਨਿਰਦਇਆਲੂ ਜਹ ਨਰਕ ਸਥਾਨ, ਇਧਰ ਔਰੰਗਜ਼ੇਬ ਹੈ ਜਿਹੜਾ ਦਇਆ ਤੋਂ ਰਹਿਤ ਬੜਾ ਨਿਰਦਈ ਹੈ, ਜਿਹਦਾ ਨਰਕਾਂ ਵਿੱਚ ਥਾਂ ਪੱਕਾ ਹੈ। ਬਹੁ ਤੀਖਨ ਲੈ ਹਾਥ ਕਿਰਪਾਨ, ਇਹਦੇ ਹੁਕਮ ਅਨੁਸਾਰ ਇੱਕ ਸਾਧ ਸੰਗ ਜੀ ਜਲਾਦ ਸੱਦਿਆ ਗਿਆ। ਔਰੰਗਜ਼ੇਬ ਦਾ ਹੁਕਮ ਹੋਇਆ ਵੀ ਕਤਲ ਕੀਤਾ ਜਾਏ। ਇੱਕ ਬਹੁਤ ਭੈੜੀ ਬਿਰਤੀ ਦਾ ਨਿਰਦਈ ਜਲਾਦ, ਜਿਹਦੇ ਹੱਥ ਵਿੱਚ ਬਹੁਤ ਤਿੱਖੀ ਤਲਵਾਰ ਪਕੜੀ ਹੋਈ ਹੈ। ਮਾਰ ਉਤਾਰਿਓ ਸਿਰ ਧਰਹੂੰ ਤੇ, ਦਾਰਸ਼ਕੋ ਨੂੰ ਗੋਡਿਆਂ ਪਰ ਧਰਤੀ ਤੇ ਬਹਾ ਲਿਆ ਗਿਆ ਤੇ ਬਹੁਤ ਤਿੱਖੀ ਤੇਜ਼ ਧਾਰ ਤਲਵਾਰ ਜਲਾਦ ਨੇ ਜ਼ੋਰ ਦੀ ਇੱਕ ਵਾਰ ਕੀਤਾ ਤੇ ਦਾਰਸ਼ਕੋ ਦੀ ਗਰਦਨ ਲਾਹ ਕੇ ਓਡੀ ਦੂਰ ਥੱਲੇ ਧਰਤੀ ਤੇ ਡੇਗ ਦਿੱਤੀ ਹੈ। ਸਿਰ ਧੜ ਨਾਲੋਂ ਦਾਰੇ ਦਾ ਵੱਖ ਕਰ ਦਿੱਤਾ ਗਿਆ ਹੈ। ਨਿਕਸਿਓ ਸ਼ਬਦ ਤਬ ਹੈ ਉਰਹੂੰ ਤੇ ਤੇ, ਜਦੋਂ ਸਾਧ ਸੰਗ ਜੀ ਦਾਰਸ਼ਕੋ ਦਾ ਸਿਰ ਵੱਢਿਆ ਗਿਆ ਤੇ ਦਾਰਸ਼ਕੋ ਦੇ ਵੱਡੇ ਸਿਰ ਧੜ ਧਰਤੀ ਤੇ ਉਵੇਂ ਹੀ ਖੜਾ ਹੋਇਆ ਤੇ ਸਿਰ ਭੋਇੰ ਤੇ ਡਿੱਗ ਪਿਆ ਤੇ ਦਾਰਸ਼ਕੋ ਦੇ ਹਿਰਦੇ ਦੇ ਵਿੱਚੋਂ, ਖੂਨ ਦੇ ਵਿੱਚੋਂ, ਸਰੀਰ ਵਿੱਚੋਂ, ਬੋਟੀ ਵਿੱਚੋਂ ਇੱਕੋ ਆਵਾਜ਼ ਨਿਕਲੀ ਹੈ, ਅਹੰ ਬ੍ਰਹਮ ਹੀ ਲੋਕਨ ਸੁਨਿਓ। ਵੀ ਮੈਂ ਪਰਮੇਸ਼ਰ ਸਰੂਪ ਹਾਂ। ਭਾਵ ਵੀ ਸਰੀਰ ਤੋਂ ਹੰਗਤਾ ਛੱਡੀ ਹੋਈ ਸੀ ਨਾ ਦਾਰੇ ਨੇ, ਤੇ ਕਹਿੰਦੇ ਸਿਰ ਵੱਢੇ ਜਾਣ ਤੋਂ ਬਾਅਦ ਵੀ ਖੂਨ ਚੋਂ ਤਤੀਰੀਆਂ ਵਹਿੰਦੀਆਂ ਚੋਂ ਆਵਾਜ਼ਾਂ ਨਿਕਲਦੀਆਂ, ਅਹੰ ਬ੍ਰਹਮ, ਅਹੰ ਬ੍ਰਹਮ, ਅਹੰ ਬ੍ਰਹਮ, ਵੀ ਮੈਂ ਹੀ ਪਰਮੇਸ਼ਰ ਦਾ ਸਰੂਪ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਨਿਸ਼ਚੈ ਪਾਕੋ ਸਭਨੇ ਗੁਨਿਓ, ਤੇ ਸਭ ਦਿੱਲੀ ਦੀ ਸੰਗਤ ਜਿੰਨੇ ਲੋਕ ਸੁਣਦੇ ਸੀ, ਸਾਰਿਆਂ ਦੇ ਕੰਨਾਂ ਵਿੱਚ ਇਹ ਮਰਨ ਤੋਂ ਬਾਅਦ ਵੀ ਆਵਾਜ਼ ਗੂੰਜਦੀ ਹੈ, ਅਸਮਾਨ ਵਿੱਚ ਆਵਾਜ਼ ਗੂੰਜਦੀ ਹੈ ਤੇ ਸਾਰਿਆਂ ਜਾਣ ਲਿਆ ਵੀ ਵਾਕਿਆ ਹੀ ਦਾਰਾਸ਼ਕੋ ਇੱਕ ਪਵਿੱਤਰ ਆਤਮਾ ਸੀ। ਇਹਦਾ ਨਿਸ਼ਚਾ ਵਾਕੀ ਪਰਮੇਸ਼ਰ ਵਿੱਚ ਪੱਕਾ ਹੈ ਸੀ। ਵੱਡੋ ਭਰਾਤ ਇਮ ਗਹਿ ਕਹਿ ਮਾਰਿਓ, ਕਵੀ ਰਾਜ ਕਹਿੰਦੇ ਸਾਧ ਸੰਗਤ ਜੀ, ਇਸ ਤਰ੍ਹਾਂ ਵੱਡੇ ਭਰਾ ਨੂੰ ਔਰੰਗਜ਼ੇਬ ਪਾਪੀ ਨੇ ਕੋਹ ਕੇ ਸ਼ਹੀਦ ਕਰ ਦਿੱਤਾ, ਕਤਲ ਕਰ ਦਿੱਤਾ ਹੈ। ਕਰੇ ਪਾਪ ਪਰ ਲੋਕ ਬਿਗਾੜਿਓ, ਕਹਿੰਦੇ ਔਰੰਗਜ਼ੇਬ ਪਾਪੀ ਨੇ ਇਦਾਂ ਦੇ ਬੜੇ ਪਾਪ ਕੀਤੇ, ਸਾਧੂ ਮਹਾਤਮਾ ਮਾਰੇ, ਆਪਦਾ ਪਰਲੋਕ ਗਵਾ ਲਿਆ, ਪਾਪ ਕਰ ਕਰਕੇ ਨਰਕਾਂ 'ਚ ਥਾਂ ਪੱਕੀ ਕਰ ਲਈ ਹੈ। ਅਪਰ ਭਰਾਤ ਦੋਇ ਛਲ ਕਰ ਮਾਰੇ, ਇਹਨੇ ਫਿਰ ਜਿਹੜੇ ਦੂਜੇ ਦੋ ਭਰਾ ਸੀ, ਚਾਰ ਸੀ ਨਾ ਰੰਗੇ ਹੋਣੀ, ਦਾਰਸ਼ਕੋ ਨੂੰ ਸਿਰ ਵੱਢ ਕੇ ਕਤਲ ਕੀਤਾ। ਮੁਰਾਦ ਬਖਸ਼ ਨੂੰ ਸਾਧ ਸੰਗਤ ਜੀ ਧੋਖੇ ਨਾਲ ਇੱਕ ਪੋਸ਼ਾਕ ਬਣਾ ਦਿੱਤੀ ਜ਼ਹਿਰ ਵਾਲੀ, ਉਹਨੂੰ ਮਾਰਿਆ। ਇੱਕ ਭਰਾ ਜਿਹੜਾ ਹੈ ਜਿਹੜਾ ਸੁਜਾ ਮੁਹੰਮਦ, ਉਹਨੂੰ ਜ਼ਹਿਰ ਦੇ ਕੇ ਮਾਰਿਆ। ਤਿੰਨੇ ਭਰਾ ਇਹਨੇ ਆਪਦੇ ਕਤਲ ਕਰ ਦਿੱਤੇ ਹੈ। ਰਾਜ ਹੇਤ ਕੀਨਸ ਅਗ ਭਾਰੀ, ਤੇ ਆਪਦੇ ਪਿਓ ਨੂੰ ਕੈਦ ਕੀਤਾ, ਭੁੱਖਾ ਰੱਖ ਕੇ ਮਾਰਿਆ ਇਹਨੇ ਸ਼ਾਹਜਹਾਨ ਨੂੰ। ਕਹਿੰਦੇ ਇਸ ਤਰ੍ਹਾਂ ਤਖਤ ਲੈਣ ਵਾਸਤੇ ਤਿੰਨ ਭਰਾ, ਇੱਕ ਪਿਓ ਕਤਲ ਕੀਤਾ। 373 ਫਕੀਰ ਫੜ ਕੇ ਪੁੱਠੇ ਲਾ ਉਹਨਾਂ ਦੇ ਖੱਲਾਂ ਲਾਈਆਂ। ਸਰਮਦ ਵਰਗੇ ਫਕੀਰ ਮਾਰੇ, ਬੜੇ ਬੜੇ ਸਾਧੂ ਦਾਰਸ਼ਕੋ ਵਰਗੇ ਇਹਨੇ ਕਤਲ ਕੀਤੇ ਹੈ ਰਾਜ ਭਾਗ ਲੈਣ ਵਾਸਤੇ। ਇੱਥੇ ਸੰਗਤ ਜੀ ਕਈ ਨਾ ਉਹ ਪਤਾ ਤਾਂ ਹੈ ਨਹੀਂ ਇਤਿਹਾਸ ਦਾ, ਮੈਂ ਬੜੀ ਵਾਰੀ ਗੱਲ ਸੁਣੀ ਹੈ ਸਟੇਜਾਂ 'ਤੇ। ਆਖਿਆ ਜੀ ਔਰੰਗਜ਼ੇਬ, ਤੁਸੀਂ ਵੀ ਸੁਣੀ ਹੋਊਗੀ, ਔਰੰਗਜ਼ੇਬ ਜੀ ਬੜਾ ਧਰਮੀ ਬਾਦਸ਼ਾਹ ਸੀ ਜੀ। ਉਹ ਕਿਸੇ ਦੇ, ਉਹਨੇ ਇੱਕ ਵਾਰੀ ਕਥਾ ਸੁਣੀ ਜੀ, ਗੀਤਾ ਦੇ ਵਿੱਚੋਂ ਸ਼ਲੋਕ ਸੁਣਿਆ। ਉਹ ਪੰਡਤ ਕਥਾ ਕਰਦਾ ਸੀ, ਉਹ ਪੰਡਤ ਇੱਕ ਦਿਨ ਨਾ ਆਇਆ, ਉਹਦੇ ਪੁੱਤ ਨੇ ਕਥਾ ਕੀਤੀ। ਉਹ ਸ਼ਲੋਕ ਵਿੱਚ ਲਿਖਿਆ ਸੀ ਜੀ, ਅਖੇ ਧਰਮੀ ਉਹ ਹੈ ਜਿਹੜਾ ਆਪਦੇ ਧਰਮ ਨੂੰ ਵਧਾਉਣ ਵਾਸਤੇ ਕੋਈ ਨਾ ਕੋਈ ਉਦਮ ਕਰਦਾ ਹੈ।
ਤੇ ਉਹ ਧਰਮੀ ਹੈ ਜੀ। ਤੇ ਉਸ ਤੋਂ ਬਾਅਦ ਕਹਿੰਦੇ ਜੀ ਔਰੰਗਜ਼ੇਬ ਨੇ ਫਿਰ ਇਸਲਾਮ ਨੂੰ ਵਧਾਉਣ ਵਾਸਤੇ ਵੀ ਉਦਮ ਕੀਤਾ। ਪਹਿਲਾਂ ਜੀ ਇਹ ਬੜਾ ਧਰਮੀ ਸੀ। ਸਭ ਸਾਧ ਸੰਗਤ ਜੀ ਤੁਸੀਂ ਆ ਇਤਿਹਾਸ, ਇਹ ਜੜੋਂ ਹੀ ਪਾਪੀ ਸੀ। ਇਹਦੇ ਤੇ ਦਾ ਬਾਪ ਸ਼ਾਹਜਹਾਨ ਵੀ ਇਤਬਾਰ ਨਹੀਂ ਸੀ ਕਰਦਾ। ਇਹ ਇਹੋ ਜਿਹਾ ਜੰਮਦਾ ਹੀ ਖੋਟਾ ਸੀ। ਔਰੰਗਜ਼ੇਬ ਪਾਪੀ ਬਿਰਤੀ ਦਾ ਸੀਗਾ। ਇਹਨੇ ਸਾਧ ਸੰਗਤ ਜੀ ਬਚਪਨ 'ਚ ਹੀ ਆਪਦੇ ਭਰਾ ਨੂੰ ਮੁੱਛ ਦਾ ਵਾਲ ਖਵਾ, ਨਿੱਕੇ ਜਿਹੇ ਨੇ, ਇਹ ਛੋਟਾ ਜਿਹਾ ਸੀ ਤੇ ਉਦੋਂ ਹੀ ਵੇਖੋ ਇਹਨੇ ਰਾਜ ਪੱਗ ਲੈਣ ਖਾਤਰ ਦਾਰਸ਼ਕੋਂ ਨੂੰ ਸ਼ੇਰ ਦੀ ਮੁੱਛ ਕੁਤਰ ਕੇ ਖਵਾ ਦਿੱਤੀ ਸੀ, ਨਿੱਕੇ ਜਿਹੇ ਨੇ। ਇਹ ਜੰਮਦਾ ਹੀ ਪਾਪੀ ਸੀਗਾ। ਤੋ ਇਸ ਤਰ੍ਹਾਂ ਉਹ ਨਹੀਂ ਐਵੇਂ ਇਹੋ ਜਿਹੀਆਂ ਠੀਕ ਹੈ, ਹੋ ਸਕਦਾ ਇਤਿਹਾਸ 'ਚ ਇੱਥੇ ਆ ਜਾਵੇ, ਪਰ ਇਹ ਜਾਣਨਾ ਚਾਹੀਦਾ ਹੈ ਵੀ ਇਹ ਸਾਧ ਸੰਗਤ ਜੀ ਜੜੋਂ ਹੀ ਪਾਪੀ ਸੀ ਔਰੰਗਜ਼ੇਬ। ਇਹ ਨਿਰਦਈ ਸੀਗਾ ਜਿਹਨੇ ਰਾਜ ਭਾਗ ਲੈਣ ਵਾਸਤੇ ਵੱਡੇ ਵੱਡੇ ਪਾਪ ਕੀਤੇ ਹੈ, ਸੰਤ ਮਹਾਂਪੁਰਖ ਮਾਰੇ ਹਨ। ਜਹ ਕਹਿ ਕਤੀ ਕੁਮਤ ਵੱਡ ਪਾਪੀ। ਵੀ ਪਾਪੀ ਨੇ ਵੱਡੀ ਖੋਟੀ ਮਤ ਕੀਤੀ, ਜਿੱਥੇ ਕਿੱਥੇ ਨੇ ਪਾਪ ਹੀ ਕੀਤੇ ਹੈ, ਕੋਈ ਚੱਜ ਦਾ ਕੰਮ ਨਹੀਂ ਕੀਤਾ ਹੈ। ਦਰਵੇਸ਼ਨ ਅਰ ਸੰਤ ਸਰਾਪੀ। ਬੜੇ ਬੜੇ ਦਰਵੇਸ਼ਾਂ ਤੇ ਸੰਤਾਂ ਦਾ ਸਰਾਪਿਆ ਹੋਇਆ ਪਾਪੀ ਔਰੰਗਜ਼ੇਬ ਹੈ। ਕਥਾ ਸੁਨਤ ਸਰੋਤਾ ਸਵਧਾਨ। ਜਦੋਂ ਇਹ ਸਾਧ ਸੰਗਤ ਜੀ ਸਰਮੱਧ ਫਕੀਰ ਦਾ ਨਾਂ ਆਇਆ, ਦਾਰਸ਼ਕੋ ਦੇ ਕਤਲ ਦੀ ਕਥਾ ਬਾਬਾ ਰਾਮ ਕੋਇਰ ਜੀ ਤੋਂ ਸਿੰਘਾਂ ਨੇ ਸੁਣੀ। ਕਿਉਂਕਿ ਤੁਹਾਨੂੰ ਦੱਸਿਆ ਪਿੱਛੇ ਕਥਾ ਦਾ ਮੂਲ ਜਦੋਂ ਬੰਨਿਆ ਵੀ ਇਹ ਕਥਾ ਜਿਹੜੀ ਹੈ ਨਾ, ਇਹ ਬਾਬਾ ਬੁੱਢਾ ਸਾਹਿਬ ਜੀ ਦੀ 5ਵੀਂ ਪੀੜ੍ਹੀ 'ਚੋਂ ਬਾਬਾ ਰਾਮ ਕੌਰ ਜੀ ਸੁਣਾ ਰਹੇ 13 ਸਿੰਘਾਂ ਨੂੰ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਰਮਦਾਸ ਕੇ ਆ ਗਏ ਸੀਗੇ। ਉਹ ਕਹਿੰਦੇ ਮਹਾਰਾਜ ਸਾਨੂੰ ਕਥਾ ਸੁਣਾਓ। ਉਹ ਬਾਬਾ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਦੀ 5ਵੀਂ ਪੀੜ੍ਹੀ ਹੈ, ਉਹ ਕਥਾ ਸੁਣਾ ਰਹੇ ਆ ਸਿੰਘਾਂ ਨੂੰ। ਤੇ ਉਸੇ ਤਰ੍ਹਾਂ ਹੀ ਆਪਾਂ ਜਿਵੇਂ ਕਹਿ ਲਓ ਵੀ ਰਲ ਕੇ ਉਸੇ ਕਥਾ ਨੂੰ ਆਪਾਂ ਅੱਗੇ ਸੁਣਾਈ ਜਾ ਰਹੇ ਹਾਂ। ਕਹਿੰਦੇ ਜਦੋਂ ਬਾਬਾ ਰਾਮ ਕੌਰ ਨੇ ਕਥਾ ਸੁਣਾਈ ਨਾ, ਜਿਹੜੇ ਸਿੰਘ ਉੱਥੇ ਬੈਠੇ ਸੀ, ਸੰਗਤ ਸੀ ਰਮਦਾਸ ਕੇ ਦੀ ਹੈ ਜਿਵੇਂ ਤੁਸੀਂ ਬੈਠੇ, ਜਦੋਂ ਉਹਨਾਂ ਨੇ ਸਾਰੀ ਕਥਾ ਸੁਣੀ ਹੈ। ਸਰਮਦ ਕਥਾ ਸੁਣੀ ਜਬ ਕਾਨ। ਜਦੋਂ ਸਾਈਂ ਸਰਮੱਧ ਜੀ ਦਾ ਇਹਨਾਂ ਨੇ ਨਾਂ ਕੰਨਾਂ ਨਾਲ ਸੁਣਿਆ ਹੈ। ਪੂਜਨ ਕਰਿਓ ਕੌਣ ਇਹ ਭਇਓ। ਤੇ ਉਹ ਜਿਹੜੀ ਕਥਾ ਸੁਣਨ ਵਾਲੀ ਸੰਗਤ ਸੀ ਨਾ ਬਾਬਾ ਰਾਮ ਕੌਰ ਜੀ ਤੋਂ, ਉਹ ਸੰਗਤ ਪੁੱਛਣ ਲੱਗੀ, ਕਹਿੰਦੇ ਮਹਾਰਾਜ ਸਰਮੱਧ ਫਕੀਰ ਕੌਣ ਸੀ ਭਲਾ, ਵੀ ਇਹਦਾ ਤੁਸੀਂ ਨਾਂ ਲਿਆ ਆ ਵੀ ਬੜਾ, ਫਿਰ ਇਹਦੇ ਬਾਰੇ ਸਾਨੂੰ ਕੁਝ ਨਾ ਕੁਝ ਹੋਰ ਸੁਣਾ ਦਿਓ ਜੀ। ਕਿਮ ਖੁਦਾਏ ਕੋ ਮਾਰਗ ਲਿਓ। ਵੀ ਕਿਵੇਂ ਸਰਮੱਧ ਫਕੀਰ ਨੇ ਖੁਦਾ ਦਾ ਰਾਹ ਚੁਣਿਆ, ਇਹ ਕੌਣ ਸੀ ਤੇ ਕਿੱਥੋਂ ਆਇਆ ਸੀ। ਸਨ ਸਰੋਤਨ ਤੇ ਪ੍ਰਸ਼ਨ ਵਿਸਾਲਾ। ਜਦੋਂ ਸਰੋਤਿਆਂ ਪ੍ਰਸ਼ਨ ਕੀਤਾ ਨਾ ਬਾਬਾ ਰਾਮ ਕੌਰ ਜੀ ਮਹਾਂਪੁਰਖਾਂ ਨੂੰ ਵੀ ਸਾਨੂੰ ਹੁਣ ਸਰਮੱਧ ਫਕੀਰ ਦੀ ਥੋੜ੍ਹੀ ਜਿਹੀ ਕਥਾ ਦੱਸੋ, ਵੀ ਜਿਵੇਂ ਹੁਣ ਤੁਹਾਡੇ ਮਨ 'ਚ ਸ਼ੰਕਾ ਪੈ ਜੇ ਸੰਗਤ ਜੀ ਵੀ ਸਰਮੱਧ ਫਕੀਰ ਬਾਰੇ ਕੁਝ ਹੋਰ ਪਤਾ ਲੱਗ ਜਾਵੇ। ਐਦਾਂ ਉਹ ਸਿੱਖਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਮਹਾਂਪੁਰਖੋ ਸਰਮੱਧ ਫਕੀਰ ਦੀ ਥੋੜ੍ਹੀ ਜਿਹੀ ਹੋਰ ਕਥਾ ਸੁਣਾ ਦਿਓ ਜੀ। ਸਰਮਦ ਕੀ ਜਿਮ ਕਥਾ ਰਸਾਲਾ। ਤਾਂ ਬਾਬਾ ਰਾਮ ਕੋਇਰ ਜੀ ਨੇ ਜਿਹੜੀ ਸਰਮੱਧ ਫਕੀਰ ਦੀ ਬੜੀ ਸੁੰਦਰ ਕਥਾ ਹੈ, ਕਰੀ ਸੁਨਾਵਨ ਜਿਸ ਬਿਦ ਭਇਓ। ਉਹ ਜੋ ਕੁਝ ਫਿਰ ਸਰਮੱਧ ਫਕੀਰ ਦਾ ਜੀਵਨ ਸੀ ਨਾ, ਉਹ ਫਿਰ ਬਾਬਾ ਰਾਮ ਕੌਰ ਜੀ ਨੇ ਇਹਨਾਂ ਸਿੰਘਾਂ ਨੂੰ ਤੇ ਸੰਗਤ ਨੂੰ ਰਮਦਾਸ ਕੇ ਦੀ ਧਰਤੀ ਤੇ ਸੁਣਾ ਦਿੱਤਾ ਹੈ। ਜਿਮਾ ਅਵਰੰਗ ਮਰਵਾਵਨ ਕੀਓ। ਜਿਵੇਂ ਸਾਧ ਸੰਗ ਜੀ ਅਵਰੰਗ ਕਈ ਔਰੰਗਜ਼ੇਬ ਨੇ ਸਰਮੱਧ ਫਕੀਰ ਨੂੰ ਫਿਰ ਮਰਵਾਇਆ ਸੀ, ਤਸੀਹੇ ਦੇ ਕੇ ਸ਼ਹੀਦ ਕੀਤਾ ਸੀ। ਸੰਤ ਪਨੋ ਸੰਤਨ ਕੋ ਜਿਸ ਮਹਿ। ਉਹ ਕਹਿੰਦੇ ਸੰਤਾਂ ਸੰਗ ਭਲੀ ਪ੍ਰਕਾਰ ਤਪਣੋ, ਦੁੱਖ ਹੁੰਦਾ ਸੰਤਾਂ ਨੂੰ ਜਿਹੜੀ ਕਥਾ ਸੁਣ ਕੇ। ਉਹ ਕਥਾ ਫਿਰ ਸੰਤਾਂ ਦੀ ਮਹਾਂਪੁਰਖਾਂ ਨੂੰ ਦੁੱਖ ਦਿੱਤਾ ਜਿਵੇਂ ਰੰਗੇ ਨੇ। ਉਹ ਬਾਬਾ ਰਾਮ ਕੌਰ ਜੀ ਨੇ ਸਾਰੀ ਕਥਾ ਸਰਮੱਧ ਫਕੀਰ ਦੀ ਸਾਰੀ ਸੰਗਤ ਨੂੰ ਖੁੱਲ੍ਹ ਕੇ ਸੁਣਾਈ ਹੈ ਜੀ। ਪਾਪਨ ਕੋ ਬੜ ਪਾਪ ਅਹੈ ਜਹ। ਜਿਹੜਾ ਸਰਮੱਧ ਫਕੀਰ ਨੂੰ ਮਾਰਿਆ, ਜਿਵੇਂ ਜਿਹੜਾ ਪਾਪਾਂ ਤੋਂ ਸਭ ਤੋਂ ਵੱਡਾ ਅੱਜ ਤੱਕ ਦਾ ਪਾਪ ਗਿਣਿਆ, ਵੀ ਰੰਗੇ ਨੇ ਪਾਪ ਤਾਂ ਬੜੇ ਕੀਤੇ ਪਰ ਸਭ ਤੋਂ ਵੱਡਾ ਪਾਪ ਜਿਹੜਾ ਔਰੰਗਜ਼ੇਬ ਨੇ ਕੀਤਾ, ਉਹ ਸਰਮੱਧ ਫਕੀਰ ਨੂੰ ਪੁੱਠਾ ਕਰਕੇ ਖੱਲ ਲਾਈ ਸੀ ਇਹ ਫਕੀਰ ਦੀ। ਇਸ ਔਰੰਗਜ਼ੇਬ ਦੇ ਸਭ ਤੋਂ ਵੱਡੇ ਪਾਪਾਂ 'ਚੋਂ ਵੱਡਾ ਪਾਪ ਨਾ ਇਹ ਗਿਣਿਆ ਜਾਂਦਾ ਹੈ। ਕਹਿੰਦੇ ਹੁਣ ਇਹਦੀ ਕਥਾ ਉਹ ਸ਼ੁਰੂ ਕਰਦੇ ਆ ਬਾਬਾ ਰਾਮ ਕੋਇਰ ਜੀ। ਸੁਨ ਕਰ ਸਿੱਖ ਭਲੋ ਉਰ ਧਾਰੈ। ਤੇ ਇਹ ਹੁਣ ਸਰਮੱਧ ਫਕੀਰ ਦੀ ਜਿਹੜੀ ਕਥਾ ਹੈ ਉਹ ਆਰੰਭ ਹੁੰਦੀ ਹੈ ਇੱਥੋਂ। ਹੇ ਸਿੱਖੋ ਸਰੋਤਾ ਜਣੋ, ਸੁਣ ਸੁਣ ਕੇ ਆਪਦੇ ਹਿਰਦੇ ਵਿੱਚ ਧਾਰ ਲਓ ਜੀ। ਨਹਿ ਸਾਧਨ ਕੋ ਕਬ ਤ੍ਰਿਸਕਾਰੈ। ਵੀ ਜਿਹੜੇ ਇਹ ਕਥਾ ਸੁਣਨਗੇ ਨਾ ਸਰਮੱਧ ਫਕੀਰ ਦੀ, ਉਹ ਕਦੇ ਵੀ ਸੰਤਾਂ ਦਾ ਨਿਰਾਦਰ ਨਹੀਂ ਕਰਨਗੇ। ਕਵੀ ਰਾਜ ਕਹਿੰਦੇ ਵੀ ਇਹ ਕਥਾ ਜਿਹੜੀ ਹੁਣ ਤੁਹਾਨੂੰ ਇਹਦੋਂ ਅੱਗੇ ਆਰੰਭ ਪ੍ਰਸੰਗ ਜਿਹੜਾ ਸ਼ੁਰੂ ਹੋਣਾ, ਉਹ ਸੰਤਾਂ ਦੀ ਕਥਾ ਹੈ। ਤੇ ਜਿਹੜੇ ਸੁਣਨਗੇ ਕਥਾ, ਉਹ ਭੁੱਲ ਕੇ ਵੀ ਕਦੇ ਕਿਸੇ ਸੰਤ ਮਹਾਂਪੁਰਖ ਦਾ ਨਿਰਾਦਰ ਨਹੀਂ ਕਰਨਗੇ। ਉਹਨਾਂ ਨੂੰ ਸੋਝੀ ਆ ਜਾਏਗੀ ਕਥਾ ਸੁਣ ਕੇ ਵੀ ਸੰਤਾਂ ਭਗਤਾਂ ਦੀਆਂ ਨਿਸ਼ਾਨੀਆਂ ਕੀ ਹੈ ਤੇ ਸੰਤਾਂ ਭਗਤਾਂ ਦਾ ਨਿਰਾਦਰ ਕਿਉਂ ਨਹੀਂ ਕਰਨਾ ਚਾਹੀਦਾ ਹੈ। ਹੋ ਗਈ ਪੂਰੀ। ਚਲੋ
ਇਸ ਤਰ੍ਹਾਂ ਸਾਧ ਸੰਗਤ ਜੀ, ਇਸ ਤੋਂ ਅੱਗੇ ਫਿਰ ਬਾਬਾ ਰਾਮਕੌਰ ਜੀਆਂ ਜੋ ਕਥਾ ਸੁਣਾਈ, ਕਵੀ ਸੰਤੋਖ ਸਿੰਘ ਸਾਹਿਬ ਦੀਆਂ ਛੰਦਾਬੰਦੀ ਅੰਦਰੋਂ ਦਾ ਲੱਥਾ ਕੀਤਾ। ਸਰਮੱਧ ਫਕੀਰ ਕੌਣ ਸੀ ਤੇ ਕਿਵੇਂ ਇਹਨੂੰ ਰੰਗੇ ਨੇ ਸ਼ਹੀਦ ਕੀਤਾ, ਉਹ ਸਾਰਾ ਪ੍ਰਸੰਗ ਸਾਧ ਸੰਗਤ ਜੀ ਅੱਗੇ ਦੀਵਾਨ ਵਿੱਚ ਆਪਾਂ ਨਾਲ ਮਿਲ ਕਰਕੇ ਸਰਵਣ ਕਰਾਂਗੇ। ਇੱਥੇ ਸਮਾਪਤਾ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। संत पनो संतन को जिसम है, पापन को बड़ पाप अह जह। सुनकर सिख पलो उर तान, नह साधन को कब त्रिसकान। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।